ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। 16 ਸਾਲਾਂ ਦੀ ਇੱਕ ਕੁੜੀ ਇੱਕ ਦਿਨ ਸਕੂਲ ਨਹੀਂ ਗਈ। ਅਕੇ ਦੁਨੀਆ ਤਬਾਹ ਹੋ ਰਹੀ ਹੈ। ਜੇ ਮੈਂ ਨਾ ਬਚਾਈ ਤਾਂ ਸਕੂਲ ਕਿੱਥੋਂ ਬਚੇਗਾ। ਲੋ ਜੀ, ਦੁਨੀਆ ਹਿਲ ਗਈ। ਜਿਹੜੇ ਮੁਲਕ ਕੁੜੀ ਜਾਵੇ ਮੁਸੀਬਤ ਖੜੀ ਹੋ ਜਾਵੇ। ਦੁਨੀਆ ਭਰ ਵਿੱਚ ਨੌਜਵਾਨ ਬੱਚਿਆਂ ਨੇ ਕਲਾਈਮੇਟ ਚੇਂਜ ਬਾਰੇ, ਵਾਤਾਵਰਣ ਤਬਦੀਲੀ ਬਾਰੇ ਇੱਕ ਬਹਿਸ ਖੜੀ ਕਰ ਦਿੱਤੀ। ਮੁਲਕਾਂ ਦੀਆਂ ਪਾਰਲੀਮੈਂਟ ਨੂੰ ਸੋਚਣ ਲਾ ਦਿੱਤਾ। ਕਈ ਮੁਲਕਾਂ ਨੇ ਵਾਤਾਵਰਣ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਇਹਦੇ ਵਿੱਚ ਬ੍ਰਿਟੇਨ ਵੀ ਸ਼ਾਮਲ ਹੈ। ਇਸ ਸਮੇਂ ਸਾਰੀ ਦੁਨੀਆ ਵਾਤਾਵਰਣ ਤਬਦੀਲੀ ਹਫਤਾ ਮਨਾ ਰਹੀ ਹੈ। ਫਰਾਈਡੇ ਨੂੰ, ਸ਼ੁੱਕਰਵਾਰ ਨੂੰ ਦੁਨੀਆ ਭਰ ਦੇ ਮੁਲਕਾਂ ਵਿੱਚ ਲੋਕ ਸੜਕਾਂ ਤੇ ਨਿਕਲੇ। ਮੈਨੂੰ ਨਹੀਂ ਪਤਾ ਕਿ ਤੁਹਾਡੇ ਘਰੋਂ ਦੀਆਂ ਅਖਬਾਰਾਂ ਨੇ ਇਹ ਸੁਰਖੀਆਂ ਛਾਪੀਆਂ ਜਾਂ ਨਹੀਂ, ਤੇ ਤੁਹਾਡੇ ਟੀਵੀ ਚੈਨਲ ਨੇ ਜ਼ੋਰ ਨਾਲ ਰੌਲਾ ਪਾਇਆ ਜਾਂ ਨਹੀਂ, ਪਰ ਲੱਖਾਂ ਲੋਕ ਸੜਕਾਂ ਤੇ ਸਨ। ਨਿਊਯਾਰਕ, ਲੰਡਨ, ਪੈਰਿਸ, ਬਰਲਿਨ, ਮੈਲਬੌਰਨ, ਹਰ ਮਹਾਦੀਪ ਦੇ ਉੱਤੇ, ਅਮਰੀਕਾ ਦੀ ਹਰ ਸਟੇਟ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ, ਸਭ ਮਹਾਦੀਪਾਂ ਤੇ ਰੈਲੀਆਂ ਹੋਈਆਂ। ਚਿੰਤਾ ਇਹ ਸੀ ਕਿ ਭਾਈ ਪਰਲੋ ਆ ਰਹੀ ਹੈ। ਮਨੁੱਖ ਇਸ ਤਰ੍ਹਾਂ ਰਹਿ ਰਿਹਾ ਹੈ ਕਿ ਬਹੁਤ ਸਮਾਂ ਜੀਵਨ ਸੰਭਵ ਹੀ ਨਹੀਂ ਰਹੇਗਾ। ਵਾਤਾਵਰਣ ਤਬਦੀਲੀ ਧਰਤੀ ਉੱਤੇ ਜੀਵਨ ਮੁਹਾਲ ਕਰ ਦੇਵੇਗੀ। ਸ਼ਾਇਦ ਜੀਵਨ ਬਚੇ ਹੀ ਨਾ। ਪੀਣ ਲਈ ਪਾਣੀ ਨਹੀਂ ਮਿਲੇਗਾ। ਤਾਪਮਾਨ ਇੰਨਾ ਹੋ ਜਾਵੇਗਾ ਕਿ ਮਨੁੱਖ ਜੀ ਹੀ ਨਹੀਂ ਸਕੇਗਾ। ਸਮੁੰਦਰ ਚੜ੍ਹ ਜਾਣਗੇ, ਮੱਛੀਆਂ ਮਰ ਜਾਣਗੀਆਂ, ਨੀਵੇਂ ਦੇਸ਼, ਨੀਵੇਂ ਇਲਾਕੇ ਡੁੱਬ ਜਾਣਗੇ। ਤੇ ਇਹ ਬਹੁਤੀ ਦੂਰ ਨਹੀਂ ਆ ਮੰਜ਼ਰ, ਸਾਹਮਣੇ ਨਜ਼ਰ ਆ ਰਿਹਾ। ਦੁਨੀਆ ਭਰ ਦੇ ਵਿਗਿਆਨੀ ਕਹਿ ਰਹੇ ਨੇ। ਸਿਆਸਤਦਾਨ ਗੱਲ ਨਹੀਂ ਸੁਣ ਰਹੇ। ਤੁਸੀਂ ਕਿੰਨੀਆਂ ਸੁਰਖੀਆਂ ਵੇਖੀਆਂ ਨੇ ਸ਼ੁੱਕਰਵਾਰ ਨੂੰ ਦੁਨੀਆ ਭਰ ਵਿੱਚ ਇਹਨਾਂ ਸਾਰੇ ਇਕੱਠਾਂ ਬਾਰੇ। ਹੁਣ ਤਾਂ ਸਕੂਲਾਂ ਦੇ ਵਿੱਚ ਵੀ ਦੁਨੀਆ ਭਰ ਵਿੱਚ ਬੱਚੇ ਸਮਝ ਚੁੱਕੇ ਨੇ ਕਿ ਜਦੋਂ ਤੱਕ ਉਹ ਵੱਡੇ ਹੋਣਗੇ, ਇੰਨਾ ਨੁਕਸਾਨ ਹੋ ਚੁੱਕਿਆ ਹੋਵੇਗਾ ਤੁਹਾਡੇ ਇਹ ਗੱਲਾਂ ਨਾ ਸੁਣਨ ਕਰਕੇ, ਅਖਬਾਰਾਂ ਵਿੱਚ ਸੁਰਖੀਆਂ ਨਾ ਛਪਣ ਕਰਕੇ, ਟੀਵੀ ਚੈਨਲਾਂ ਤੇ ਰੌਲਾ ਨਾ ਪਾਉਣ ਕਰਕੇ, ਕਿ ਕਦੀ ਵੀ ਠੀਕ ਨਹੀਂ ਕੀਤਾ ਜਾ ਸਕਦਾ। ਤੁਸੀਂ ਆਪਣੇ ਬੱਚਿਆਂ ਦਾ, ਦੁਨੀਆ ਭਰ ਦੇ ਬੱਚਿਆਂ ਦਾ ਭਵਿੱਖ ਤਬਾਹ ਕਰ ਰਹੇ ਹੋ। ਚੁੱਪ ਕਰਕੇ ਅਖਬਾਰਾਂ ਇਹਦੇ ਬਾਰੇ ਨਾ ਛਾਪ ਕੇ, ਅਸੀਂ ਰੌਲਾ ਨਾ ਪਾ ਕੇ, ਤੇ ਜੇ ਸ਼ੁੱਕਰਵਾਰ ਤੁਸੀਂ ਸੜਕਾਂ ਤੇ ਨਹੀਂ ਸੀ ਤਾਂ ਨਾ ਜਾ ਕੇ। ਜੇ ਮਸਲਾ ਇੰਨਾ ਹੀ ਗੰਭੀਰ ਹੁੰਦਾ, ਦੁਨੀਆ ਤਬਾਹੀ ਹੋ ਰਹੀ ਹੁੰਦੀ, ਤਾਂ ਸਾਰਿਆਂ ਨੇ ਗੱਲ ਨਹੀਂ ਸੀ ਕਰ ਰਹੇ ਹੋਣਾ। ਇਹ ਕਨੌਂਡਰਮ ਤਾਂ ਹੈ, ਇਹ ਮਸਲਾ ਤਾਂ ਹੈ। ਤੇ ਇਸੇ ਬਾਰੇ ਗੱਲ ਕਰਨ ਲਈ ਕਿ ਕਿੰਨਾ ਕੁ ਗੰਭੀਰ ਹੈ, ਕਿੰਨਾ ਕੁ ਨਹੀਂ। ਅਸੀਂ ਡਰ ਜਾਈਏ, ਸੜਕਾਂ ਤੇ ਨਿਕਲ ਆਈਏ ਕਿ ਦੂਰੋਂ ਬੈਠ ਤਮਾਸ਼ਾ ਦੇਖੀਏ ਕਿ ਹੌਲੀ ਹੌਲੀ ਹੋਵੇਗਾ। ਸੂਰਜ ਦੀ ਉਮਰ ਅਰਬਾਂ ਸਾਲ ਹੈ, ਖਰਬਾਂ ਸਾਲ ਹੈ, ਪਤਾ ਨਹੀਂ ਕਦੋਂ ਜਾ ਕੇ ਖਰਾਬ ਹੋਵੇਗਾ। ਦਰਅਸਲ ਅਸਲੀਅਤ ਕੀ ਹੈ? ਇਸ ਲਈ ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਸੋਸ਼ੋਲੋਜਿਸਟ ਨੇ, ਸਮਾਜ ਨੂੰ ਸਮਝਦੇ ਨੇ, ਤੇ ਸਮਾਜ ਕਈ ਵਾਰੀ ਵਿਗਿਆਨ ਦੇ ਇੰਨੇ ਵੱਡੇ ਸੱਚ ਸਾਹਮਣੇ ਵੇਖ ਕੇ ਕਿਉਂ ਉਭਰ ਕੇ ਗੱਲ ਨਹੀਂ ਰੱਖਦਾ ਆਪਣੀ ਸਾਹਮਣੇ, ਇਸ ਨੂੰ ਚੰਗੀ ਤਰ੍ਹਾਂ ਨਜਿੱਠਦੇ ਨੇ। ਸਾਡੇ ਨਾਲ ਜੁੜ ਰਹੇ ਨੇ ਅਰਜੁਨ ਸ਼ਰੋਨ ਜੀ। ਅਰਜੁਨ ਸ਼ਰੋਨ ਜੀ ਪੇਸ਼ੇ ਤੋਂ ਵਕੀਲ ਨੇ ਤੇ ਹਿਊਮਨ ਰਾਈਟਸ ਦੀ, ਸਿਵਲ ਲਿਬਰਟੀਜ਼ ਦੀ ਡੋਮੇਨ ਵਿੱਚ ਕੰਮ ਕਰਦੇ ਨੇ। ਇਹਨਾਂ ਤੋਂ ਪੁੱਛਾਂਗੇ ਕਿ ਇਹ ਕਲਾਈਮੇਟ ਚੇਂਜ ਦਾ ਜਿਹੜਾ ਮਸਲਾ, ਵਾਤਾਵਰਣ ਤਬਦੀਲੀ ਦਾ ਜਿਹੜਾ ਮਸਲਾ ਹੈ, ਇਹ ਮਨੁੱਖੀ ਅਧਿਕਾਰਾਂ ਦੇ ਨਾਲ ਕਿਵੇਂ ਜੁੜਿਆ ਹੋਇਆ। ਸਾਡੇ ਨਾਲ ਜੁੜ ਰਹੇ ਨੇ ਸ਼ਾਲਿਨੀ ਜੀ। ਸ਼ਾਲਿਨੀ ਜੀ ਸਵਰਾਜ ਇੰਡੀਆ ਦੇ ਨਾਲ ਕੰਮ ਕਰਦੇ ਨੇ, ਸਿਆਸੀ ਕਾਰਕੁਨ ਨੇ। ਵਾਤਾਵਰਣ ਤਬਦੀਲੀ ਦਾ ਤੇ ਔਰਤਾਂ ਦਾ ਇੱਕ ਰਿਸ਼ਤਾ ਹੈ। ਜੇ ਵਾਤਾਵਰਣ ਦਾ ਨਾਲ ਪਰਿਵਾਰ ਦਾ ਇੱਕ ਰਿਸ਼ਤਾ ਹੋਵੇਗਾ, ਵਾਤਾਵਰਣ ਦੇ ਨਾਲ ਇੱਕ ਰਾਜਨੀਤੀ ਦਾ ਰਿਸ਼ਤਾ ਹੋਵੇਗਾ, ਤੇ ਵਾਤਾਵਰਣ ਤਬਦੀਲੀ ਦੇ ਉੱਤੇ ਚੁੱਪ ਦਾ ਵੀ ਕੋਈ ਰਿਸ਼ਤਾ ਤੇ ਤੁਹਾਡੇ ਨਾਲ ਬਣਦਾ ਹੋਵੇਗਾ। ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਨੇੜਿਓਂ ਦੇਖਦੇ ਨੇ। ਸਾਡੇ ਨਾਲ ਜੁੜ ਰਹੇ ਨੇ ਕਮਲਜੀਤ ਜੀ। ਕਮਲਜੀਤ ਜੀ ਵੀ ਸਿਆਸੀ ਕਾਰਕੁਨ ਨੇ, CPI ML ਲਿਬਰੇਸ਼ਨ ਦੇ ਨਾਲ ਕੰਮ ਕਰਦੇ ਨੇ, ਯੰਗਰ ਡੈਮੋਗ੍ਰਾਫਿਕ ਨੂੰ ਰਿਪਰੈਜ਼ੈਂਟ ਕਰਦੇ ਨੇ। ਉਹਨਾਂ ਬੱਚਿਆਂ ਦੇ ਨਾਲ ਕੰਮ ਕਰਦੇ ਨੇ ਜਿਨ੍ਹਾਂ ਦੇ ਵਡੇਰੇ ਤਾਂ ਘਰਾਂ ਵਿੱਚ ਸ਼ਾਇਦ ਚੁੱਪ ਬੈਠੇ ਨੇ, ਕਿਉਂਕਿ ਉਹਨਾਂ ਦੀਆਂ ਉਮਰਾਂ ਬੜੀਆਂ ਹੋ ਗਈਆਂ ਨੇ। ਜਦ ਤੱਕ ਉਹਨਾਂ ਨੇ ਮਰਨਾ ਠੀਕ ਠਾਕ ਨੇ ਕੰਮ, ਜਦੋਂ ਉਹਨਾਂ ਦੇ ਬੱਚਿਆਂ ਨੇ ਵੱਡੇ ਹੋਣਾ ਉਹਨਾਂ ਦੀ ਉਮਰਾਂ ਦੇ, ਤਾਂ ਬਹੁਤ ਕੁਝ ਤਬਾਹ ਹੋ ਚੁੱਕਾ ਹੋਵੇਗਾ। ਪ੍ਰੋਫੈਸਰ ਮਨਜੀਤ ਸਿੰਘ ਜੀ, ਇੱਕ ਗੱਲ ਇਹ ਸਮਝਾਓ ਕਿ ਜੇ ਸੱਚਮੁੱਚ ਤਬਾਹੀ ਹੈ, ਇਹ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪਰਲੋ ਮੋੜ ਦੇ ਪਰਲੇ ਪਾਸੇ ਖੜੀ ਹੈ ਤੇ ਹੁਣੇ ਮੁੜ ਕੇ ਆਈ ਤੇ ਹੁਣੇ ਸਾਡੇ ਵਿੱਚ ਆ ਵੱਜੇਗੀ। ਜੇ ਸੱਚਮੁੱਚ ਕੰਡੀਸ਼ਨਸ ਇਹ ਨੇ ਤਾਂ ਰੌਲਾ ਕਿਉਂ ਨਹੀਂ ਪੈ ਰਿਹਾ? ਅਸੀਂ ਸੜਕਾਂ ਤੇ ਕਿਉਂ ਨਹੀਂ ਆ? ਸਾਡੀ ਰਾਜਨੀਤੀ ਸਿਰਫ ਇਹਦੇ ਬਾਰੇ ਕਿਉਂ ਨਹੀਂ ਹੋ ਰਹੀ? ਇਹ ਜੇ ਕਸ਼ਮੀਰ ਬਾਰੇ ਹੋਵੇ, ਹਿੰਦੂ ਮੁਸਲਮਾਨ ਬਾਰੇ ਹੋਵੇ, ਤਮਾਮ ਚੀਜ਼ਾਂ ਬਾਰੇ ਹੋਵੇ, ਹੁੰਦੀ ਰਵੇ ਉਹ, ਪਰ ਅਸੀਂ ਸਾਰੇ ਬਚਾਂਗੇ ਹੀ ਨਹੀਂ ਤਾਂ ਇਹਦੇ ਬਾਰੇ ਰਾਜਨੀਤੀ ਕਿਉਂ ਨਹੀਂ ਹੋ ਰਹੀ? ਬਿਆਨ ਕਿਉਂ ਨਹੀਂ ਹੋ ਰਹੇ? ਤੁਹਾਡਾ ਏਜੰਡਾ ਇਹ ਕਿਉਂ ਨਹੀਂ ਹੈ? ਸਿਆਸਤਦਾਨ ਦਾ ਕਿਉਂ ਨਹੀਂ ਹੈ? ਦੇਖੋ, ਅਜੇ ਤੱਕ ਲੋਕਾਂ ਕੋਲ ਇਸ ਗੱਲ ਦੀ ਚਿੰਤਾ ਜਾਂ ਭੈ ਅਜੇ ਪਹੁੰਚਿਆ ਨਹੀਂ ਜੀ। ਉਹਦਾ ਕਾਰਨ ਇਹ ਹੈ ਕਿ ਬਹੁਤੇ ਲੋਕ ਜਿਹੜੇ ਮਿਲੀਅਨਸ ਲੋਕ, ਉਹ ਜ਼ਿਆਦਾਤਰ ਐਸਪੀ ਸਿੰਘ ਆਪਣੇ ਰੋਜ਼ਮਰਾ ਦੀ ਲੜਾਈ ਲੜ ਰਹੇ ਆ। ਕਿਸੇ ਕੋਲ ਰੁਜ਼ਗਾਰ ਨਹੀਂ, ਕੋਈ ਬਿਮਾਰ ਆ ਉਹਦੇ 'ਚ ਉਲਝਿਆ ਪਿਆ, ਕਿਸੇ ਕੋਲ ਕੁਛ ਨਹੀਂ। ਉਹ ਅਜੇ ਜਿਹੜੀ ਸਰ ਲੋਕਾਂ ਨੂੰ ਤਾਂ ਵਿਗਿਆਨੀ ਦੱਸ ਰਹੇ ਨੇ ਕਿ ਭਾਈ ਸਭ ਤਬਾਹ ਹੋ ਰਿਹਾ।
ਨਹੀਂ ਉਸ ਗੱਲ ਦਾ ਉਹਨਾਂ ਨੂੰ ਅਜੇ ਭਰੋਸਾ ਨਹੀਂ। ਉਹਨੂੰ ਕਿਹਾ ਕਿ ਮੈਂ ਜੇ ਤਬਾਹ ਹੋ ਰਿਹਾ, ਮੇਰਾ ਪਰਿਵਾਰ ਤਬਾਹ ਹੋ ਰਿਹਾ, ਮੇਰੀ ਭੈਣ ਤਬਾਹ ਹੋ ਰਹੀ ਆ, ਮੇਰਾ ਮੁੰਡਾ ਡਰੱਗ ਤੇ ਲੱਗ ਗਿਆ, ਉਹਨੂੰ ਕਿਸੇ ਕੋਲ ਰੁਜ਼ਗਾਰ ਨਹੀਂ ਹੈ, ਉਹਨੂੰ ਸਭ ਤੋਂ ਪਹਿਲਾਂ ਲੱਗਦਾ ਕਿ ਮੈਂ ਇਹਨੂੰ ਬਚਾਵਾਂ। ਜਿਹੜਾ এনवायरमेंट ਹੈ ਉਹ ਤੇ ਸਦੀਆਂ ਦਾ ਚੱਲਿਆ ਆਉਂਦਾ। ਤੇ ਪੋਲੀਟੀਸ਼ੀਅਨ ਜਿਹਨੇ ਸਾਡੇ ਤੇ ਰਾਜ ਕਰਨਾ ਸੀ, ਰਵਾਂਗੇ ਤਾਂ ਰਾਜ ਕਰੇਗਾ ਕੰਬਖਤ ਸਾਡੇ ਤੇ। ਨਹੀਂ, ਉਹ ਤੇ ਚਾਹੁੰਦੇ ਆ ਕਿ ਇਹੋ ਜਿਹੇ ਲੋਕ ਬੇਵਕੂਫ ਬਣੇ ਰਹਿਣ, ਨਾ ਪੜ੍ਹਨ ਨਾ ਲਿਖਣ, ਨਾ ਉਹ ਲਾਚਾਰ ਲੋਕ ਹੋਣ, ਤਾਂ ਕਿ ਛੇਤੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀਆਂ ਸਸਤੀਆਂ ਸਰ ਉਹਦੇ ਬੱਚੇ ਦੇ ਘਰ ਵੀ ਟੈਂਪਰੇਚਰ ਚੜੇਗਾ, ਪੋਲੀਟੀਸ਼ੀਅਨ ਦੇ ਬੱਚੇ ਦੇ ਘਰ ਵੀ ਟੈਂਪਰੇਚਰ ਚੜੇਗਾ, ਸਮੁੰਦਰ ਦਾ ਪਾਣੀ ਚੜੇਗਾ ਤਾਂ ਉਹਦਾ ਵੀ ਸ਼ਹਿਰ ਡੁੱਬੇਗਾ। ਉਹ ਮੇਰਾ ਜੇ ਮੈਂ ਧਰਮ 'ਚ ਵਿਸ਼ਵਾਸ ਰੱਖਦਾ ਤਾਂ ਤਿਰੂਪਤੀ ਤੇ ਵੀ ਖਤਰਾ ਆ ਜਾਵੇਗਾ। ਮੇਰਾ ਖਿਆਲ ਹੈ ਐਸਪੀ ਸਿੰਘ ਉਹ ਸੱਤਾ ਦੇ ਨਸ਼ੇ 'ਚ ਇੰਨੇ ਬੇਹੋਸ਼ ਰਹਿੰਦੇ ਆ। ਉਹ ਵੀ ਉਸੇ ਤਰੀਕੇ ਨਾਲ ਜਿਹੜਾ ਇੱਕ ਬੰਦਾ ਆਪਣੇ ਰੋਜ਼ਮਰਰਾ ਦੇ ਜੀਵਨ ਲਈ ਲੜ ਰਿਹਾ, ਉਹ ਆਪਣੇ ਰੋਜ਼ਮਰਰਾ ਜੀਵਨ ਦੇ ਵਿੱਚ ਇਹ ਐਜ ਏ ਸਟੇਟਸਮੈਨ ਕੰਮ ਨਹੀਂ ਕਰਦੇ। ਉਹਨਾਂ ਦੇ ਸਾਹਮਣੇ ਇੱਕੋ ਹੀ ਹੁੰਦਾ ਕਿ ਮੈਂ ਸੱਤਾ 'ਚ ਕਿਵੇਂ ਆਮ ਲੋਕ ਬਾਹਰ ਆਏ ਨੇ, ਲੱਖਾਂ ਲੋਕ ਬਾਹਰ ਆਏ ਨੇ, ਆਮ ਲੋਕ ਆਏ, ਹਾਫ ਆ ਮਿਲੀਅਨ ਲੋਕ ਸੜਕਾਂ ਤੇ ਸੀ। ਪੋਲੀਟੀਸ਼ੀਅਨ ਨਹੀਂ ਆਏ। ਪੋਲੀਟੀਸ਼ੀਅਨ ਕਿਉਂ ਨਹੀਂ ਆਉਂਦਾ? ਕਿਉਂਕਿ ਉਹਦੇ ਸਾਹਮਣੇ ਹੁਣ ਤੁਸੀਂ ਇਹ ਦੇਖੋ ਕਿੰਨਾ ਪੈਸਾ ਅਮਰੀਕਾ ਜਿਹੜਾ ਇਸ ਲਈ ਕਾਰਬਨ ਘਟਾਉਣ ਲਈ ਉਹ ਦਿੰਦਾ ਸੀਗਾ। ਉਹਨੇ ਸਾਫ਼ ਕਹਿਤਾ ਓਏ ਐਵੇਂ ਭੁਲੇਖਾ ਆ, ਐਵੇਂ ਲੋਕ ਗੱਲਾਂ ਕਰਦੇ ਆ। ਜਦੋਂ ਇਹ ਦੇਖਿਆ ਡੋਨਲਡ ਟਰੰਪ ਜਾ ਕੇ ਨਾ ਕਰ ਰਿਹਾ ਫਰਾਂਸ ਦੇ ਵਿੱਚ, ਜਿਹੜੀ ਪੈਰਿਸ ਦੇ ਵਿੱਚ ਹੋਈ। ਇਸ ਕਰਕੇ ਪੋਲੀਟੀਸ਼ੀਅਨਸ ਆਉਣ ਵਾਲੇ ਸਮੇਂ 'ਚ ਇਹ ਡਿਜ਼ਾਸਟਰ, ਤੁਸੀਂ ਬੜਾ ਚੰਗਾ ਕੀਤਾ ਇਹ ਟੌਪਿਕ ਰੱਖਿਆ, ਆਉਣ ਵਾਲੇ ਸਮੇਂ 'ਚ ਇਹ ਜਿਹੜੀ ਪੈਂਡਿੰਗ ਡਿਜ਼ਾਸਟਰ ਜਿਹਨੂੰ ਮੈਂ ਕਹਿਣਾ ਆ, ਕਿਸੇ ਵੇਲੇ ਵੀ ਇਹ ਪਰਲੋ ਵਾਂਗੂ ਭਿਆਨਕ ਰੂਪ ਦੇ ਵਿੱਚ, ਵਿਕਰਾਲ ਰੂਪ ਦੇ ਵਿੱਚ ਸਾਹਮਣੇ ਆ ਸਕਦੀ ਹੈ। ਕੁਝ ਲੋਕ ਚਿੰਤਾ ਪੋਲੀਟੀਸ਼ੀਅਨ ਕਰਦੇ ਆ, ਪਰ ਉਹਨਾਂ ਦੀ ਆਪਣੀ ਸੱਤਾ ਦੀ ਚਿੰਤਾ ਅਜੇ ਡੋਮੀਨੇਟ ਕਰਦੀ ਹੈ। ਇਸ ਚਿੰਤਾ ਮਨਜੀਤ ਜੀ ਦੇ ਵਰਡਸ ਦੇ ਵਿੱਚ ਇੱਕ ਇਸੇ ਸ਼ਬਦ ਨਾਲ ਹੀ ਪ੍ਰੋਬਲਮ ਹੈ ਕਿ ਜਿਹੜਾ ਪੈਂਡਿੰਗ ਡਿਜ਼ਾਸਟਰ ਹੈ, ਮਤਲਬ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਪਰਲੋ ਹੈ ਜਿਹੜੀ ਅਜੇ ਆਉਣੀ ਹੈ। ਇਹ ਗੱਲ ਕਿਵੇਂ ਸਮਝਾਈ ਜਾਵੇ ਕਿ ਵਿਗਿਆਨੀ ਕਹਿ ਰਹੇ ਨੇ ਭਾਈ ਪਰਲੋ ਆ ਚੁੱਕੀ ਹੈ, ਪਰਲੋ ਆਈ ਨੂੰ ਵੀ ਸਮਾਂ ਹੋ ਚੁੱਕਿਆ, ਤੁਸੀਂ ਪਰਲੋ ਵਿੱਚੋਂ ਲੰਘ ਚੁੱਕੇ ਹੋ। ਦਰਅਸਲ ਹੁਣ ਅਸੀਂ ਜੋ ਮਰਜ਼ੀ ਕਰ ਲਈਏ, ਠੀਕ ਤਾਂ ਕਦੀ ਵੀ ਕੁਝ ਨਹੀਂ ਹੋਵੇਗਾ। ਜ਼ਿਆਦਾ ਤੇਜ਼ੀ ਨਾਲ ਬਰਬਾਦ ਨਾ ਹੋ ਜਾਵੇ, ਬਸ ਇੰਨਾ ਕੋਈ ਹੀ ਰੋਕ ਸਕਦੇ ਹਾਂ। ਤੇ ਉੱਥੇ ਜੇ ਇੰਨੇ ਮੁਲਕਾਂ ਦੇ ਵਿੱਚ ਆਮ ਲੋਕ ਸੜਕਾਂ ਤੇ ਆ ਰਹੇ ਨੇ, ਤਾਂ ਮੇਰੇ ਮੁਲਕ ਵਿੱਚ ਆਮ ਲੋਕ ਕਿਉਂ ਨਹੀਂ ਆ ਰਹੇ? ਪੰਜਾਬੀ ਜਿਹੜੇ ਖੇਤੀਬਾੜੀ ਨਾਲ ਜੁੜੇ ਨੇ, ਮੇਰਾ ਮੁਲਕ ਇੱਕ ਐਗਰੇਰੀਅਨ ਇਕਨੋਮੀ ਹੈ ਜਿਹਦੇ ਤੇ ਸਭ ਤੋਂ ਪਹਿਲਾਂ ਅਸਰ ਪੈਣਾ ਇਸ ਕਲਾਈਮੇਟ ਚੇਂਜ ਦਾ। ਅਸੀਂ 125 ਕਰੋੜ ਲੋਕ ਆ, ਅਸੀਂ ਤਾਂ ਕਰੋੜਾਂ ਦੀ ਗਿਣਤੀ 'ਚ ਸੜਕਾਂ ਤੇ ਹੋਣਾ ਚਾਹੀਦੇ ਸੀ। ਸਾਡੇ ਪੋਲੀਟੀਸ਼ੀਅਨ ਨੂੰ ਤਾਂ ਇਹਦੇ 'ਚੋਂ ਵੋਟਾਂ ਮੰਗਣੀਆਂ ਚਾਹੀਦੀਆਂ ਸੀ ਕਿ ਭਰਾਵੋ ਮੈਂ ਬੋਲ ਰਿਹਾ, ਅਮਰੀਕਾ 'ਚ ਇਲੈਕਸ਼ਨ ਹੋ ਰਹੀ ਹੈ, ਉਹ ਵੋਟਾਂ ਇਹਦੇ 'ਚੋਂ ਕੱਢ ਰਹੇ ਨੇ, ਉਹ ਕਹਿੰਦੇ ਨੇ ਅਸੀਂ ਕਲਾਈਮੇਟ ਚੇਂਜ ਬਾਰੇ ਬੋਲ ਰਹੇ ਹਾਂ, ਮੇਰਾ ਪੋਲੀਟੀਸ਼ੀਅਨ ਕਿਉਂ ਨਹੀਂ ਬੋਲ ਰਿਹਾ? ਤੇ ਪਰਲੋ ਬਾਰੇ ਸੱਚ ਦੱਸੋ, ਕੀ ਦਰਅਸਲ ਸਾਨੂੰ ਅੱਜ ਹੀ ਘਰਾਂ ਵਿੱਚ ਬਹਿ ਕੇ ਡਰ ਜਾਣਾ ਚਾਹੀਦਾ? ਮੈਨੂੰ ਲੱਗਦਾ ਹੈ ਕੁਝ ਸਾਲ ਪਹਿਲਾਂ ਹੀ ਡਰ ਜਾਣਾ ਚਾਹੀਦਾ ਸੀ। ਤੇ ਜੇ ਅਸੀਂ ਪੰਜਾਬ 'ਚ ਬੈਠੇ ਨੇ, ਪੰਜਾਬ ਇਨਫੈਕਟ ਸਾਊਥ ਏਸ਼ੀਆ 'ਚ ਇੱਕ ਐਪਿਕ ਸੈਂਟਰ, ਬੰਗਲਾਦੇਸ਼ 'ਚ ਪੰਜਾਬ, ਦੋਨੋਂ ਐਪਿਕ ਸੈਂਟਰ ਬਣਨਗੇ ਇਸ ਕਲਾਈਮੇਟ ਚੇਂਜ ਦੀ ਪਰਲੋ ਜਿਹੜੀ ਹੋਏਗੀ। ਸਭ ਤੋਂ ਜ਼ਿਆਦਾ ਇੰਪੈਕਟ ਸਾਡੇ ਤੇ ਆਏਗਾ, ਸਭ ਤੋਂ ਆਏਗਾ। ਜ਼ਿਆਦਾ ਇੰਪੈਕਟ ਆਏਗਾ ਕਿਉਂਕਿ ਜਿਹੜੇ ਰਿਵਰ ਨੇ, ਗਲੇਸ਼ੀਅਰ ਜਿਸ ਤਰ੍ਹਾਂ ਮੈਲਟ ਹੋ ਰਹੇ ਨੇ ਹਿਮਾਲਿਆਸ ਦੇ, ਉਹਨਾਂ ਦਾ ਡਾਇਰੈਕਟ ਇੰਪੈਕਟ ਪੂਰੇ ਪੰਜਾਬ ਵੈਲੀ 'ਚ ਹੈਗਾ, ਪੰਜਾਬ ਦੇ ਪੂਰੇ ਪਲੇਨ 'ਚ ਹੈਗਾ। ਤੇ ਜਿਹੜੇ ਰਿਵਰਸ ਨੇ ਸਾਡੇ, ਜੋ ਸਾਨੂੰ ਐਗਰੀਕਲਚਰ ਬਾਕੀ ਚੀਜ਼ਾਂ ਲਈ ਕੰਮ ਦਿੰਦੇ ਨੇ, ਤੁਸੀਂ ਦੇਖੋ ਪਿਛਲੇ 5 ਸਾਲਾਂ 'ਚ, ਇਸੀ ਸਾਲ ਤੁਸੀਂ ਦੇਖ ਲਓ ਕਿੰਨੀ ਬਾਰਿਸ਼ ਹੋਈ, ਕਿੰਨੇ ਹੜ੍ਹ ਆਏ, ਕਿੰਨੇ ਫਲੱਡ ਆਏ। ਤੇ ਸਭ ਦਾ ਸੰਬੰਧ ਵਾਤਾਵਰਣ ਤਬਦੀਲੀ ਨਾਲ ਹੈ। ਐਬਸੋਲੂਟਲੀ ਤੇ ਵਾਤਾਵਰਣ ਤਬਦੀਲੀ ਦਾ ਸੰਬੰਧ ਇਹਦੇ ਨਾਲ ਹੈ ਕਿ ਅਸੀਂ ਰਹਿੰਦੇ ਕਿਸ ਤਰ੍ਹਾਂ। ਸਭ ਤੋਂ ਗਰਮ ਦਿਨ ਵੀ ਇਸੀ ਸਾਲਾਂ 'ਚ ਰਹੇ, ਸਭ ਤੋਂ ਜ਼ਿਆਦਾ ਫਲੱਡਿੰਗ ਵੀ ਇਸ ਸਾਲਾਂ 'ਚ ਹੋਈ, ਤੇ ਇਹ ਪੰਜਾਬ 'ਚ ਵੀ ਹੋ ਰਿਹਾ, ਮੁੰਬਈ 'ਚ ਵੀ ਹੋ ਰਿਹਾ। ਤੇ ਪੰਜਾਬ ਤੋਂ ਤੁਸੀਂ ਦੇਖੋ 5 ਸਾਲ 'ਚ, ਲਾਸਟ 5 ਇਅਰਸ ਐਗਰੀਕਲਚਰ ਤੇ ਡਾਇਰੈਕਟ ਇੰਪੈਕਟ ਕਲਾਈਮੇਟ ਚੇਂਜ ਦਾ ਇਹ ਰਿਹਾ। ਵਾਈਟ ਫਲਾਈ ਤੋਂ ਲੈ ਕੇ ਜਿੰਨਾ ਵੀ ਇਸ਼ੂ ਹੋ ਰਿਹਾ ਕਿਵੇਂ ਕਲਾਈਮੇਟ ਚੇਂਜ ਹੁੰਦਾ ਹੈ, ਸ਼ਹਿਰ ਤੇ ਬੈਠੇ ਸਾਨੂੰ ਬਹੁਤ ਅੱਛਾ ਲੱਗਦਾ ਜਦ ਬਾਰਿਸ਼ ਆਂਦੀ ਹੈ, ਕੁਝ ਹੁੰਦਾ, ਮੌਸਮ ਹੁੰਦਾ, ਪਰ ਜਿਹੜਾ ਕਿਸਾਨ ਹੈ ਉਹਨੂੰ ਡਾਇਰੈਕਟ ਇੰਪੈਕਟ ਹੋ ਰਿਹਾ। ਹਿੰਦੁਸਤਾਨ ਸਰਕਾਰ ਦਾ ਇਕਨੋਮਿਕ ਸਰਵੇ ਹੈ 2018 ਦਾ, ਸਰਕਾਰ ਦੱਸ ਰਹੀ ਹੈ, ਇਹ ਸਰਕਾਰ ਦੇ ਚੀਫ ਇਕਨੋਮਿਕ ਐਡਵਾਈਜ਼ਰ ਸੀ ਅਰਵਿੰਦ ਸੁਬਰਾਮਨੀਅਨ। ਮੋਦੀ ਸਾਹਿਬ ਜਦੋਂ ਕਹਿ ਰਹੇ ਸੀ ਕਿ ਮੈਂ ਕਿਸਾਨਾਂ ਦੀ ਇਨਕਮ ਦੁੱਗਣੀ ਕਰਨੀ ਹੈ, ਅਰਵਿੰਦ ਸੁਬਰਾਮਨੀਅਨ ਕਹਿ ਰਹੇ ਸੀ ਭਾਈ ਕੁਦਰਤ ਦਾ ਅਸੂਲ ਇਹ ਕਹਿ ਰਿਹਾ ਹੈ, ਵਾਤਾਵਰਣ ਤਬਦੀਲੀ ਇੰਨੀ ਆ ਰਹੀ ਹੈ ਕਿ ਕਿਸਾਨਾਂ ਦੀ ਇਨਕਮ 20 ਤੋਂ 25% ਤੱਕ ਹੁਣ ਘਟ ਜਾਵੇਗੀ ਵਾਤਾਵਰਣ ਤਬਦੀਲੀ ਕਰਕੇ। ਮੋਦੀ ਸਾਹਿਬ ਕੀ ਵਧਾਣਗੇ? ਉਥੇ ਰੱਬ ਘਟਾ ਰਿਹਾ ਜਾਂ ਫਿਰ ਬੰਦੇ ਘਟਾ ਰਹੇ ਨੇ ਜਿਹੜੇ ਬੋਲ ਨਹੀਂ ਰਹੇ, ਜਾਂ ਅਸੀਂ ਘਟਾ ਰਹੇ ਹਾਂ ਜਾਂ ਰਾਜਨੀਤੀਵਾਨ? ਇਹ ਮੈਨ ਮੇਡ ਡਿਜ਼ਾਸਟਰ ਹੈ, ਮਨੁੱਖਾਂ ਨੇ ਆਪਣੇ ਉੱਤੇ ਹੀ ਲਿੱਤਾ ਹੈ। ਪਿਛਲੇ 70 ਧਰਤੀ ਤਬਾਹ ਕਰਨ ਦਾ ਪ੍ਰੋਜੈਕਟ। ਐਬਸੋਲੂਟਲੀ। ਐਂਡ ਮਨੁੱਖਾਂ ਵਿੱਚ ਵੀ ਪਿਛਲੇ 70 ਸਾਲ 'ਚ ਜਿਹੜੀ ਪਾਲਿਸੀਆਂ ਰਹੀਆਂ ਨੇ, ਮੈਂ ਕੁਝ ਸਟੈਟਿਸਟਿਕ ਹੈ ਤੁਹਾਡੀ ਆਡੀਅנס ਲਈ ਮੈਂ ਕਹਿਦਾ ਕਿ ਸਭ ਤੋਂ ਜਿਹੜੇ ਗਰੀਬ ਬੰਦੇ ਦੀ ਗਲਤੀ ਨਹੀਂ ਹੈ, ਕਿਉਂਕਿ ਜਿਹੜਾ 50% ਗਰੀਬ ਹੈ ਦੁਨੀਆ ਦਾ, the bottom 50%, ਉਹ ਸਿਰਫ 10% ਪੋਲਿਊਸ਼ਨ ਕਾਜ਼ ਕਰਦਾ ਹੈ।
ਤੇ 10% ਜਿਹੜਾ ਪੋਲੂਸ਼ਨ ਤੇ ਹੈ ਟੌਪ 10% ਜਿਹੜੀ ਪੋਲੂਸ਼ਨ ਕਾਜ਼ ਕਰਦਾ ਹੈ ਉਹ ਟੌਪ ਜਿਹੜਾ 10% ਹੈ ਜੀ। ਉਹ 50% ਪੋਲੂਸ਼ਨ ਕਾਜ਼ ਕਰਦਾ ਹੈ ਤੇ ਟੌਪ 1% ਜਿਹੜੇ ਬੰਦੇ ਨੇ 1% ਇਕਨੋਮਿਕਲੀ ਪਹੁੰਚ ਗਏ ਤੁਸੀਂ ਐਂਟੀਲਾ। ਹਾਂ ਮੈਂ ਪਹੁੰਚ ਰਿਹਾ ਅੰਟੀਲਾ ਤੇ ਵਾਈਟ ਹਾਊਸ ਤੇ ਬਾਕੀ ਜਗ੍ਹਾ ਵੀ ਪਹੁੰਚਾਂਗੇ। ਜੀ। ਟੌਪ 1% ਜਿਹੜੇ ਨੇ ਉਹ ਲਾਸਟ ਦੇ 10% ਦੇ 175 ਟਾਈਮਸ 175 ਗੁਣਾ ਪੋਲੂਸ਼ਨ ਕਾਜ਼ ਕਰਦੇ ਨੇ ਤੇ ਇਹ ਇਕਨੋਮਿਕ ਇਸ਼ੂ ਵੀ ਹੈਗਾ, ਇਹ ਇਕੋਲੋਜੀਕਲ ਇਸ਼ੂ ਵੀ ਹੈਗਾ ਤੇ ਇਹ ਡਿਜ਼ਾਸਟਰ ਕਈ ਤਰੀਕਾਂ ਨਾਲ ਸੋ ਸਾਡੇ ਹੋ ਰਿਹਾ। ਇਹਦਾ ਮਤਲਬ ਹੈ ਵੀ ਪੋਲੂਸ਼ਨ ਅਮਰੀਕਾ ਕਰ ਰਿਹਾ ਹੈ ਤੇ ਕੀਮਤ ਸਾਨੂੰ ਦੇਣੀ ਪੈ ਸਕਦੀ ਹੈ। ਪੋਲੂਸ਼ਨ ਮੇਰੇ ਅਮਰੀਕਾ ਦੇਸ਼ ਕਰ ਦਾ ਰਿਹਾ। ਅਮੀਰ ਕਰ ਰਿਹਾ, ਜਿਹੜਾ ਐਡੀਆਂ ਗੱਡੀਆਂ Absolutely, ਭਜਾਉਂਦਾ ਬਿਲਕੁਲ। ਫਿਰਦਾ ਹੈ ਤੇ ਮੁਸੀਬਤ ਕਿਸਾਨ ਦੇ ਉੱਤੇ ਆਏਗੀ, ਮੁਸੀਬਤ ਗਰੀਬ ਦੇ ਉੱਤੇ ਆਏਗੀ। ਤੇ ਇਹ ਤਾਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਤੁਸੀਂ ਇਹ ਨਾ ਕਰੋ ਉਹ ਨਾ ਕਰੋ ਤੇ ਬਰਡਨ ਆਮ ਬੰਦੇ ਤੇ ਡਾਲੇ ਜਾ ਰਹੇ ਤੁਸੀਂ ਇਹ ਯੂਜ਼ ਨਾ ਕਰੋ ਉਹ ਯੂਜ਼ ਨਾ ਕਰੋ ਐਜ਼ ਇਫ ਉਹਦੇ ਨਾਲ ਕੁਝ ਚੇਂਜ ਹੋਏਗਾ। ਸ਼ਾਲਿਨੀ ਜੀ ਫੰਡਾਮੈਂਟਲ ਚੇਂਜ ਦੀ ਜ਼ਰੂਰਤ ਹੈ ਸ਼ਾਲਿਨੀ ਸਾਨੂੰ। ਜੀ ਇਹ ਦੱਸੋ ਤੁਸੀਂ ਕਿਉਂਕਿ ਰਾਜਨੀਤੀ ਦੇ ਵਿੱਚ ਸਕ੍ਰਿਆ ਹੋ, ਇੱਕ ਆਮ ਵਿਅਕਤੀ ਨਾਲ ਇੱਕ ਇਕੁਏਸ਼ਨ ਇਹ ਬਣ ਸਕਦੀ ਹੈ ਕਿ ਭਾਈ ਆਮ ਆਦਮੀ ਨੂੰ ਇਹਦੇ 'ਚ ਕੁਝ ਕਰਨ ਦੀ ਕੀ ਲੋੜ ਹੈ। ਤੁਸੀਂ ਤੇ ਆਮ ਆਦਮੀ ਪਾਰਟੀ ਵਾਲੀ ਮੂਵਮੈਂਟ ਦੇ ਵਿੱਚੋਂ ਉੱਠੇ ਹੋ ਤੇ ਆਮ ਆਦਮੀ ਨੂੰ ਰਿਪਰੈਜ਼ੈਂਟ ਕਰਦੇ ਹੋ ਕਿ ਆਮ ਆਦਮੀ ਇਹਦੇ 'ਚ ਕੀ ਕਰੇ। ਇਹ ਤਾਂ ਲੀਗੇਸੀ ਇਸ਼ੂਜ਼ ਨੇ, ਉੱਥੇ ਅਮੀਰ ਦੇਸ਼ ਕਰਦੇ ਆਏ ਨੇ, ਸਾਡੇ ਦੇਸ਼ ਦੇ ਵਿੱਚ ਅਮੀਰ ਨੇ ਜਿਹੜੇ ਜਿਨ੍ਹਾਂ ਕੋਲ ਰਿਸੋਰਸਿਸ ਨੇ ਉਹ ਜ਼ਿਆਦਾ ਪੋਲੂਸ਼ਨ ਕੰਟਰੋਲ ਕਰਦੇ ਨੇ ਪੋਲੂਸ਼ਨ ਕਰਦੇ ਨੇ, ਉਹਨਾਂ ਦੇ ਉੱਤੇ ਕੁੰਡਾ ਰੱਖਿਆ ਜਾਵੇ, ਉਹਨਾਂ ਨੂੰ ਜ਼ਿਆਦਾ ਟੈਕਸ ਲਾਏ ਜਾਣ ਤੇ ਆਮ ਬੰਦੇ ਨੇ ਕੁਝ ਨਹੀਂ ਕਰਨਾ। ਪਰ ਜੇ ਤਬਾਹੀ ਦੇ ਵਿੱਚ ਸਾਰੇ ਤਬਾਹ ਹੋ ਰਹੇ ਨੇ ਇਰਰਿਸਪੈਕਟਿਵ ਕਿ ਕਿਸ ਨੇ ਵੀ ਤਮਾਸ਼ਾ ਕੀਤਾ, ਤਾਂ ਕਿ ਆਮ ਸਾਰੀ ਪਾਪੂਲੇਸ਼ਨ ਨੂੰ, ਆਮ ਜਨਤਾ ਨੂੰ, ਕਰੋੜਾਂ ਲੋਕਾਂ ਨੂੰ ਉਸ ਤਰੀਕੇ ਨਾਲ ਮਾਰਸ਼ਲ ਕੀਤਾ ਜਾ ਰਿਹਾ, ਉਹਨਾਂ ਨੂੰ ਮੋਬਿਲਾਈਜ਼ ਕੀਤਾ ਜਾ ਰਿਹਾ, ਰਾਜਨੀਤੀ ਇਹਦੇ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਨ ਇਜ਼ ਦੈਟ। ਟੂ, ਇਵਨ ਦੱਸੋ ਇਹ ਗ੍ਰੇਟਾ ਥਨਬਰਗ ਨਾਮ ਹੈ ਉਸ ਲੜਕੀ ਦਾ, ਉਸ ਵੇਲੇ 15 ਸਾਲਾਂ ਦੀ ਸੀ ਜਿਸ ਵੇਲੇ ਉਹਨੇ ਪਹਿਲੀ ਵਾਰੀ ਕਲਾਸ ਵਿੱਚ ਉਹਨੇ ਜਾਣ ਤੋਂ ਮਨਾ ਕਰ ਦਿੱਤੀ। ਤਾਂ ਕਿਆ ਕਮਾਲ ਦਾ ਇੱਕ ਇਨਕਲਾਬੀ ਕਦਮ ਹੈ ਕਿ ਇੱਕ ਦਿਨ ਇੱਕ ਬੱਚਾ ਕਹਿੰਦਾ ਮੈਂ ਕਲਾਸ 'ਚ ਨਹੀਂ ਜਾਣਾ, ਮੈਂ ਬਾਹਰ ਬੈਠਾ, ਦੁਨੀਆ ਤਬਾਹ ਹੋ ਰਹੀ ਹੈ, ਮੈਂ ਸਾਇੰਸ ਪੜ੍ਹ ਲਈ ਹੈ, ਇਹ ਦੁਨੀਆ ਭਰ ਦੇ ਚੰਗੇ ਵਿਗਿਆਨੀ ਕਹਿ ਰਹੇ ਨੇ ਤੇ ਮੇਰੇ, ਔਰ ਸਵੀਡਨ ਦੀ ਲੜਕੀ ਹੈ ਤਾਂ ਜਿਹਨੂੰ ਅਸੀਂ ਬੜਾ ਅੱਛਾ ਦੇਸ਼ ਮੰਨਦੇ ਹਾਂ, ਉਹ ਕਹਿੰਦੀ ਹੈ ਮੇਰਾ ਸਵੀਡਨ 4.2 ਪਲੈਨਟਸ ਦੇ ਬਰਾਬਰ, 4 ਧਰਤੀਆਂ ਦੇ ਬਰਾਬਰ ਰਿਸੋਰਸਿਸ ਯੂਜ਼ ਕਰ ਲੈਂਦਾ ਹਰ ਸਾਲ, ਜਿਹਦਾ ਮਤਲਬ ਹੈ ਹਰ ਸਾਲ ਉਹ 3 ਹੋਰ ਸਾਲਾਂ ਦੇ ਵਿੱਚ ਜਿਹੜਾ ਯੂਜ਼ ਕਰਨੇ ਸੀ ਉਹਨੂੰ ਯੂਜ਼ ਕਰ ਰਿਹਾ ਤੇ ਇਹ ਇਮੀਡੀਏਟਲੀ ਸਾਨੂੰ ਰੋਕਣਾ ਪਵੇਗਾ। ਅਮਰੀਕਾ ਤੇ ਪਤਾ ਨਹੀਂ ਕਿੰਨਾ ਯੂਜ਼ ਕਰਦਾ ਤੇ ਉਹ ਮੂਵਮੈਂਟ ਖੜੀ ਕਰ ਦਿੰਦੀ ਹੈ। ਸਾਡੇ ਬੱਚੇ ਜਿਹੜੇ ਜਦੋਂ ਵੱਡੇ ਹੋਣਗੇ ਤਾਂ ਇੰਨਾ ਅਸੀਂ ਤਬਾਹ ਕਰ ਚੁੱਕੇ ਹੋਵਾਂਗੇ ਕਿ ਉਹ ਕੁਝ ਨਹੀਂ ਕਰ ਸਕਦੇ, ਚਾਹੇ ਪੁੱਠੇ ਲਟਕ ਜਾਣ, ਇਹ ਧਰਤੀ ਦੁਬਾਰਾ ਠੀਕ ਨਹੀਂ ਹੋਵੇਗੀ। ਤੇ ਸਾਡੇ ਕੋਲ ਇੱਕ ਬਸ ਬਦਕਿਸਮਤੀ ਇਹ ਹੈ ਵੀ ਇਹਦੇ ਨਾਲ ਦੀ ਇੱਕ ਹੋਰ ਧਰਤੀ ਨਹੀਂ ਹੈਗੀ ਸਪੇਅਰ। ਇੱਕ ਹੋਰ ਧਰਤੀ ਹੁੰਦੀ ਤਾਂ ਅਸੀਂ ਉਧਰ ਚਲੇ ਜਾਂਦੇ। ਤੇ ਹੁਣ ਲੋਕ ਕਿਉਂ ਬੈਠੇ ਨੇ ਕਿ ਸਾਰੇ ਚੰਦਰਯਾਨ ਤੇ ਚੜ੍ਹ ਕੇ ਉੱਤੇ ਚਲੇ ਜਾਣਗੇ ਕਿ ਤੇ ਥੱਲੇ ਲੜਾਈ ਕਿਉਂ ਨਹੀਂ ਹੋ ਰਹੀ ਤੇ ਤੁਸੀਂ ਕਿਉਂ ਸਕਸੈਸਫੁਲ ਨਹੀਂ ਹੋ ਰਹੇ। ਇਹ ਮੁੱਦਾ ਪੋਲੀਟੀਕਲ ਮੁੱਦਾ ਕਿਉਂ ਨਹੀਂ ਹੈ? ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਅਨਫੋਰਚੂਨੇਟਲੀ ਕਲਾਈਮੇਟ ਚੇਂਜ ਨੂੰ ਬਿਲਕੁਲ ਹੀ ਸੋਸ਼ਲ ਇਸ਼ੂ ਕਰਕੇ ਪੇਸ਼ ਕੀਤਾ ਜਾਂਦਾ ਹੈ। ਸਮਾਜਿਕ ਮੁੱਦਾ, ਹਾਂ। ਸਾਰੇ ਸਮਾਜ ਦਾ ਮੁੱਦਾ ਜੀ, ਸਭ ਨੂੰ ਧਿਆਨ ਕਰਨਾ ਬਿਲਕੁਲ, ਚਾਹੀਦਾ। ਬਿਲਕੁਲ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਹੈ। ਇੱਕ ਸਾਰੇ ਬੂਟਾ ਹੋਰ ਲਾ ਆਪਣੇ ਲਓ। ਆਪਣੇ ਘਰੇ ਜਿਹੜੇ ਆ ਪਾਣੀ ਘੱਟ ਪੀ ਲਓ, ਠੀਕ ਹੈ, ਜਾਂ ਤੁਸੀਂ ਆਪਣਾ ਜਿਹੜਾ ਆਰਓ ਸਿਸਟਮ ਨਾ ਲਾਓ, ਇਹੋ ਜੀਆਂ ਚੀਜ਼ਾਂ ਪਾ ਕੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ। ਦਰਅਸਲ ਇਹ ਇਸ਼ੂ ਜਿਹੜਾ ਹੈ ਇੱਕ ਬਹੁਤ ਵੱਡਾ ਪੋਲੀਟੀਕਲ ਇਸ਼ੂ ਹੈ। ਕਿਵੇਂ ਪੋਲੀਟੀਕਲ ਇਸ਼ੂ ਹੈ? ਜੋ ਵੀ ਤੁਸੀਂ ਅੱਜ ਦੇਖ ਰਹੇ ਹੋ ਕਲਾਈਮੇਟ ਚੇਂਜ ਦੀ ਪ੍ਰੋਬਲਮ ਹੋ ਰਹੀ ਹੈ, ਉਹ ਕਿਸ ਲਈ ਹੋ ਰਹੀ ਹੈ? ਕਿਉਂਕਿ ਅਸੀਂ ਆਪਣੇ ਨੈਚੁਰਲ ਰਿਸੋਰਸਸ ਨੂੰ ਬਹੁਤ ਹੀ ਬੁਰੀ ਤਰ੍ਹਾਂ ਅਬਿਊਜ਼ ਕੀਤਾ ਹੈ। ਤੁਸੀਂ ਇਹਦਾ ਹਵਾ ਤਾਂ ਫ੍ਰੀ ਚ ਸਭ ਦੀ ਹੈ, ਯੂਜ਼ ਕਰ ਲਓ, ਜ਼ਮੀਨ ਵੀ ਹੈ, ਯੂਜ਼ ਕਰ ਲਓ। ਨਾਲੇ ਪਰ ਉਸ ਹਵਾ ਨੂੰ ਸਾਫ਼ ਰੱਖਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਕਿੰਨਾ ਦੀ ਹੈ? ਉਹ ਸਾਡੇ ਹੁਣ ਵਨ ਨੇ, ਸਾਡੇ ਜੰਗਲ ਨੇ, ਉਹਨਾਂ ਨੂੰ ਕਿੰਨੇ ਕੱਟਿਆ, ਕਿੰਨੇ ਵੱਡਿਆ, ਕਿੰਨਾ ਨੇ ਸਾਡਾ ਫੋਰੈਸਟ। ਲੋਕਾਂ ਨੂੰ ਇਹ ਲੱਗਦਾ ਕਿ ਮੈਂ ਤਾਂ ਜੀ ਕਾਰ ਨਵੀਂ ਲਈ ਆ ਆਪਣੇ ਦਸਾਂ ਨੌਂ ਦੀ ਕਿਰਤ ਨਾਲ, ਮੈਂ ਤਾਂ ਜੰਗਲ ਵੱਢਣ ਗਿਆ ਨਹੀਂ, ਮੈਂ ਤੇ ਗਿਆ ਨਹੀਂ। ਹੁਣ ਜਿਵੇਂ ਇੱਥੋਂ ਤੁਸੀਂ ਦੇਖ ਲਓ, ਇਹ ਜਿਹੜਾ ਸ਼ਿਮਲਾ ਹਾਈਵੇ ਇਹਨਾਂ ਨੇ ਬਣਾਇਆ ਹੈ, ਤੁਸੀਂ ਇਹ ਦੇਖੋ ਕਿੰਨੇ ਇਹਨਾਂ ਨੇ ਪੂਰੇ ਪਹਾੜ ਨੰਗੇ ਕਰਤੇ। ਮੇਰੀ ਤਾਂ ਉੱਥੋਂ ਕਾਰ ਬੜੀ ਤੇਜ਼ ਭੱਜਦੀ ਹੈ, ਚੰਗਾ ਕਿੱਡਾ ਲੱਗਦਾ। ਠੀਕ ਹੈ, ਤੁਹਾਡੀ ਉਹ ਡਿਵੈਲਪਮੈਂਟ ਹੈ, ਤੇ ਉਹਦੇ ਥੱਲੇ ਲੋਕਾਂ ਦੀਆਂ ਜ਼ਿੰਦਗੀਆਂ ਉਹਦੇ ਥੱਲੇ ਦਰੜੀਆਂ ਜਾ ਰਹੀਆਂ ਨੇ। ਬਿਲਕੁਲ ਜਿਵੇਂ ਤੁਸੀਂ ਹਰ ਗਰਮੀਆਂ 'ਚ ਤੁਸੀਂ ਸੁਣ ਲੈਂਦੇ ਹੋ ਕਿ ਵੀ ਜਿਹੜੇ ਸਾਡੇ ਵਨ ਨੇ ਉਹਨਾਂ ਦੇ ਅੰਦਰ ਜੰਗਲਾਂ 'ਚ ਅੱਗ ਲੱਗ ਜਾਂਦੀ ਹੈ। ਕਦੇ ਕਿਸੇ ਨੇ ਸੋਚਿਆ ਕਿ ਕਿਉਂ ਲੱਗਦੀ ਹੈ? ਪਰ ਇਹ ਪੋਲੀਟੀਕਲ ਪ੍ਰੈਸ਼ਰ ਕਿਉਂ ਨਹੀਂ ਬਣ ਰਿਹਾ? ਇੱਕ ਸਸਟੇਨਡ ਪੋਲੀਟੀਕਲ ਪ੍ਰੈਸ਼ਰ ਲਗਾਤਾਰ ਕਿਉਂ ਨਹੀਂ ਬਣਾ ਪਾ ਰਹੇ? ਕਿਉਂਕਿ ਲੋਕਾਂ ਨੂੰ ਭੜਕਾਉਣ ਲਈ ਇਹਨਾਂ ਕੋਲ ਬਹੁਤ ਕੁਝ ਹੈਗਾ। ਕਿਉਂਕਿ ਬਾਕੀ ਦੇਸ਼ਾਂ ਵਿੱਚ ਇਹ ਹੋ ਰਿਹਾ, ਬਾਕੀ ਦੇਸ਼ਾਂ 'ਚ ਪੋਲੀਟੀਕਲ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ। ਅਸੀਂ ਫਾਡੀ ਕਿਉਂ ਆ? ਨਹੀਂ, 5000 ਸਾਲ ਦੀ ਸਭਿਅਤਾ ਵਾਲੇ ਦੇਸ਼ ਆ, ਅਸੀਂ ਕੁਦਰਤ ਨਾਲ ਜੁੜੇ ਹੋਏ ਆ। ਇਹ ਸਾਡੀ ਬਹੁਤ ਵੱਡੀ, ਸਾਡੇ ਦੇਵੀ ਦੇਵਤੇ ਹੀ ਚੰਦਾ ਮਾਮਾ ਤਾਰੇ ਹਵਾ ਪਾਉਣ ਹੈ। ਬਿਲਕੁਲ ਤੁਸੀਂ ਇਹੀ ਕਹਿੰਦੇ ਬਿਲਕੁਲ ਠੀਕ ਕਹਿੰਦੇ ਪਏ ਹੋ। ਇਹੀ ਸਾਡੇ ਦੇਸ਼ ਦੀ ਵਿਡੰਬਨਾ ਹੈ ਕਿ ਜਿੱਥੇ ਅਸੀਂ
ਮਤਲਬ ਪੇੜਾਂ ਨੂੰ ਪੂਜਨੇ ਆ, ਉੱਥੇ ਅਸੀਂ ਜਦ ਇਹਨਾਂ ਨੂੰ ਵੱਢ ਕੇ ਵਿਕਾਸ ਦੀ ਗੱਲ ਕਰਨੇ ਆ ਤੇ ਅਸੀਂ ਵੈਸਟਰਨ ਵਰਲਡ ਵੱਲ ਜਾਂਦੇ ਆ। ਸਾਫ ਸਫਾਈ ਤੇ ਵਾਤਾਵਰਣ ਤੋਂ ਅੱਗੇ ਜਾਣ ਦੀ ਲੋੜ ਆ। ਇਸ ਦੇਸ਼ 'ਚ ਜੋ ਫੋਰਮੋਸਟ এনवायरमेंटलिस्ट ਨੇ, ਜਿਹੜੇ ਲੜਨ ਵਾਲੇ ਲੋਕੀ ਨੇ, ਇਸ ਦੇਸ਼ ਇਹੀ ਦੇਸ਼ ਹੈ ਜਿੱਥੇ ਉਹਨਾਂ ਨੂੰ ਅਰਬਨ ਨਕਸਲ, ਐਂਟੀ ਨੈਸ਼ਨਲ, ਐਂਟੀ ਇੰਡੀਆ ਕਹਿ ਕੇ ਲੇਬਲ ਕਰ ਦਿੱਤਾ ਜਾਂਦਾ ਹੈ। ਜੇਲਾਂ ਜਿਹੜੇ ਕਹਿੰਦੇ ਨੇ ਵੀ ਸਾਰੀ ਧਰਤੀ ਖਤਮ ਹੋ ਜਾਏਗੀ। ਐਬਸੋਲੂਟਲੀ ਇਹੀ ਲੋਕੀ ਨੇ। ਤੁਸੀਂ ਅੱਜ ਦੇ ਦਿਨ ਦੇਖੋ, ਤੁਸੀਂ ਡਿਵੈਲਪਮੈਂਟ ਦੇ ਅਗੇਂਸਟ ਹੈਗੇ, ਅਰਬਨ ਨਕਸਲ ਕਹਿ ਦੋ, ਕੁਝ ਵੀ ਲੇਬਲ ਲਾ ਦੋ, ਬਸ ਉਹਨਾਂ ਨੂੰ ਕ੍ਰਿਟਿਸਿਜ਼ਮ, ਕਿਉਂਕਿ ਕਹਿੰਦੇ ਨੇ ਜੰਗਲ ਨਾ ਕੱਟੋ, ਇੱਥੇ ਫੈਕਟਰੀ ਨਾ ਲਾਓ। ਜੇ ਗ੍ਰੇਟਾ ਥਨਬਰਗ ਇੰਡੀਆ 'ਚ ਹੁੰਦੀ, ਉਹਨੂੰ ਜਾਂ ਪਾਗਲ ਕਰਾ ਦਿੱਤਾ ਜਾਂਦਾ ਜਾਂ ਉਹਨੂੰ UAPA ਵਗੈਰਾ ਲਾ ਕੇ ਜੇਲ੍ਹ 'ਚ ਤੱਕ ਦਿੱਤਾ ਜਾਂਦਾ। ਇਹ ਸਿਚੁਏਸ਼ਨ ਹੈ ਇੰਡੀਆ 'ਚ। ਕਿਉਂਕਿ ਮੈਂ ਤਾਂ ਸੋਚਿਆ ਸੀ ਅਗਲੇ ਸੈਗਮੈਂਟ ਪੁੱਛਾਂਗਾ ਵੀ ਇਹਨੂੰ ਆਪਾਂ ਦੇਸ਼ ਬੁਲਾ ਸਕਦੇ ਆ ਕਿ ਨਹੀਂ ਬੁਲਾ ਸਕਦੇ। ਮੈਨੂੰ ਲੱਗਦਾ ਉਹਦੇ ਤੱਕ ਖਬਰਾਂ ਪਹੁੰਚ ਰਹੀਆਂ ਹੋਣਗੀਆਂ ਕਿ ਮੈਂ ਹਿੰਦੁਸਤਾਨ 'ਚ ਜਾ ਕੇ ਕੀ ਹੋਵਾਂਗੀ, ਅਰਬਨ ਨਕਸਲ ਹੋਵਾਂਗੀ, ਕੁਝ ਵੀ ਹੋ ਸਕਦਾ ਹੈ। ਜਦ ਛੱਤੀਸਗੜ੍ਹ 'ਚ ਲੜਨ ਵਾਲੇ ਲੋਕ ਬਾਕੀ ਲੋਕਾਂ ਨੂੰ ਪਾ ਸਕਦੇ ਆ। ਟਾਈਮ ਟੂ ਟਾਕ ਅਬਾਊਟ ਆਰ ਪੋਲਿਟਿਕਸ। ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਮੈਂ ਕਮਲਜੀਤ ਜੀ ਨੂੰ ਲੈ ਨਹੀਂ ਸਕਿਆ ਇਸ ਸੈਗਮੈਂਟ ਦੇ ਵਿੱਚ। ਨੈਕਸਟ ਸੈਗਮੈਂਟ 'ਚ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਇਹਦੀ ਰਾਜਨੀਤੀ ਕੀ ਹੈ, ਵਾਤਾਵਰਣ ਬਚਾਉਣ ਦੀ, ਧਰਤੀ ਬਚਾਉਣ ਦੀ। ਮਤਲਬ ਧਰਤੀ ਬਚਾਉਣ ਦੀ ਵੈਸੇ ਕਮਲਜੀਤ ਜੀ ਕੀ ਰਾਜਨੀਤੀ ਹੁੰਦੀ ਹੈ? ਕੋਈ ਇਹਦੇ ਤੇ ਕੋਈ ਬਹਿਸ ਹੈਗੀ ਹੈ ਕਿ ਧਰਤੀ ਬਚਾਉਣੀ ਚਾਹੀਦੀ ਹੈ ਜਾਂ ਨਹੀਂ? ਮੈਂ ਤੁਹਾਡੇ ਤੋਂ ਇਹ ਕੁਐਸਚਨ ਪੁੱਛ ਹੀ ਲੈਣਾ। ਇਹ ਬੜਾ ਮੂਰਖਾਨਾ ਲੱਗੇਗਾ। ਇਸ ਤੋਂ ਮੂਰਖ ਕੀ ਸਵਾਲ ਹੋ ਸਕਦਾ ਹੈ? ਪਰ ਇਸ ਤੋਂ ਬਿਨਾ ਹੋਰ ਸਵਾਲ ਬਚਿਆ ਕਿਹੜਾ ਕਿ ਬਚਾਣੀ ਹੈ ਕਿ ਨਹੀਂ ਬਚਾਣੀ? ਭਾਈ ਜਿਉ ਜਿਹਾ ਵੀ ਐਂਕਰ ਹੈ, ਤੁਹਾਡਾ ਇਹ ਸਵਾਲ ਪੁੱਛਾਂਗਾ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਵੀ ਧਰਤੀ ਬਚਾਣੀ ਚਾਹੀਦੀ ਹੈ ਕਿ ਨਹੀਂ ਬਚਾਣੀ ਚਾਹੀਦੀ, ਕੌਣ ਬਚਾਉਣ ਦੇ ਵਿੱਚ ਹੈ, ਕੌਣ ਆਪਣੇ ਘਰਾਂ 'ਚ ਬੈਠਾ ਹੈ, ਸਾਡੇ ਤੇ ਤੁਹਾਡੇ 'ਚ ਕੌਣ ਦੋਸ਼ੀ ਹੈ। ਤੇ ਹਾਂ, ਇਹ ਗੁੱਡੀ ਦੀ ਫੋਟੋ ਦੇਖ ਲਓ, 16 ਸਾਲਾਂ ਦੀ ਹੈ। ਨਾਮ ਵੈਸੇ ਮੁਸੀਬਤ ਨਹੀਂ, ਨਾਮ ਗ੍ਰੇਟਾ ਥਨਬਰਗ ਹੈ ਮੁਸੀਬਤ ਹੀ ਹੈ। ਤੇ ਜਿਹੜੀ ਮੁਸੀਬਤ ਇਹ ਕ੍ਰੀਏਟ ਕਰ ਰਹੀ ਹੈ ਉਹਦੇ ਬਾਰੇ ਇਹ ਲਿਖਦੀ ਹੈ। ਇਹਦੀਆਂ ਸਪੀਚਸ 'ਚੋਂ ਮੈਂ ਪੜ੍ਹ ਰਿਹਾ। ਉਹਦਾ ਕਹਿਣਾ ਹੈ ਕਿ ਜੇ ਸਭ ਨੂੰ ਪਤਾ ਹੋਵੇ ਕਿ ਹਾਲਾਤ ਕਿੰਨੇ ਗੰਭੀਰ ਨੇ ਤੇ ਇਹਦੇ ਲਈ ਕਿਵੇਂ ਕੁਝ ਵੀ ਨਹੀਂ ਕੀਤਾ ਜਾ ਰਿਹਾ, ਤਾਂ ਸਾਰੇ ਲੋਕ ਪੂਰੀ ਦੁਨੀਆ 'ਚ ਸੜਕਾਂ ਤੇ ਮੇਰੇ ਨਾਲ ਆ ਜਾਣਗੇ। ਮੁਸ਼ਕਲ ਸਿਰਫ ਇਹੀ ਹੈ ਕਿ ਦੁਨੀਆ ਭਰ ਦੇ ਵਿਗਿਆਨੀ ਉਹਦੇ ਨਾਲ ਸਹਿਮਤ ਨੇ ਕਿ ਸੱਚਮੁੱਚ ਹਾਲਾਤ ਇੰਨੇ ਗੰਭੀਰ ਨੇ। ਉਸ ਦਾ ਕਹਿਣਾ ਹੈ ਕਿ ਸਾਡੀਆਂ ਜ਼ਿੰਦਗੀਆਂ ਤੁਹਾਡੇ ਹੱਥਾਂ ਵਿੱਚ ਨੇ, ਕਿਉਂਕਿ ਅਸੀਂ ਅਜੇ ਬੱਚੇ ਹਾਂ, ਅਸੀਂ ਅਜੇ ਸਕੂਲਾਂ ਵਿੱਚ ਪੜ੍ਹ ਰਹੇ ਹਾਂ। ਤੇ ਰਾਜਨੀਤੀ ਕਿਵੇਂ ਚਲਾਣੀ ਹੈ ਤੁਸੀਂ ਤੈਅ ਕਰ ਰਹੇ ਹੋ। ਵੋਟ ਤੁਸੀਂ ਪਾ ਰਹੇ ਹੋ। ਕਿਸ ਪੋਲੀਟੀਸ਼ੀਅਨ ਨੂੰ ਕਿਹੜੇ ਬੇਸਿਸ ਦੇ ਉੱਤੇ ਜਿਤਾਣਾ ਹੈ, ਉਹ ਕੀ ਵਾਅਦਾ ਕਰੇ ਤਾਂ ਜਿਤਾਣਾ ਹੈ, ਕੀ ਕਵੇ ਤਾਂ ਉਹਨੂੰ ਹਰਾ ਦੇਣਾ, ਇਹ ਫੈਸਲੇ ਤੁਸੀਂ ਲੈ ਰਹੇ ਹੋ। ਸੋ ਤੁਸੀਂ ਉਹਨਾਂ ਦਾ ਭਵਿੱਖ ਤੈਅ ਕਰ ਰਹੇ ਹੋ, ਉਸ ਦਾ ਕਹਿਣਾ ਹੈ। ਔਰ ਵਿਗਿਆਨੀ ਉਸ ਨੂੰ ਦੱਸ ਰਹੇ ਨੇ, ਔਰ ਇਹਦੇ ਬਾਰੇ ਕੋਈ ਦੋ ਰਾਵਾ ਨਹੀਂ ਨੇ ਘੱਟੋ ਘੱਟ। ਉਹਦਾ ਕਹਿਣਾ ਹੈ ਕਿ ਹਰ ਰੋਜ਼ ਇੱਕ ਦਿਨ 'ਚ ਧਰਤੀ ਤੋਂ 200 ਸਪੀਸੀਜ਼, 200 ਤਰ੍ਹਾਂ ਦੇ ਜੀਵ ਜੰਤੂ ਹਮੇਸ਼ਾ ਲਈ ਖਤਮ ਹੋ ਜਾਂਦੇ ਨੇ। ਜੇ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਘਰ ਨੂੰ ਅੱਗ ਲੱਗੀ ਹੋਈ ਹੈ ਤਾਂ ਤੁਸੀਂ ਕਿੰਨੀ ਕੁ ਦੇਰ ਘਰ ਬੈਠੋਗੇ ਤੇ ਕਿੰਨਾ ਕੁ ਵਿਚਾਰ ਚਰਚਾ ਕਰੋਗੇ ਕਿ ਫਾਇਰ ਬ੍ਰਿਗੇਡ ਨੂੰ ਫੋਨ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਆਪ ਉੱਠ ਕੇ ਕੁਝ ਉਦਮ ਕਰਨਾ ਚਾਹੀਦਾ ਕਿ ਨਹੀਂ, ਪਾਣੀ ਚੱਕ ਕੇ ਸੁੱਟਣਾ ਚਾਹੀਦਾ ਕਿ ਨਹੀਂ। ਤੇ ਅਸੀਂ ਨਹੀਂ ਕਰ ਰਹੇ। ਦੈਟਸ ਵਾਈ ਕਵਲਜੀਤ ਜੀ, ਧਰਤੀ ਸਾਡੇ ਕੋਲ ਇੱਕ ਹੈ, ਬਚਾਣੀ ਚਾਹੀਦੀ ਹੈ ਕਿ ਨਹੀਂ ਬਚਾਣੀ ਚਾਹੀਦੀ। ਤੇ ਇਹ ਸਵਾਲ ਮੈਨੂੰ ਮੂਰਖਾਂ ਵਾਲਾ ਨਹੀਂ ਜਾਪ ਰਿਹਾ। ਨਹੀਂ, ਬਿਲਕੁਲ ਇਹ ਮੂਰਖਾਂ ਵਾਲਾ ਸਵਾਲ ਨਹੀਂ ਹੈ। ਸਵਾਲ ਸਾਡੇ ਸਾਹਮਣੇ ਥੋੜਾ ਜਿਹਾ, ਮੈਂ ਇਸ ਨੂੰ ਕਹਾਂਗਾ ਵੀ ਸਾਨੂੰ ਸਵਾਲ ਨੂੰ ਇਹਦੇ ਪ੍ਰੈਕਟੀਕਲ ਇੰਪਲੀਕੇਸ਼ਨ ਦੇ ਵਿੱਚ ਲੈ ਜਾਣਾ ਚਾਹੀਦਾ ਹੈ। ਪ੍ਰੈਕਟੀਕਲੀ ਸਾਨੂੰ ਸਭ ਤੋਂ ਪਹਿਲਾਂ ਸਵਾਲ ਇਹ ਪੁੱਛਣ ਦੀ ਲੋੜ ਹੈ, ਧਰਤੀ ਨੂੰ ਕਿਸ ਤੋਂ ਬਚਾਉਣਾ ਹੈ। ਯੈਸ, ਇਸ ਨੂੰ ਪੂਰੀ ਹਿਊਮਨ ਕਾਈਂਡ ਤੋਂ ਖਤਰਾ ਨਹੀਂ ਹੈ। ਜਿਵੇਂ ਕਈ ਵਾਰ ਅਸੀਂ ਗੱਲ ਕਰਦੇ ਹਾਂ, ਆਮ ਮੁਹਾਵਰਾ ਸਾਡਾ ਵੀ ਅਸੀਂ ਧਰਤੀ ਨੂੰ ਪੋਲਿਊਟ ਕਰ ਦਿੱਤਾ, ਮਨੁੱਖਾਂ ਨੇ ਕਰਤਾ, ਮਨੁੱਖ ਨੇ ਕਰ ਦਿੱਤਾ। ਸੱਚਾਈ ਹੈ ਸਾਰੇ ਮਨੁੱਖਾਂ ਨੇ ਨਹੀਂ ਕੀਤਾ, ਜਾਂ ਮਨੁੱਖਤਾ ਨੇ ਨਹੀਂ ਕੀਤਾ। ਇਹ ਕੁਝ ਗੈਰ ਮਨੁੱਖੀ ਜੀਵ ਨੇ, ਕੁਝ ਗੈਰ ਮਨੁੱਖੀ ਮਨੁੱਖ ਨੇ, ਜਿਨ੍ਹਾਂ ਵਾਸਤੇ ਪ੍ਰਮੁੱਖ ਚੀਜ਼ ਉਹਨਾਂ ਦਾ ਮੁਨਾਫਾ ਹੈ। ਧਰਤੀ ਨੂੰ ਇਸ ਵੇਲੇ ਜੇ ਖਤਰਾ ਹੈ, ਪੂਰਾ এনवायरमेंट ਦਾ ਜਿਹੜਾ ਇਹ ਪੂਰਾ ਕਲਾਈਮੇਟ ਦੀ ਚੇਂਜ ਦਾ ਮਾਮਲਾ ਹੈ, ਇਹ ਕੁਝ ਲੋਕਾਂ ਦੀ ਮੁਨਾਫੇ ਦੀ ਹਫਸ ਹੈ ਜਿਸ ਨੇ ਇਸ ਪੂਰੇ ਹਿੱਸੇ ਨੂੰ, ਇਹ ਪੂਰੇ ਪਲੈਨਟ ਨੂੰ ਬਰਬਾਦ ਕਰਨ ਦੇ ਉੱਤੇ ਖੜਾ ਕਰ ਦਿੱਤਾ ਹੈ। ਜੇ ਅਸੀਂ ਇਸ ਨੂੰ ਬਹੁਤ ਪਿੱਛੋਂ ਫਿਲਾਸਫਿਕਲੀ ਦੇਖੀਏ, ਕੱਲਾ ਮਨੁੱਖ ਉਹ ਜੀਵ ਹੈ ਜਿਹਦੇ ਕੋਲ ਅਸੀਂ ਕਹਿ ਸਕਦੇ ਹਾਂ ਫ੍ਰੀ ਵਿਲ ਹੈ, ਆਜ਼ਾਦ ਇੱਛਾ ਹੈ। ਤੇ ਠੀਕ ਇਸੇ ਕਰਕੇ ਅਸੀਂ ਆਪਣੀ ਕਾਰਵਾਈਆਂ ਲਈ ਜ਼ਿੰਮੇਵਾਰ ਹੁੰਨੇ ਆ। ਸ਼ੇਰ ਜ਼ਿੰਮੇਵਾਰ ਨਹੀਂ ਹੁੰਦਾ ਹਿਰਨ ਨੂੰ ਮਾਰਨ ਦੇਣ ਵਾਸਤੇ, ਕਿਉਂਕਿ ਉਹਨੇ ਕਿਤੇ ਫ੍ਰਿਜ ਨਹੀਂ ਰੱਖਿਆ ਹੋਇਆ ਉਹਦਾ ਮੀਟ
ਸਟੋਰ ਕਰਨ ਜੀ, ਵਾਸਤੇ, ਜੀ। ਲੇਕਿਨ ਮਨੁੱਖਤਾ ਕੋਲ ਇਹ ਸਕੋਪ ਸੀ। ਬਿਲਕੁਲ ਅਸੀਂ ਫੈਸਲਾ ਲੈ ਹੁਣ ਸਕਦੇ ਹਾਂ ਕਿ ਉਹਨੇ- ਜੰਗਲ ਜੀ। ਬਚਾਣੇ ਆ ਕਿ ਫੈਕਟਰੀਆਂ ਲਾਣੀਆਂ ਨੇ, ਕੀ ਕਰਨਾ? ਹੀਰਿਆਂ ਦਾ ਵਪਾਰ ਕਰਨੇ ਆ, ਵੇਦਾਂਤਾਂ ਜੀ, ਨੂੰ ਆਣ ਦੇਣਾ ਨਹੀਂ ਆਣ ਦੇਣਾ, ਸਾਡੇ ਪੈਸਾ ਇੱਥੇ- ਹਸਪਤਾਲਾਂ ਤੇ ਲਾਣਾ ਕਿ ਹਾਂ। ਕਾਦੇ ਤੇ ਲਾਣਾ। ਹੁਣ ਮੇਰੀ ਜੀ। ਗੱਲ ਸੁਣਨ ਵਾਲਿਆਂ ਨੂੰ ਜੋ ਕਿ ਬਹੁਤ ਸਾਰੇ ਸਾਨੂੰ ਜਦੋਂ ਕਹਿੰਦੇ ਵੀ ਤੁਸੀਂ ਵਿਕਾਸ ਦੇ ਵਿਰੋਧੀ ਹੋ, ਬਹੁਤ ਸਾਰੇ ਲੋਕ ਸਾਡੇ ਤੇ ਸਵਾਲ ਉੱਠਣਗੇ ਕਿ ਤੁਸੀਂ ਇਹ ਗੱਲ ਕਰ ਰਹੇ ਹੋ, ਦਾ ਮਤਲਬ ਤੁਸੀਂ ਕਹਿ ਰਹੇ ਹੋ ਇੰਡਸਟਰੀਲਾਈਜੇਸ਼ਨ ਨਹੀਂ ਹੋਣੀ ਚਾਹੀਦੀ, ਅਰਬਨਾਈਜੇਸ਼ਨ ਨਹੀਂ ਹੋਣੀ ਚਾਹੀਦੀ। ਪਰ ਅਸੀਂ ਕਹਿਣਾ ਚਾਹ ਰਹੇ ਹਾਂ ਕਿ ਤੁਸੀਂ ਜੋ ਕਰ ਰਹੇ ਹੋ ਇਹ ਇੱਕੋ ਇੱਕ ਮਾਡਲ ਨਹੀਂ ਹੈ ਇੰਡਸਟਰੀ ਦਾ, ਇਹ ਇੱਕੋ ਇੱਕ ਮਾਡਲ ਨਹੀਂ ਹੈ ਅਰਬਨਾਈਜੇਸ਼ਨ ਦਾ। ਸਭ ਤੋਂ ਪਹਿਲੀ ਗੱਲ ਇੰਟੈਂਸ਼ਨ ਤੈਅ ਕਰੋ। ਇੰਡਸਟਰੀ ਕਿਉਂ? ਨੀਅਤ ਤੈਅ ਕਰੋ। ਇੰਡਸਟਰੀ ਜਿਹੜੀ ਹੈ ਉਹ ਸਾਡੀਆਂ ਲੋੜਾਂ ਦੀ ਪੂਰਤੀ ਲਈ ਹੈ ਕੇਵਲ, ਮੁਨਾਫੇ ਦੀ ਹਵਸ ਲਈ ਜਿਹੜੀ ਇੰਡਸਟਰੀ ਹੈਗੀ ਹੈ ਇਹ ਪੋਲਿਊਟ ਕਰ ਰਹੀ ਹੈ ਜੀ। ਇਨਵਾਇਰਨਮੈਂਟ ਨੂੰ। ਸਭ ਤੋਂ ਵੱਡਾ ਜਿਹੜਾ ਸ਼ੇਅਰ ਹੈ ਕਾਰਬਨ ਐਮਿਸ਼ਨ ਨੂੰ ਜੇ ਆਪਾਂ ਪੈਮਾਨਾ ਮੰਨ ਲਈਏ ਜੀ। ਤਾਂ ਕਾਰਬਨ ਐਮਿਸ਼ਨ ਸਭ ਤੋਂ ਵੱਡਾ ਸ਼ੇਅਰ ਸਾਡੇ ਕੋਲ ਇਸ ਵੇਲੇ એનર્ਜੀ ਸੈਕਟਰ ਦਾ ਹੈ ਜੀ। ਲਾਰਜੈਸਟ, ਸੈਕੰਡ ਫੋਲੋਡ ਬਾय ਵੈਰੀ ਫਾਰਲੀ ਫੋਲੋਡ ਬਾय ਐਗਰੀਕਲਚਰ, ਜਿਹੜਾ ਬਹੁਤ ਦੂਰ ਆ, ਬਹੁਤ ਦੂਰ ਹੈ। ਜਿਹਨੂੰ ਮਤਲਬ ਅਸੀਂ ਇਹ ਕਹਿੰਦੇ 20-22% ਹੈ emissions ਤੇ ਕਰਦੀ ਉਹ 60 ਤੋਂ 65% ਦੇ ਨੇੜੇ ਜੀ। ਤਾਂ ਇਹ એનર્ਜੀ ਸੈਕਟਰ ਦੇ ਸਭ ਤੋਂ ਵੱਡੇ ਕੰਜ਼ਿਊਮਰਸ ਕੌਣ ਨੇ? ਹੁਣੇ ਪਿੱਛੇ ਜੇ ਸਾਡੇ ਦੇਸ਼ ਦੇ ਵਿੱਚ ਗੱਲ ਚੱਲੀ ਕਿ ਆਟੋ ਇੰਡਸਟਰੀ ਜਿਹੜੀ ਹੈ ਇਹ ਫੇਲ ਕਰ ਰਹੀ ਹੈ ਔਰ ਉਹਦੇ ਨਾਲ ਪੂਰੀ ਇਕਨੋਮੀ ਜਿਹੜੀ ਹੈਗੀ ਹੈ ਉਹ ਡਿੱਗ ਪਏਗੀ। ਇਹ ਆਟੋ ਇੰਡਸਟਰੀ ਨੂੰ ਇਕਨੋਮੀ ਦਾ ਸੈਂਟਰ ਕਿਹਨੇ ਬਣਾਇਆ? ਐਸਾ ਕਿਉਂ ਹੋਇਆ ਕਿ ਸਾਰੀ ਦੀ ਸਾਰੀ ਇੰਡਸਟਰੀ ਜਾਂ ਇਕਨੋਮੀ ਇਹ ਆਟੋ ਇੰਡਸਟਰੀ ਤੋਂ ਹੀ ਫਿਊਲ ਹੋ ਰਹੀ ਸੀ, ਇਹ ਆਟੋ ਇੰਡਸਟਰੀ ਦੇ ਨਾਲ ਜ਼ੋਰ ਨਾਲ ਹੀ ਚੱਲ ਰਹੀ ਸੀ, ਉਹਦੇ ਡਿੱਗਣ ਨਾਲ ਸਾਰੀ ਮਤਲਬ ਹੋ ਜਾਏਗੀ ਇਹ ਸਾਰੀ ਜੇ ਇਕਨੋਮੀ ਜਿਹੜੀ ਹੈ ਸਾਡੀ, ਅਸੀਂ ਖੇਤੀ ਸੈਂਟਰਡ ਮੁਲਕਾਂ, ਖੇਤੀ ਸੈਂਟਰਡ ਪੰਜਾਬ ਹੈ ਸਾਡਾ, ਤੇ ਸਾਡਾ ਸਾਰੇ ਦਾ ਸਾਰਾ ਇੰਡਸਟਰੀਲਾਈਜੇਸ਼ਨ ਜਿਹੜਾ ਹੈਗਾ ਇਹ ਸਾਡੀਆਂ ਖੇਤੀ ਦੀਆਂ ਲੋੜਾਂ ਦੇ ਦੁਆਲੇ ਘੁੰਮਣਾ ਬੜਾ ਜ਼ਰੂਰੀ ਸੀ, ਜੋ ਕਿ ਨਹੀਂ ਕੀਤਾ ਗਿਆ ਤੇ ਹਲੇ ਵੀ ਨਹੀਂ ਕੀਤਾ ਜਾ ਰਿਹਾ, ਹਲੇ ਵੀ ਨਹੀਂ ਸੋਚਿਆ ਜਾ ਰਿਹਾ। ਉਲਟਾ ਤੁਸੀਂ ਇਹ ਨੋਟ ਕਰੋ ਕਿ ਸਾਡੀ ਕਲਾਈਮੇਟ ਚੇਂਜ ਬਾਰੇ ਜਿਹੜਾ ਸਾਡੇ ਇੱਥੇ ਦਾ ਬਿਆਨੀ ਹੈ, ਐਸਾ ਨਹੀਂ ਸਾਡੇ ਇੱਥੇ ਚਰਚਾ ਨਹੀਂ ਹੁੰਦੀ। ਥੋੜੇ ਦੇਰ ਪਹਿਲਾਂ ਜਦੋਂ ਦਿੱਲੀ ਦੇ ਵਿੱਚ ਸਮੌਗ ਨੇ ਘੇਰ ਲਿਆ ਉਦੋਂ ਬੜੀ ਚਰਚਾ ਸੀ, ਕਿਸਾਨਾਂ ਨੇ ਪਰਾਲੀ ਫੂਕਤੀ ਇਸ ਕਰਕੇ ਪੋਲੂਸ਼ਨ ਹੋ ਗਿਆ। ਐਦਾਂ ਲੱਗ ਰਿਹਾ ਸੀ ਸਾਰੀ ਕਲਾਈਮੇਟ ਚੇਂਜ ਦਾ ਜ਼ਿੰਮੇਵਾਰ ਜਿਹੜਾ ਹੈਗਾ ਉਹ ਸਾਡੇ ਪੰਜਾਬ ਦਾ ਕਿਸਾਨ ਹੈ। ਇਸ ਤਰ੍ਹਾਂ ਦਾ ਬਿਆਨੀਆਂ ਜਿਹੜਾ ਹੈਗਾ ਇਹ ਪੈਦਾ ਕੀਤਾ ਜਾਂਦਾ ਹੈ, ਜਦ ਕਿ ਸੱਚਾਈ ਬਿਲਕੁਲ ਠੀਕ ਉਸ ਤੋਂ ਉਲਟ ਹੈ। ਇਹਨੂੰ ਧੱਕਿਆ ਜਾਂਦਾ ਹੈ ਕਲਾਈਮੇਟ ਚੇਂਜ ਵੱਲ ਨੂੰ, ਔਰ ਇਹ ਕਿਸਾਨ ਜਿਹੜਾ ਹੈਗਾ ਇਹ ਖਰਾਬ ਨਹੀਂ ਕਰ ਰਿਹਾ ਵਾਤਾਵਰਣ। ਓਨਰਸ਼ਿਪ ਕੀ ਹੈਗੀ ਹੈ, ਕਾਰਾਂ ਦੀ ਓਨਰਸ਼ਿਪ ਕੀ ਹੈ, ਇਹਦੇ ਬਾਰੇ ਗੱਲ ਨਹੀਂ ਸਭ ਤੋਂ ਵੱਡਾ ਹੁਣੇ ਤੁਸੀਂ ਗੱਲ ਕਰਕੇ ਹਟੇ ਹੋ ਵੀ 25% ਤੱਕ ਇਨਕਮ ਜਿਹੜੀ ਹੈ ਘਟ ਜੂਗੀ। ਮੈਂ ਇੱਕ ਹੋਰ ਧਿਆਨ ਲਿਆ ਰਿਹਾ ਅੰਕੜਾ ਮੈਂ ਨੋਟ ਕਰ ਰਿਹਾ ਸੀ ਕਿਧਰੋਂ ਕਿ 1 ਡਿਗਰੀ ਜੇ ਕਲਾਈਮੇਟ ਟੈਂਪਰੇਚਰ ਵੱਧਦਾ ਹੈ 6 ਮਿਲੀਅਨ ਟਨ ਯਾਨੀ 60 ਲੱਖ ਟਨ ਕਣਕ ਦੇ ਭੰਡਾਰ ਦੇ ਵਿੱਚ ਘਾਟਾ, ਪੈਦਾਵਾਰ 'ਚ ਘਾਟਾ ਹੋਏਗਾ 1 ਡਿਗਰੀ ਸੈਂਟੀਗ੍ਰੇਡ ਦੇ ਵਾਧੇ ਨਾਲ। ਸੋ ਕਾਸਟ ਸਭ ਤੋਂ ਕਿਸਾਨ ਦੇਗਾ, ਸਭ ਤੋਂ ਪਹਿਲਾਂ ਉਹਦੀ ਕੀਮਤ ਕਿਸਾਨ ਦੇਗਾ ਤੇ ਫਿਰ ਜਿਹੜੀ ਪੈਦਾਵਾਰ ਵੀ ਦੇਗਾ ਜਿਹੜਾ ਉਹਨੂੰ ਅਫੋਰਡ ਨਹੀਂ ਕਰ ਪਾਏਗਾ ਲਾਜ਼ਮੀ। ਫਿਰ ਉਸ ਤੋਂ ਬਾਅਦ ਉਹਦੀ ਜਿਹੜੀ ਕਮੀ ਹੋਏਗੀ ਉਹਦੇ ਨਾਲ ਉਹਦੇ ਰੇਟਸ ਆਮ ਮਾਰਕੀਟ 'ਚ ਹਾਈ ਜਾਣਗੇ, ਉਹ ਕਾਮਨ ਮੈਨ ਫਿਰ ਪੇ ਕਰੇਗਾ ਉਸ ਦੇ ਵਾਸਤੇ। ਸੋ ਇਹ ਪੂਰਾ ਕਲਾਈਮੇਟ ਚੇਂਜ ਸਾਡੀ ਰੋਜ਼ ਦੀ ਜ਼ਿੰਦਗੀ ਦੇ ਨਾਲ ਕਿੰਨੀ ਨੇੜਿਓਂ ਜੁੜਿਆ ਹੋਇਆ ਇਹ ਸਾਨੂੰ ਮੈਨੂੰ ਲੱਗਦਾ ਦਿਖਾਣਾ ਪੈਣਾ। ਤੁਸੀਂ ਸਵਾਲ ਕਰ ਰਹੇ ਸੀ ਵੀ ਲੋਕਾਂ ਚਰਚਾ ਕਿਉਂ ਨਹੀਂ ਹੈ, ਸਵਾਲ ਇਹ ਹੈ ਵੀ ਚਰਚਾ ਹਮੇਸ਼ਾ ਕਿਸੇ ਨਾ ਕਿਸੇ ਚੀਜ਼ ਦੀ ਚਰਚਾ ਹਮੇਸ਼ਾ ਚੱਲਦੀ ਹੈ। ਚਰਚਾ ਕਿਉਂ? ਨੇਤਾ ਨੇ ਮੰਨ ਲਓ ਨੇਤਾ ਬਹੁਤ ਭੈੜਾ, ਨੇਤਾ ਨੇ ਲੁੱਟਣਾ ਹੈ ਨਾ ਦੇਸ਼ ਨੂੰ, ਬਿਲਕੁਲ ਉਹ ਭਾਈ ਦੇਸ਼ ਹੋਏਗਾ ਤਾਂ ਲੁੱਟੇਗਾ। ਹਾਂ ਲੇਕਿਨ ਇਹੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਜਿਉਂਦੇ ਜੀ ਸਾਨੂੰ ਲੁੱਟਣ ਲਈ ਇਹਨੂੰ ਬਚਾਈ ਰੱਖੋ। ਅਸਲ ਦੇ ਵਿੱਚ ਲੁੱਟਣ ਵਾਸਤੇ ਵੀ ਤੁਸੀਂ ਜ਼ੁਲਮ ਕਰਨਾ ਕਸ਼ਮੀਰ ਤੇ, ਅਰੇ ਭਾਈ ਕਸ਼ਮੀਰ ਹੋਗਾ ਤਾਂ ਜ਼ੁਲਮ ਕਰੋਗੇ, ਕਰ ਲਓ। ਕਸ਼ਮੀਰ ਵੀ ਕਲਾਈਮੇਟ ਚੇਂਜ ਇਸ਼ੂ ਹੈ ਜੀ। ਜੇ ਸਰ ਜੇ ਇੰਨਾ ਵਿਜ਼ਨ ਹੁੰਦਾ ਸੀਰੀਆ ਤੋਂ ਲੈ ਕੇ ਕਸ਼ਮੀਰ ਸਭ ਕਲਾਈਮੇਟ ਚੇਂਜ ਨੇ ਕਰਾਂਗੇ। ਸਿੱਧੀ ਜੀ ਗੱਲ ਇਹ ਹੈਗੀ ਹੈ ਸਿੰਘ ਸਾਹਿਬ ਕਿ ਜੇ ਇਹ ਵਿਜ਼ਨ ਹੁੰਦਾ ਤੇ ਅਸੀਂ ਇੱਥੇ ਬਹਿ ਕੇ ਇਹ ਗੱਲਾਂ ਕਰ ਰਹੇ ਹੁੰਦੇ। ਉਹਨੇ ਨਾ ਬੱਚਿਆਂ ਦੀ ਭੀੜ ਦਾ ਕੀ ਕਰਨਾ? ਨਹੀਂ ਇਹਨਾਂ ਬੱਚਿਆਂ ਦੀ ਇਹ ਜਿਹੜੇ ਬੱਚੇ ਨਿਕਲ ਆਏ ਨੇ, ਜਦੋਂ ਬੱਚਿਆਂ ਨੂੰ ਇਹ ਸਮਝ ਆ ਜਾਵੇਗਾ ਕਿ ਬਾਕੀ ਸਭ ਗੱਲਾਂ ਨੇ, ਇਹ ਹਿੰਦੂ ਮੁਸਲਿਮ ਸਭ ਗੱਲਾਂ ਨੇ, ਆਟੋ ਸੇਲਸ ਹੋ ਰਹੀਆਂ ਨੇ ਨਹੀਂ ਹੋ ਰਹੀਆਂ, ਕਾਰਾਂ ਮੈਨੂਫੈਕਚਰ ਘੱਟ ਹੋ ਰਹੀਆਂ ਨੇ ਥੱਲੇ ਆ ਰਹੀਆਂ ਨੇ, ਨਿਰਮਲਾ ਸੀਤਾਰਮਨ ਜੀ ਹਰ ਸ਼ੁੱਕਰਵਾਰ ਨੂੰ ਬੈਠ ਜਾਂਦੇ ਨੇ ਤੇ ਵੱਡੇ ਵੱਡੇ ਬਿਆਨ ਦੇ ਦਿੰਦੇ ਨੇ ਤੇ ਇੰਡਸਟਰੀ ਤਾਲੀਆਂ ਵਜਾ ਰਹੀ ਹੁੰਦੀ ਹੈ ਕਿ ਇਹ ਕਮਾਲ ਦੇ ਇਨਸੈਂਟਿਵ ਨੇ। ਹੁਣ ਗਰੋਥ ਰੇਟ ਵੱਧ ਜਾਏਗਾ। ਅਰਜੁਨ ਜੀ ਇਹ ਗਰੋਥ ਕਰਨਾ ਐਸਪੀਜੀ ਇੱਕ ਹੋਰ ਗੱਲ ਵਧਾਨ ਨਹੀਂ ਠੀਕ ਹੈ। ਇੱਕ ਹੋਰ ਕੰਮ ਜਿਹੜਾ ਤੁਸੀਂ ਉਹਨੂੰ ਆਪਾਂ ਮਿਸ ਨਾ ਕਰਦੀ ਉਸ ਸਵਾਲ ਨੂੰ, ਅਸੀਂ ਇਹਨਾਂ ਬੱਚਿਆਂ ਦੀ ਭੀੜਾਂ ਦਾ ਕੀ ਕਰਨਾ ਹੈ? ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਭੀੜਾਂ 'ਚ ਰਲਾਉਣਾ ਹੈ। ਸਵਾਲ ਇਹ ਹੈ ਸਾਡੇ ਬੱਚਿਆਂ ਨੇ ਭੀੜਾ ਬਣ ਕੇ ਆਣਾ ਹੈ, ਅੱਜ ਨਹੀਂ ਤਾਂ ਕੱਲ ਇਹਨਾਂ ਬੱਚਿਆਂ ਨੇ ਬਾਹਰ ਨਿਕਲਣਾ। ਸਾਨੂੰ ਰਲਾਉਣਾ ਪੈਣਾ, ਜਵਾਬ ਕੀ ਹੈ? ਸਾਨੂੰ ਵਲੰਟਰੀਲੀ ਰਲਾਉਣਾ ਪੈਣਾ, ਕਿਉਂਕਿ ਜਦ ਤੱਕ ਅਸੀਂ ਇਹ ਸਵਾਲ ਨਹੀਂ ਨਾ ਉਠਾਉਂਦੇ, ਅਸੀਂ ਇਸ ਰੂਪ ਦੇ ਵਿੱਚ ਨਹੀਂ ਉਠਾਉਂਦੇ ਕਿ ਬੱਚੇ ਨਿਕਲ ਕੇ ਇਸ ਨੂੰ ਮਾਮਲੇ ਨੂੰ ਟੇਕ ਓਵਰ ਕਰ ਲੈਣ। ਅਸੀਂ ਬੱਚਿਆਂ ਨੂੰ ਜਦ ਤੱਕ ਬੱਚੇ ਦੀ ਤਰ੍ਹਾਂ ਦੇਖਦੇ ਰਵਾਂਗੇ ਤੇ ਉਹਨਾਂ ਨੂੰ ਐਕਟਿਵਿਸਟ ਦੀ ਤਰ੍ਹਾਂ ਦੇਖਾਂਗੇ, ਉਦੋਂ ਤੱਕ ਚੀਜ਼ਾਂ ਚੇਂਜ ਨਹੀਂ ਹੋਣੀਆਂ। ਇਹ ਸਾਨੂੰ ਇਧਰ ਨੂੰ ਜਾਣਾ ਪੈਣਾ। ਅਰਜੁਨ ਜਿਹੜਾ ਇਹ ਫਰਾਈਡੇ ਨੂੰ ਜਿਹੜਾ ਅਸੀਂ ਦੇਖ, ਔਰ ਇਹ ਪਹਿਲਾਂ ਵੀ ਅਸੀਂ ਦੇਖ ਰਹੇ ਹਾਂ, ਤੁਹਾਨੂੰ ਯਾਦ ਹੈ ਬ੍ਰਿਟਿਸ਼ ਪਾਰਲੀਮੈਂਟ ਨੂੰ ਉਹਨਾਂ ਨੇ ਕਿਵੇਂ ਘੇਰ ਲਿਆ ਸੀ। ਯੂਰਪੀਅਨ ਪਾਰਲੀਮੈਂਟ ਦੀਆਂ ਸਾਰੀਆਂ ਚੋਣਾਂ ਦੇ ਵਿੱਚ ਕਲਾਈਮੇਟ ਬਹੁਤ ਵੱਡਾ ਇਸ਼ੂ ਸੀ। ਅਮਰੀਕਾ ਦੇ ਵਿੱਚ ਇਸ ਵੇਲੇ ਇੱਕ ਡਿਬੇਟ ਚੱਲ ਰਿਹਾ ਡੈਮੋਕ੍ਰੈਟਿਕ ਪਾਰਟੀ ਦੇ ਅੰਦਰ ਕਿ ਕੌਣ ਕੈਂਡੀਡੇਟ ਹੋਊਗਾ, ਔਰ ਸਾਰੇ ਜਿਹੜੇ 19 ਵੀ ਕੈਂਡੀਡੇਟ ਨੇ ਉਹਨਾਂ ਦੇ ਵਿੱਚ ਕਲਾਈਮੇਟ ਚੇਂਜ ਸਭ ਦੇ ਏਜੰਡੇ ਤੇ ਟੌਪ ਤੇ ਹੈ। ਗ੍ਰੀਨ ਨਿਊ ਡੀਲ ਦੀ ਗੱਲ ਹੋ ਰਹੀ ਹੈ। ਗ੍ਰੀਨ ਨਿਊ ਡੀਲ ਦੀ ਗੱਲ ਹੋ ਰਹੀ ਹੈ। ਦੋਨੋਂ ਸੈਨੇਟਰਸ ਜਿਹੜੇ ਆ ਉਹ ਲੈ ਕੇ ਆਇਆ ਜਿਸ ਕਿਸਮ ਦੀ ਗ੍ਰੀਨ ਨਿਊ ਡੀਲ, ਉਹਦੇ ਤੇ ਉਹ ਵਰਚੁਅਲੀ ਇੱਕ ਇਸ਼ੂ ਬਣ ਰਿਹਾ ਕਿ ਕੌਣ ਉਹਦੇ ਕਿਸ ਪਾਸੇ ਖੜਾ ਤੇ ਕੌਣ ਕਿੰਨੀ ਦੂਰ ਖੜਾ ਹੋਇਆ। ਕਿ ਇਹ ਜਿਹੜੀ ਅਸੀਂ ਮੁਹਾਵਰਾ ਯੂਜ਼ ਕਰਦੇ ਹਾਂ ਕਿ
ਇਹ ਤੀਸਰੀ ਸੰਸਾਰ ਜੰਗ ਲੜਨੀ ਪਏਗੀ। ਆਲਮੋਸਟ ਸਾਰੇ ਲੋਕ ਹੁਣ ਇਸ ਮੁਹਾਵਰੇ 'ਚ ਨੇ ਕਿ ਜਿਵੇਂ ਸੰਸਾਰ ਜੰਗ ਅਸੀਂ ਲੜੀ ਸੀ ਮਨੁੱਖਤਾ ਬਚਾਉਣ ਲਈ, ਇਹ ਹੁਣ ਸੰਸਾਰ ਜੰਗ ਦੇ ਲੈਵਲ ਤੇ। ਪਹਿਲੀ ਗੱਲ ਕਿ ਦਰਅਸਲ ਇੰਨੀ ਗੰਭੀਰਤਾ ਦੇ ਨਾਲ ਲੋਕ ਉਹਨੂੰ ਲੈਣਗੇ, ਹਿੰਦੁਸਤਾਨ ਦੇ ਵਿੱਚ ਇਹਦੇ ਲਈ ਕੀ ਕਰਨਾ ਚਾਹੀਦਾ ਹੈ ਤੇ ਪੋਲੀਟੀਸ਼ੀਅਨ ਨੂੰ ਕਿਵੇਂ ਪੁਸ਼ ਕੀਤਾ ਜਾ ਸਕਦਾ। ਸਾਡੇ ਕੋਲ ਤਾਂ ਚਾਰਾ ਨਹੀਂ ਹੈ ਨਾ ਉਹਨੂੰ ਨਾ ਪੁਸ਼ ਕਰਨ ਦਾ। ਜੋ ਨਹੀਂ ਵੀ ਹੋ ਰਿਹਾ ਉੱਥੇ ਪੋਲਿਟਿਕਸ ਨੇ ਪੁਸ਼ ਕੀਤਾ ਹੀ ਹੈ। ਸਵੀਡਨ ਕਿਹੜਾ ਆਪਣੀ ਮਰਜ਼ੀ ਨਾਲ ਚੇਂਜ ਹੋ ਰਿਹਾ ਸੀ, ਬ੍ਰਿਟੇਨ ਕਿਹੜਾ ਆਪਣੀ ਮਰਜ਼ੀ ਨਾਲ ਕਲਾਈਮੇਟ ਐਮਰਜੈਂਸੀ ਲਗਾ ਰਿਹਾ ਸੀ, ਕਰਵਾਤੀ ਨਾ ਬੱਚਿਆਂ ਨੇ। ਐਸਪੀਸੀ ਇੱਕ ਗੱਲ ਹੋ ਰਿਹਾ, ਜਦੋਂ ਵੀ ਕੋਈ ਸੁਸਾਇਟੀ 'ਚ ਇੱਕ ਤਰ੍ਹਾਂ ਦੀ ਰੈਜ਼ਿਸਟੈਂਸ ਆਉਂਦੀ ਹੈ ਕਿਸੇ ਚੀਜ਼ ਲਈ, ਇੱਕ ਰਿਜ਼ੋਲਵ ਬਣਦਾ ਹੈ ਕਿ ਅਸੀਂ ਕੁਝ ਕਰਨਾ ਹੈ, ਉਸ ਸਿਚੁਏਸ਼ਨ 'ਚ ਦੋ ਚੀਜ਼ਾਂ ਹੋ ਸਕਦੀਆਂ। ਜਾਂ ਤਾਂ ਉੱਥੇ ਦੀ ਸਰਕਾਰ ਪ੍ਰੋਟੈਸਟ ਵਗੈਰਾ ਅਲਾਉ ਕਰਦੀ ਹੈ ਜਾਂ ਲੋਕੀ ਪ੍ਰੋਟੈਸਟ ਕਰਦੇ ਨੇ ਪੀਸਫੁਲੀ ਵਗੈਰਾ। ਇੱਥੇ ਹੀ ਸਾਡੀ ਸਰਕਾਰਾਂ ਨਾ ਪ੍ਰੋਟੈਸਟ ਅਲਾਉ ਕਰਦੀਆਂ ਨੇ, ਨਾ ਸਾਡੇ ਟੀਵੀ ਚੈਨਲ ਵਗੈਰਾ ਇਸ ਤਰ੍ਹਾਂ ਦੇ ਵਿਊਜ਼ ਨੂੰ, ਮੈਜੋਰਿਟੀ ਆਫ ਟੀਵੀ ਚੈਨਲ ਇਸ ਤਰ੍ਹਾਂ ਦੇ ਵਿਊਜ਼ ਨੂੰ ਆਣ ਦਿੰਦੇ ਆ ਮੇਨ ਸਟ੍ਰੀਮ। 50 ਲੱਖ ਆਦਮੀ ਸੜਕ ਤੇ ਆ ਜਾਏਗਾ, ਫਿਰ ਕੀ ਹੋਏਗਾ? ਉਹਦੀ ਰਿਪੋਰਟ ਹੀ ਨਹੀਂ ਹੋਏਗੀ ਤੇ ਬਾਕੀ ਦੇ 1 ਕਰੋੜ ਆ ਜਾਏਗਾ। ਭਾਈ ਲੋਕ ਜੀਣਾ ਚਾਹੁੰਦੇ ਨੇ, ਮਿਨੀਮਮ ਰਿਕੁਆਇਰਮੈਂਟ। ਮੈਂ ਜ਼ਿੰਦਾ ਰਵਾਂ। ਐਸਪੀ ਜੀ ਪਿਛਲੇ 10 ਸਾਲਾਂ 'ਚ ਜਿੰਨੀ ਵੀ ਵੱਡੀ ਸਟ੍ਰਾਈਕਸ ਹੋਈ ਨਹੀਂ ਕਿਸੇ ਨਾ ਕਿਸੇ ਮਾਮਲੇ 'ਚ, ਜਿਹੜੀ ਕਿਸਾਨਾਂ ਦੀ ਜਿਹੜੀ ਸਟ੍ਰਾਈਕ ਸੀ ਸਭ ਤੋਂ ਵੱਡੀ, ਇੰਨੀ ਵੱਡੀ ਸਟ੍ਰਾਈਕ ਬੰਬੇ 'ਚ, ਦਿੱਲੀ 'ਚ, ਪੂਰੇ ਦੇਸ਼ ਨੂੰ ਵਿਆਪੀ ਸਟ੍ਰਾਈਕ ਸੀ, ਉਹਦਾ ਕਿਸੇ ਨਾ ਕਿਸੇ ਤਰ੍ਹਾਂ ਡਾਇਰੈਕਟ ਲਿੰਕ ਕਲਾਈਮੇਟ ਚੇਂਜ ਨਾਲ ਸੀ। ਉਹ ਸਿਰਫ ਫਾਰਮਰ ਇਨਕਮ ਦੀ ਗੱਲ ਨਹੀਂ ਸੀ, ਉਹ ਇੱਕ ਗੱਲ ਸੀ ਅਸੀਂ ਸਿਟੀਜ਼ਨਸ ਨੇ, ਅਸੀਂ ਉਹ ਲੋਕੀ ਨੇ ਜਿਸ ਸਾਡਾ ਕੁਦਰਤੀ ਸਾਧਨਾ ਤੇ ਸਾਡਾ ਅਧਿਕਾਰ ਹੈ। ਐਬਸੋਲੂਟਲੀ। ਤੇ ਅਸੀਂ ਉਹ ਲੋਕੀ ਨੇ ਤੁਹਾਡੀ ਪਲੇਟ 'ਚ ਖਾਣਾ ਲਾਉਂਦੇ ਨੇ, ਅਲਟੀਮੇਟਲੀ ਦੇ ਆਰ ਦ ਪ੍ਰੋਵਾਈਡਰਸ। ਤੇ ਇਹ ਹੀ ਲੋਕੀ ਨੇ ਉਹ ਕਲਾਈਮੇਟ ਚੇਂਜ ਨਾਲ ਡਾਇਰੈਕਟਲੀ ਮੇਰਾ ਵਾਤਾਵਰਣ ਦੇ ਨਾਲ ਮੇਰਾ ਸੰਬੰਧ ਤੇ ਦਿਨ 'ਚ 3 ਵਾਰੀ ਤੇ ਸਿੱਧਾ ਪੈਦਾ ਹੁੰਦਾ। ਜਿਹੜਾ 24 ਘੰਟੇ ਮੈਂ ਸਾਹ ਲੈਣਾ, ਇੱਕ ਤੇ ਉਹ ਸੰਬੰਧ ਤੇ ਮੇਰਾ ਪਰਮਾਨੈਂਟ ਹੈ, ਇੱਕ ਜਿਹੜਾ ਮੈਂ 3 ਵਾਰੀ ਦਿਨ 'ਚ ਖਾਣਾ ਖਾਣਾ, ਉਹ ਹਰ ਵਾਰੀ ਕਿਸਾਨ ਦੇ ਨਾਲ ਮੇਰੀ ਮੀਟਿੰਗ ਤਾਂ ਹੋ ਜਾਂਦੀ ਨਾ ਭਾਈ। ਭਾਵੇਂ ਮੈਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਵੀ ਭਾਈ ਜਿੰਨੇ ਪੈਦਾ ਕੀਤੀ ਹੈ ਕਣਕ, ਜਦੋਂ ਤੋਂ ਚਪਾਤੀ ਬਣੀ ਹੈ, ਇਹ ਹੁਣ ਮੇਰੇ ਰੋਟੀ ਖਾਣ ਤੱਕ ਜਿਉਂਦਾ ਹੈਗਾ ਕਿ ਨਹੀਂ ਹੈਗਾ, ਇਹ ਸ਼ਰਮ ਹਯਾ ਤੇ ਅਸੀਂ ਲਾਈ ਹੋਈ ਹੈ। ਪਰ ਜਿਹੜਾ ਇਹ ਵਾਤਾਵਰਣ ਨਾਲ ਸੰਬੰਧ ਹੋ ਰਿਹਾ, ਤੁਹਾਨੂੰ ਲੱਗਦਾ ਹੈ ਹੁਣ ਆਹਿਸਤਾ ਆਹਿਸਤਾ ਇਹ ਜਿਹੜੀ ਯੰਗਰ ਜਨਰੇਸ਼ਨ ਹੈ, ਜਿਹੜੇ ਪੜ੍ਹੇ ਲਿਖੇ ਬੱਚੇ ਨੇ, ਇਹਨਾਂ ਲਈ ਪੋਸਚਰਿੰਗ ਹੁਣ ਐਨਫ ਨਹੀਂ ਹੋਏਗੀ ਕਿ ਭਾਈ ਮੋਦੀ ਜੀ ਨੇ ਕਹਿ ਦਿੱਤਾ ਹੈ ਕਿ ਸਾਨੂੰ ਵਾਤਾਵਰਣ ਦੀ ਬਹੁਤ ਚਿੰਤਾ ਹੈ, ਰਾਹੁਲ ਗਾਂਧੀ ਵੀ ਟਵੀਟ ਕਰ ਰਿਹਾ ਹੈ ਕਿ ਵਾਤਾਵਰਣ ਦੀ ਬਹੁਤ ਚਿੰਤਾ ਹੈ, ਅਮਿਤਾਭ ਬੱਚਨ ਜੀ ਟਾਈਗਰ ਬਚਾ ਰਹੇ ਹਨ। ਇਹ ਜਿਹੜੀ ਪੋਸਚਰਿੰਗ ਹੈ, ਮਤਲਬ ਹੁੰਦਾ ਨਹੀਂ ਟਵੀਟ ਕਰੋ ਟਾਈਗਰ ਬਚਾਓ, ਟਾਈਗਰ ਵਿਚਾਰਾ ਜੰਗਲ 'ਚ ਬੈਠਾ ਹੁੰਦਾ ਵੀ ਟਵੀਟ ਬੜੇ ਆ ਰਹੇ ਨੇ, ਬੰਦਾ ਆ ਨਹੀਂ ਰਿਹਾ, ਸਾਹਮਣੇ ਗੋਲੀ ਆ ਰਹੀ ਹੈ, ਸ਼ਿਕਾਰ ਹੋ ਰਿਹਾ ਟਾਈਗਰ ਵਿਚਾਰੇ ਦਾ। ਤੇ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਪੋਸਚਰਿੰਗ ਹੁਣ ਐਨਫ ਨਹੀਂ ਹੋਏਗੀ? ਇਹ ਬੱਚੇ ਤਾਂ ਸਮਝ ਜਾਣਗੇ ਕਿ ਇਹ ਤਮਾਸ਼ਾ ਹੋ ਰਿਹਾ ਔਰ ਅਸੀਂ ਮਰ ਜਾਾਂਗੇ। ਦੇਖੋ ਮੇਰਾ ਖਿਆਲ ਹੈ ਕਿ ਦੋਵੇਂ ਚੀਜ਼ਾਂ ਚਾਹੀਦੀਆਂ, ਇੱਕ ਤੇ ਪ੍ਰੋਬਲਮ ਨੂੰ ਸਮਝਾਉਣਾ ਚਾਹੀਦਾ ਤੇ ਇੱਕ ਲੋਕਾਂ ਨੂੰ ਡਰਾਉਣਾ ਚਾਹੀਦਾ। ਲੋਕਾਂ ਨੂੰ ਡਰਾਉਣਾ ਚਾਹੀਦਾ ਕਿ ਕਿੰਨਾ ਭਿਆਨਕ ਡਿਜ਼ਾਸਟਰ। ਲੋਕਾਂ ਨੇ ਦੇਖਣੇ, ਸੱਚਾਈ ਪਤਾ ਕਰਨੀ, ਡਰ ਤਾਂ ਸਾਰੇ ਜਾਣਗੇ। ਹਾਂ ਨਹੀਂ, ਸੱਚਾਈ ਦਾ ਪਤਾ ਲੱਗੂਗਾ, ਪਰ ਸੱਚਾਈ ਜਦ ਤੱਕ ਪਹੁੰਚਦੀ ਨਾ ਉਦੋਂ ਤੱਕ ਉਹਨਾਂ ਨੂੰ ਉਹ ਡਰ ਨਹੀਂ ਪੈਦਾ ਹੋਊਗਾ ਕਿ ਅਸੀਂ ਕਿੰਨੇ ਇੱਕ ਭਿਆਨਕ ਸਮਿਆਂ ਦੇ ਵਿੱਚ ਖੜੇ ਹੈਗੇ। ਗਾਂਧੀ ਤੋਂ ਪਹਿਲਾਂ ਵੀ ਲੋਕਾਂ ਇਹ ਬੜਾ ਸਾਫ਼ ਕਿਹਾ ਗਿਆ ਸੀ ਕਿ ਇਹ ਧਰਤੀ ਸਾਰੀ ਦੁਨੀਆ ਨੂੰ, ਜਿੰਨੇ ਵੀ ਅਸੀਂ ਆਦਮੀ ਹੈ, ਉਹਨਾਂ ਦੀਆਂ ਨੀਡਸ ਨੂੰ ਤਾਂ ਮਿਲ ਸਕਦੀ ਹੈ, ਪੂਰਾ ਕਰ ਸਕਦੀ ਹੈ, ਗਰੀਡ ਨੂੰ ਨਹੀਂ ਪੂਰਾ ਕਰ ਸਕਦੀ, ਜ਼ਰੂਰਤ ਨੂੰ ਪੂਰਾ ਕਰ ਦੇਗੀ, ਲਾਲਚ ਨੂੰ ਨਹੀਂ ਕਰ ਸਕਦੀ। ਧਰਮ ਗ੍ਰੰਥਾਂ ਦੇ ਵਿੱਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਜਿਹੜੀਆਂ 3 ਗੱਲਾਂ ਤੁਸੀਂ ਪਾਣੀ, ਹਾਂਜੀ ਰੋਜ਼ ਬੋਲਦੇ ਹਾਂ ਤੇ ਜ਼ਹਿਰੀਲਾ ਕਰ ਰਹੇ ਹਾਂ, ਉਹਦੇ ਬਾਵਜੂਦ ਅਸੀਂ ਕਿੱਥੇ ਆਪਣੀ ਨਾ ਧਰਤੀ ਛੱਡਦੇ ਹਾਂ, ਨਾ ਪਾਣੀ ਛੱਡਦੇ ਹਾਂ, ਨਾ ਹਵਾ ਛੱਡਦੇ ਹਾਂ। ਇਸ ਕਰਕੇ ਜੇ ਅਸੀਂ ਧਾਰਮਿਕ ਲੋਕ ਹਾਂ ਤਾਂ ਵੀ, ਜੇ ਅਸੀਂ ਸਾਇੰਟਿਸਟ ਹਾਂ ਤਾਂ ਵੀ, ਜੇ ਗਾਂਧੀ ਵਰਗੇ ਪੋਲੀਟੀਸ਼ੀਅਨ ਹਾਂ ਤਾਂ ਵੀ, ਇਸ ਕਰਕੇ ਇਹਦੇ ਚੋਂ ਜੇ ਸਿੱਖਿਆ ਲੈਣੀ ਹੈ ਤੇ ਬੜਾ ਕੁਛ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ, ਐਵੋਲੂਸ਼ਨ ਦੇ ਵਿੱਚ ਜਿਵੇਂ ਸਾਡਾ ਐਵੋਲੂਸ਼ਨ ਹੋਇਆ, ਕਾਕਰੋਚ ਬਚੇ ਆ, ਡਾਇਨਾਸੌਰ ਮਰੇ ਆ। ਜਿਹੜੇ ਕਾਕਰੋਚ ਉਦੋਂ ਪਹਿਲਾਂ ਦੇ ਹੈਗੇ, ਉਹ ਅਡਾਪਟ ਕਰ ਜਾਂਦੇ ਕਿਉਂਕਿ ਉਹ ਛੋਟੇ ਸੀਗੇ, ਕਿਉਂਕਿ ਉਹ ਬਹੁਤੇ ਭਿਆਨਕ ਵਿਕਰਾਲ ਰੂਪ ਨਹੀਂ ਸੀ ਉਹਨਾਂ ਦਾ। ਡਾਇਨਾਸੌਰ ਨੇ ਆਪਣਾ ਰੂਪ ਹੀ ਏਡਾ ਵੱਡਾ ਬਣਾ ਲਿਆ ਸੀ, ਸਸਟੇਨੇਬਲ। ਪ੍ਰੋਬਲਮ ਇਹ ਹੈ ਕਿ ਡਿਵੈਲਪਿੰਗ ਕੰਟਰੀਜ਼ ਮਰਨਗੇ, ਡਿਵੈਲਪਡ ਕੰਟਰੀਜ਼ ਤੋਂ ਪਹਿਲਾਂ ਗਰੀਬ ਪਹਿਲਾਂ ਮਰੇਗਾ, ਜਿਹੜਾ ਵਿਕਾਸਸ਼ੀਲ ਦੇਸ਼ ਹੈ ਪਹਿਲਾਂ ਮਰੇਗਾ। ਜੁਰਮਾਨਾ ਸਾਨੂੰ ਪੇ ਕਰਨਾ ਪਏਗਾ। ਅਸੀਂ ਇੱਕ ਦੂਜੇ ਨਾਲ ਜੁੜੇ ਹੋਣ ਕਰਕੇ ਸਾਡੇ ਸਾਰਿਆਂ ਤੇ ਅਸਰ ਹੋਊਗਾ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਜਿਹੜੀ ਸਿਆਸਤ ਹੋਵੇਗੀ, ਪਰ ਐਸਪੀ ਸਿੰਘ ਜੀ ਜਿਹੜੀ ਮੇਰੀ ਗੱਲ ਕਹਿਣੀ ਕਿ ਸਾਇੰਸ ਦਾ ਜਿਸ ਕਿਸਮ ਨਾਲ ਦੁਰਉਪਯੋਗ ਹੋ ਰਿਹਾ, ਸਾਇੰਸ ਤੋਂ ਬਗੈਰ ਗੁਜ਼ਾਰਾ ਨਹੀਂ, ਸਾਇੰਸ ਨਾਲ ਸਾਨੂੰ ਰਹਿਣਾ ਪਊਗਾ, ਪਰ ਜਿਸ ਕਿਸਮ ਨਾਲ ਜਿਵੇਂ ਕਮਲਜੀਤ ਕਹਿਣ ਦੀ ਕੋਸ਼ਿਸ਼ ਕਰਦੇ ਕਿ ਕਾਰਪੋਰੇਟ ਘਰਾਣਿਆਂ ਰਾਹੀਂ ਆਰਮੀ ਦੇ ਵਿੱਚ ਤਬਾਹ ਕਰਨ ਦੇ ਸਾਰਾ ਸਮਾਨ ਬਣਾਇਆ ਜਾਂਦਾ। ਸਾਡੇ ਦੇਸ਼ ਉਸ ਦਾ ਜੇ ਇਹੋ ਜਿਹੀਆਂ ਜ਼ਿਆਦਾ ਬਹਿਸਾਂ ਹੋ ਜਾਣਗੀਆਂ ਤੇ ਕਲਾਈਮੇਟ ਚੇਂਜ ਦੀ ਸਾਇੰਸ ਵੀ ਹਾਈਜੈਕ ਹੋ ਜਾਏਗੀ। ਸਰਕਾਰ ਇਹੋ ਜਿਹੇ ਸਾਇੰਸਦਾਨ ਲੈ ਆਣਗੇ, ਕਾਰਪੋਰੇਟਸ ਇਹੋ ਜਿਹੇ ਸਾਇੰਸਦਾਨ ਲੈ ਆਣਗੇ ਜਿਹੜੇ ਆ ਕੇ ਸਾਬਤ ਕਰਨਗੇ ਭਾਈ ਇਹ ਐਵੇਂ ਹੀ ਕਹਿ ਰਹੇ ਨੇ। ਅਮਰੀਕਾ 'ਚ ਹੋਇਆ ਹੈ, ਅਮਰੀਕਾ 'ਚ ਹੋ ਰਿਹਾ। ਉਹ ਡੋਨਲਡ ਟਰੰਪ ਭਾਈ ਸਾਹਿਬ ਕਹਿ ਰਹੇ ਨੇ। ਵੈਸੇ ਤੁਸੀਂ ਦੇਖੋ,
ਮੈਂ ਕਹਿਣ ਲੱਗਾ ਸੀ ਵੀ 16 ਸਾਲਾਂ ਦੀ ਕੁੜੀ ਡੋਨਲਡ ਟਰੰਪ ਤੋਂ ਸਿਆਣੀ ਗੱਲ ਕਰ ਰਹੀ ਹੈ, ਪਰ ਇਹ ਤਾਂ ਕੋਈ ਖਾਸ ਗੱਲ ਨਹੀਂ। 16 ਸਾਲਾਂ ਤੋਂ ਜ਼ਿਆਦਾ ਬੱਚੇ ਡੋਨਲਡ ਟਰੰਪ ਤੋਂ ਸਿਆਣੀ ਗੱਲ ਹੀ ਕਰ ਲੈਂਦੇ ਨੇ। ਜ਼ਿਆਦਾਤਰ 16 ਸਾਲਾਂ ਦੇ ਬੱਚੇ 16 ਸਾਲਾਂ ਦਾ ਬੱਚਾ ਹਮ ਡੋਨਲਡ ਟਰੰਪ ਤੋਂ ਸਿਆਣੀ ਗੱਲ ਪਰ ਮੈਂ ਇੱਕ ਚੀਜ਼ ਹੋਰ ਧਿਆਨ ਪਾਵਰ ਦਾ ਇੱਕ ਇੰਟਰਸਟ ਐਸਪੀਜੀ ਸ਼ਾਲਿਨੀ ਜੀ, ਇਹ ਜਿਹੜੀ ਸਿਆਸਤ ਹੈ ਇਹ ਸਾਨੂੰ ਯੂਨਾਈਟ ਕਰੇਗੀ ਕਿ ਡਿਵਾਈਡ ਕਰ ਦੇਗੀ? ਮਤਲਬ ਇਹਦੇ 'ਚ ਤਾਂ ਦੋਨੋਂ ਖਤਰੇ ਨੇ ਨਾ। ਜੇ ਇਸ ਤਰ੍ਹਾਂ ਪੀੜਾ ਬਾਹਰ ਆਣਗੀਆਂ ਤੇ ਉਹ ਇਹ ਡਿਮਾਂਡ ਕਰਨਗੀਆਂ ਤੇ ਸਵਾਲ ਜ਼ਿੰਦਗੀ ਤੇ ਮੌਤ ਦਾ ਹੈ। ਸਵਾਲ ਇਹ ਨਹੀਂ ਹੈ ਕਿ ਸਰਕਾਰ ਇਹਦੀ ਬਣਨੀ ਹੈ ਜਾਂ ਉਹਦੀ ਬਣਨੀ ਹੈ। ਸਵਾਲ ਇਹ ਨਹੀਂ ਹੈ ਕਿ ਜਨਤਾ ਦਾ ਲੈਸਾ ਕਿ ਕਾਂਗਰਸ ਉਹ ਹੈ ਕਿ ਕਾਂਗਰਸ ਆਈ ਹੈ, ਮੋਦੀ ਜੀ ਨੇ ਕਿ ਰਾਹੁਲ ਗਾਂਧੀ ਹੈ। ਸਵਾਲ ਇਹ ਹੈ ਕਿ ਮੈਂ ਜ਼ਿੰਦਾ ਰਹਾਂਗਾ ਕਿ ਨਹੀਂ। ਤੁਸੀਂ ਮੇਰੀ ਮੌਤ ਨਿਸ਼ਚਿਤ ਕਰ ਰਹੇ ਹੋ ਕਿ ਮੇਰੀ ਜ਼ਿੰਦਗੀ ਨਿਸ਼ਚਿਤ ਕਰ ਰਹੇ ਹੋ। ਜਦੋਂ ਇਹ ਸਵਾਲ ਆਏਗਾ ਅਸੀਂ ਜੁੜਾਂਗੇ ਸਾਰੇ ਆਪਸ ਵਿੱਚ ਕਿ ਅਸੀਂ ਦਰਅਸਲ ਬੁਰੀ ਤਰ੍ਹਾਂ ਨਾਲ ਵੰਡੇ ਜਾਵਾਂਗੇ ਔਰ ਇੱਕ ਗਹਿ ਗੱਜ ਖੂਨੀ ਲੜਾਈਆਂ ਹੋ ਸਕਦੀਆਂ। ਦੇਖੋ ਸਰ, ਸਿੱਧੀ ਜੀ ਗੱਲ ਇਹ ਹੈਗੀ ਹੈ ਕਿ ਜੇ ਸਾਰਿਆਂ ਨੇ ਇਹ ਸਵਾਲ ਨੂੰ ਸਮਝ ਲਿਆ ਤੇ ਇਹਦੇ ਜਵਾਬ ਨੂੰ ਉਹਨਾਂ ਨੇ ਸੀਰੀਅਸਲੀ ਲੈ ਲਿਆ ਤੇ ਲੋਕੀ ਜਿਹੜੇ ਨੇ ਉਹ ਤੇ ਇਕੱਠੇ ਹੋ ਜਾਣਗੇ। ਜੇ ਜਿਹੜੇ ਸਿਆਸਤਦਾਨ ਨੇ ਪੀਪਲ ਵਰਸਸ ਪੋਲਿਟਿਕਸ ਤੋਂ ਲੱਗਦਾ ਇੱਕ ਬਾਈਨਰੀ ਕਨਸੈਪਟ, ਉਹ ਆਪੇ ਆਪਣੇ ਆਪ ਹੀ ਖੜੀ ਹੋਏਗੀ। ਉਸ ਵੇਲੇ ਇਹਦੇ ਵਿੱਚ ਇੱਕ ਸਿਆਸਤ ਨਿਕਲੇਗੀ। ਉਸ ਵੇਲੇ ਮੈਂ ਕਹਿੰਨੀ ਆ that will be the revival of democracy. That is going to be the revival of democracy. ਇਹਦੇ ਵਿੱਚੋਂ ਲੋਕਤੰਤਰ ਨਿਕਲੇਗਾ। ਇਸ ਜੰਗ ਦੇ ਵਿੱਚੋਂ ਲੋਕਤੰਤਰ ਨਿਕਲੇਗਾ। ਇਸ ਤੋਂ ਖਤਰਨਾਕ ਜੰਗ ਹੋਰ ਕਿਹੜੀ ਹੋ ਸਕਦੀ ਹੈ ਜਿਹੜੀ ਇਹ ਡਿਸਾਈਡ ਕਰੇਗੀ ਕਿ ਅਸੀਂ ਇਸ ਮਾਮਲੇ ਤੇ ਮੈਂ ਕਹਿਣਾ ਮੈਂ ਇਹ ਕਹਿਣਾ ਚਾਹ ਰਿਹਾ ਕਿ ਇਹਦੇ ਤੇ ਸਿਆਸਤ ਨਾਲ ਇਹਦਾ ਕੀ ਸੰਬੰਧ ਹੈ, ਉਹਦੇ ਤੇ ਜ਼ਰੂਰ ਬੋਲ ਲਈਏ ਜੀ। ਮੋਦੀ ਜੀ ਇੱਕ ਪਾਸੇ ਐਲਾਨ ਕਰਦੇ ਨੇ ਕਿ ਕਲਾਈਮੇਟ ਬਾਰੇ ਥੋੜਾ ਸੁਚੇਤ, ਮੈਂ ਗੱਲਾਂ ਕਰ ਰਿਹਾ ਪਲਾਸਟਿਕ ਦਾ ਵਿਰੋਧ, ਉਹਨਾਂ ਨੇ ਜਾਣਾ ਉਹਨਾਂ ਦਾ ਪਾਸੇ ਨਾ ਦੂਜੇ ਪਾਸੇ ਸਾਰੇ ਦੇਸ਼ ਦੇ ਵਿੱਚ ਏਸੀ ਵੀ ਲਵਾ ਦਾਂਗੇ, ਇਹ ਵੀ ਐਲਾਨ ਹੈ। ਅਸੀਂ ਸਾਰੇ ਦੇਸ਼ ਦੇ ਹਰ ਘਰ ਦੇ ਵਿੱਚ ਏਸੀ ਲਵਾ ਦੇਾਂਗੇ। ਇਹ ਪੂਰੇ ਕਲਾਈਮੇਟ ਨੂੰ ਗਰਮ ਹੋਣ ਦੇਾਂਗੇ ਤੇ ਹਰ ਘਰ ਨੂੰ ਠੰਡਾ ਕਰ ਦੇਾਂਗੇ ਤੇ ਜਿਨ੍ਹਾਂ ਨੇ ਰੋਡਾਂ ਤੇ ਸੋਣਾ ਉਹਨਾਂ ਵਾਸਤੇ ਕੀ ਕਰ ਦਿਓਗੇ ਪਤਾ ਨਹੀਂ ਹੈ। ਦੂਜੀ ਗੱਲ ਮੈਂ ਜਿਹੜਾ ਕਹਿਣਾ ਚਾਹ ਰਿਹਾ ਹਾਂ ਕਿ ਇੱਕ ਐਸੀ ਪੋਲਿਟਿਕਸ ਇਸ ਦੇਸ਼ 'ਚ ਸਥਾਪਿਤ ਹੋ ਗਈ ਹੈ ਜਿਹੜੀ ਜਸਟ ਅਨਦਰ ਪੋਲਿਟਿਕਸ ਨਹੀਂ ਹੈ। ਜਿਵੇਂ ਤੁਸੀਂ ਲਿਸਟ ਡਾਊਨ ਕੀਤਾ ਵੀ ਕਾਂਗਰਸ ਹੋਏਗੀ, ਇਹ ਹੋਏਗਾ, ਉਹ ਹੋਏਗਾ, ਇਹ ਸਾਰਿਆਂ ਨੂੰ ਪਾਸੇ ਰੱਖ ਦਿਓ। ਇਸ ਵੇਲੇ ਇੱਕ ਐਸੀ ਪੋਲਿਟਿਕਸ ਦੇਸ਼ ਦੇ ਵਿੱਚ ਪੂਰੀ ਛਾਈ ਹੋਈ ਹੈ ਜਿਹੜੀ ਕਹਿ ਰਹੀ ਹੈ ਕਿ ਸਾਇੰਸ ਜਨਤਾ ਦੀ ਦੁਸ਼ਮਣ ਹੈ, ਜਿਹੜੀ ਕਹਿ ਰਹੀ ਹੈ ਸਾਇੰਟਿਸਟ ਜਿਹੜੇ ਨੇ ਸਭ ਤੋਂ ਅਨਕ੍ਰੈਡਿਟਡ ਲੋਕ ਹੁੰਦੇ ਨੇ, ਜਿਹੜੀ ਇਸ ਕਿਸਮ ਦੀ ਐਂਟੀ ਸਾਇੰਸ ਐਂਟੀ ਇੰਟੈਲੈਕਟ ਵਿਗਿਆਨੀ ਹੈ ਕਿਆ ਜਾਣੇ, ਹਮ ਮਹਾਗਿਆਨੀ ਹੈ। ਹਾਂ, ਇਹ ਜਿਹੜੀ ਪੋਲਿਟਿਕਸ ਹੈ ਨਾ, ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵਿਗਿਆਨੀ ਗੱਲ ਕਰ ਰਹੇ ਨੇ, ਇਹ ਟਰੰਪ ਤੋਂ ਲੈ ਕੇ ਵਿਗਿਆਨੀਆਂ ਨੂੰ ਇਹਨਾਂ ਨੇ ਡਿਸਕ੍ਰੈਡਿਟ ਕਰ ਦਿੱਤਾ। ਟਰੰਪ ਤੋਂ ਲੈ ਕੇ ਬਹੁਤ ਦੇਸ਼ਾਂ ਦੇ ਵਿੱਚ ਇਹਦੇ ਬਾਰੇ ਗੱਲ ਕਰਾਂਗੇ, ਇਹਦੇ ਬਾਰੇ ਗੱਲ ਕਰਾਂਗੇ ਤੇ ਕਿਹਦੇ ਬਾਰੇ ਕਿ ਉਹ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਉੱਤੇ ਐਟਮ ਬੰਬ ਸੁੱਟੇ ਸੀ ਤੇ ਭਾਈ ਅੱਜ ਅਸੀਂ ਬਾਕੀ ਦੇ ਕਿੰਨੇ ਸੁੱਟਨੇ ਨੇ ਤੇ ਕੱਲ ਕਿੰਨੇ ਸੁੱਟਨੇ ਨੇ ਇਹ ਤਿਆਰ ਰੱਖੇ ਹੋਏ ਨੇ। ਅਸੀਂ ਅਗਲੇ ਸੈਗਮੈਂਟ ਦੇ ਵਿੱਚ ਆ ਕੇ ਉਹਨਾਂ ਐਟਮ ਬੰਬਾਂ ਦੀ ਗੱਲ ਕਰਦੇ ਹਾਂ। ਇੱਥੇ ਪਏ ਆ ਸਾਡੇ ਕੋਲ ਹੀ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਵਾਤਾਵਰਣ ਤਬਦੀਲੀ ਬਾਰੇ, ਦੁਨੀਆ ਭਰ ਦੇ ਵਿੱਚ ਸੜਕਾਂ ਤੇ ਆਏ ਲੋਕਾਂ ਬਾਰੇ, ਸਾਡੇ ਤੁਹਾਡੇ ਬਾਰੇ ਜਿਹੜੇ ਆਪਣੇ ਘਰਾਂ ਵਿੱਚ ਬੈਠੇ ਰਹੇ ਤੇ ਅਸੀਂ ਜਿਹੜੇ ਜ਼ਿੰਦਗੀ ਤੇ ਮੌਤ ਦੀ ਇਸ ਲੜਾਈ ਦੇ ਵਿੱਚੋਂ ਅਜੇ ਗੈਰ ਹਾਜ਼ਰ ਆ, ਚਿੰਤਾ ਵਿੱਚ ਨਹੀਂ ਆ। ਐਲ ਗੌਰ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਰਹੇ ਨੇ। ਕਈ ਇਹਨਾਂ ਦੀਆਂ ਅਚੀਵਮੈਂਟਸ ਨੇ ਕਿ ਇਹਨਾਂ ਨੇ ਉਹ ਨੋਬਲ ਪ੍ਰਾਈਜ਼ ਵੀ ਜਿੱਤਿਆ, ਜਿੰਨਾ ਕੋ ਵੀ ਉਹ ਵੱਡਾ ਹੁੰਦਾ ਹੈ। ਉਹਨਾਂ ਨੇ ਵਾਤਾਵਰਣ ਤਬਦੀਲੀ ਨੂੰ ਬੜਾ ਸਟੱਡੀ ਕੀਤਾ। ਉਹ ਇਹ ਕਹਿ ਰਹੇ ਨੇ ਕਿ ਰਿਕਾਰਡ ਟੈਂਪਰੇਚਰ ਚਲੇ ਜਾਣਗੇ, ਇੰਨੇ ਉੱਚੇ ਚਲੇ ਜਾਣਗੇ ਮਿਡਲ ਈਸਟ ਦੇ ਵਿੱਚ, ਖਾੜੀ ਦੇਸ਼ਾਂ ਦੇ ਵਿੱਚ, ਉੱਤਰੀ ਅਫਰੀਕਾ ਦੇ ਵਿੱਚ ਤੇ ਦੱਖਣੀ ਏਸ਼ੀਆ ਜਿੱਥੇ ਅਸੀਂ ਬੈਠੇ ਹਾਂ, ਕਿ ਲੋਕ ਇੱਥੇ ਰਹਿ ਨਹੀਂ ਸਕਣਗੇ। ਇੰਨੀਆਂ ਮਾਈਗ੍ਰੇਸ਼ਨਸ ਹੋਣਗੀਆਂ, ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਇੱਥੋਂ ਪ੍ਰਸਥਾਨ ਕਰਨਾ ਪਏਗਾ। ਉਂਝ ਹੀ ਜਿਵੇਂ ਅਸੀਂ ਪਾਰਟੀਸ਼ਨ ਵੇਲੇ ਉਧਰੋਂ ਆਏ ਸੀ, ਹੁਣ ਅਸੀਂ ਕੁਦਰਤ ਦੇ ਭਜਾਏ ਇੱਥੋਂ ਭੱਜਾਂਗੇ ਤੇ 6ਵੀਂ ਵੱਡੀ ਐਕਸਟਿੰਕਸ਼ਨ ਹੋਏਗੀ। ਦੁਨੀਆ ਭਰ ਦੇ ਦੇਸ਼ਾਂ ਦਾ ਇੱਕ ਸਾਂਝਾ ਇੰਟਰ ਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ ਹੈ। ਇਹ ਇੱਕ ਵਿਗਿਆਨੀਆਂ ਦੀ ਸੰਸਥਾ ਹੈ ਜਿਹਦੇ ਡਾਟੇ ਨੂੰ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ, ਸਟੀਕ ਸਮਝਿਆ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਕਾਰਬਨ ਡਾਈਆਕਸਾਈਡ, ਮੀਥੇਨ ਤੇ ਬਾਕੀ ਗ੍ਰੀਨ ਹਾਊਸ ਗੈਸਾਂ, ਇਹ ਅੰਗਰੇਜ਼ੀ 'ਚ ਨਾਮ ਨੇ, ਤੁਸੀਂ ਇੰਨਾ ਹੀ ਸਮਝ ਲਓ ਵੀ ਜ਼ਹਿਰੀਲੀਆਂ, ਜਿਨ੍ਹਾਂ 'ਚ ਮੌਤ ਨਿਸ਼ਚਿਤ ਹੈ। ਇਹ ਜਿਹੜੀਆਂ ਹਜ਼ਾਰਾਂ ਸਾਲਾਂ ਤੋਂ ਟਰੈਪਡ ਪਈਆਂ ਨੇ ਸਾਡੀ ਮਿੱਟੀ ਦੇ ਵਿੱਚ, ਸਾਡੀ ਧਰਤੀ ਦੇ ਵਿੱਚ, ਇਹੋ ਜਿਹੇ ਐਲੀਮੈਂਟਸ ਜਿਨ੍ਹਾਂ ਦੇ ਵਿੱਚ ਉਹ ਫਸੀਆਂ ਪਈਆਂ ਨੇ, ਹਮੇਸ਼ਾ ਉਸ ਤਰ੍ਹਾਂ ਹੀ ਰਹਿੰਦੀਆਂ ਨੇ। ਕੁਦਰਤ ਵਿੱਚ ਅਜਿਹੀਆਂ ਹੀ ਨੇ। ਹਰ ਰੋਜ਼ ਹੀਰੋਸ਼ੀਮਾ ਦੇ ਉੱਤੇ ਡਿੱਗੇ ਐਟਮ ਬੰਬ ਨਾਲੋਂ 5 ਲੱਖ ਗੁਣਾ ਜ਼ਿਆਦਾ ਜ਼ਹਿਰੀਲੀ ਗੈਸ ਹਰ 24 ਘੰਟਿਆਂ ਦੇ ਵਿੱਚ ਹਵਾ ਵਿੱਚ ਛੱਡੀ ਜਾਵੇਗੀ। ਤੁਸੀਂ ਦੱਸੋ ਕਿ 5 ਲੱਖ ਐਟਮ ਬੰਬਾਂ ਦੇ ਇੰਪੈਕਟ ਥੱਲੇ ਅਸੀਂ ਕਿਵੇਂ ਜੀਣਾ? ਫਿਰ ਉੱਥੇ ਕਿਹੜੀ ਸਿਆਸਤ ਦੀ ਗੱਲ ਕਰਾਂਗੇ? ਹਿੰਦੂ ਮੁਸਲਿਮ ਕੋਈ ਸਿਆਸਤ ਹੋਵੇਗੀ? ਜਿਵੇਂ ਉਹ ਮੈਗਸੇਸੇ ਅਵਾਰਡ ਵਿਨਰ ਗ੍ਰੈਂਡ ਪਬਲਿਕ ਕਮਿਊਨੀਕੇਟਰ ਸਾਡੇ ਸਮਿਆਂ ਦੇ ਰਵੀਸ਼ ਕੁਮਾਰ ਕਹਿੰਦੇ ਨੇ ਕਿ ਫਿਰ WhatsApp ਯੂਨੀਵਰਸਿਟੀ ਤੋਂ ਸਿੱਖਣਾ ਵੀ ਹੁਣ ਕਿਵੇਂ ਜੀਣਾ। ਉੱਥੇ ਕੋਈ ਦੱਸੇਗਾ ਕਿ ਕੰਬਲ ਭਿਉਂ ਕੇ ਪਾ ਲਓ ਆਪਣੇ ਆਲੇ ਦੁਆਲੇ, ਕੀ ਕਰਾਂਗੇ? ਹੁਣ ਦੀ ਪੋਲਿਟਿਕਸ ਜਿਹੜੀ ਹੈ ਉਹ
ਡਿਫਲੈਕਟ ਤੇ ਡਿਸਟਰੈਕਸ਼ਨ ਦੀ ਹੈ। अर्जुन आगे क्या डिस्कस करना है? मैं 5 ਲੱਖ ਐਟੋਮਿਕ ਬੰਬਾਂ ਤੂੰ ਗੱਲ ਤੋਂ ਬਾਅਦ ਰੱਬ ਕਰੇ ਨਹੀਂ, ਸਾਰੇ ਮੈਂ- ਉਹ ਸਾਰੇ ਠੀਕ ਹੋਣ, ਸਾਰੇ ਝੂਠ ਬੋਲਦੇ ਹੋਣ, ਨਹੀਂ, ਸਾਰੇ ਵਿਗਿਆਨੀ ਗਲਤ ਹੋਣ, ਮੈਂ SPG ਸ਼ਾਂਤੀ ਨਾਲ ਸੋਵਾਂਗਾ। ਅੱਜ ਕਿਸ ਤਰ੍ਹਾਂ ਸੋਣਾ ਇਸ ਤੋਂ ਬਾਅਦ? 5 ਲੱਖ ਐਟੋਮਿਕ ਬੰਬਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦਾ ਸੋਲੂਸ਼ਨ ਕੀ ਹੈ? ਲੈਟ ਅਸ ਟਾਕ ਅਬਾਊਟ ਅ ਸੋਲੂਸ਼ਨ। ਜੀ। ਡਰ ਤਾਂ ਅਸੀਂ ਫੈਲਾਤਾ ਹੈ, ਪਰ ਇਹ ਡਰ ਲਾਜ਼ਮੀ ਹੈ ਕਿਉਂਕਿ ਇਹ ਫੈਕਟਸ ਤੇ ਬੇਸਡ ਹੈ। ਪਰ ਇਹਦੀ ਸੋਲੂਸ਼ਨ ਕੀ ਹੈ? ਪਿਛਲੇ 5 ਸਾਲਾਂ 'ਚ ਸਿਰਫ ਭਾਰਤ ਸਰਕਾਰ ਨੇ 1.5 ਲੱਖ ਏਕੜ ਫੋਰੈਸਟ ਲੈਂਡ ਨੂੰ ਇੰਡਸਟਰੀ ਦੇ ਹਵਾਲੇ ਕਰਤਾ। 1.5 ਲੱਖ ਏਕੜ 1970 ਤੋਂ 60% ਸਪੀਸ਼ੀਜ਼ ਖਤਮ ਹੋ ਗਏ ਨੇ ਤੇ 74% ਜਿਹੜੀਆਂ ਮਾਈਨਿੰਗ ਖੁੱਲੀਆਂ ਨੇ ਉਹ ਫੋਰੈਸਟ ਹੀ ਨਹੀਂ, ਡੈਂਸ ਫੋਰੈਸਟ ਵਿੱਚ ਬਣਾਈ ਗਈ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੀ ਸਰਕਾਰ ਇੱਕ ਪਾਸੇ ਸਵੱਛ ਭਾਰਤ ਇੱਧਰ ਉੱਧਰ ਦੀ ਗੱਲਾਂ ਕਰਦੀ ਹੈ, ਉਹੀ ਸਰਕਾਰ ਜਿਹੜੇ ਸਾਡੇ ਲੰਗਸ ਨੇ, ਜਿਹੜੇ ਇਨ ਐਟੋਮਿਕ ਬੰਬਾਂ ਤੋਂ ਸਾਨੂੰ ਬਚਾਉਣਗੇ, ਫੋਰੈਸਟ ਨੇ, ਉਹਨਾਂ ਨੂੰ ਖਤਮ ਕਰਨ ਦੀ ਪੂਰੀ ਯੋਜਨਾ ਬਣਾ ਰੱਖੀ। ਇਹਦੇ ਬਦਲੇ ਵਨ ਮਹੋਤਸਵ ਵਾਲੇ ਦਿਨ 5 ਦਰਖਤ ਲਾਵਾਂਗੇ ਅਸੀਂ। ਤੇ ਜਿਹੜਾ ਮੈਨੂੰ ਲੱਗਦਾ ਹੈ ਜੰਮੂ ਕਸ਼ਮੀਰ 'ਚ ਸੋਵਰੇਨਟੀ ਤੇ ਬਾਕੀ ਇਸ਼ੂਜ਼ ਦੇ ਇਲਾਵਾ ਵੀ ਇੱਕ ਕਲਾਈਮੇਟ ਚੇਂਜ ਡਿਜ਼ਾਸਟਰ ਵੀ ਹੋਣ ਲੱਗ ਗਿਆ ਹੈ, ਕਿਉਂਕਿ ਅਲਟੀਮੇਟਲੀ ਸਾਡੀ ਜਿੰਨੇ ਵੀ ਰਿਵਰਸ ਨੇ ਨਾਰਥ ਇੰਡੀਆ ਦੇ, ਉਹਦੀ ਸੋਰਸ ਜੰਮੂ ਕਸ਼ਮੀਰ ਹੈ ਨੰਬਰ 1। ਦੂਸਰਾ, ਉਹ ਸਟਿਲ ਉੱਥੇ ਦੀ এনवायरमेंट ਹਜੇ ਵੀ ਥੋੜੀ ਬਚੀ ਹੋਈ ਹੈ। ਇੱਕ ਵਾਰੀ ਜੇ ਮਾਰਕੀਟ ਉੱਥੇ ਦੀ ਖੁੱਲ ਗਈ, ਰਿਲਾਇੰਸ, ਅਡਾਨੀ, ਅੰਬਾਨੀ, ਆਈਪੀਸੀਸੀ ਦਾ ਮਾਡਲ ਕਹਿ ਰਿਹਾ ਕਿ ਇਹ ਸਾਡੇ ਦੇਸ਼ 'ਚ 3 ਤੋਂ 4 ਡਿਗਰੀ ਤੱਕ ਟੈਂਪਰੇਚਰ ਬਾਈ ਐਂਡ ਆਫ ਦਿਸ ਸੈਂਚੁਰੀ। ਨਹੀਂ, ਮੈਂ ਇੱਕ ਆਖਰੀ ਗੱਲ ਕਰਦਾ। ਜਿਹੜਾ ਬੱਚੀ ਅੱਜ 16 ਸਾਲਾਂ ਦੀ ਹੈ, ਜਦ ਨੂੰ 80 ਸਾਲਾਂ ਦੀ ਹੋਏਗੀ, 4 ਡਿਗਰੀ ਟੈਂਪਰੇਚਰ ਵੱਧ ਜਾਏਗਾ। 2 ਡਿਗਰੀ ਤੇ ਤਬਾਹੀ ਹੈ। ਐਸਪੀ ਜੀ, ਆਖਰੀ ਗੱਲ ਕਰਨਾ। ਐਲਗੋਰ ਸਾਹਿਬ ਨੇ ਜਿਹੜੀ ਇਹ ਤੁਸੀਂ ਰਿਪੋਰਟ ਤੇ ਉਹਨਾਂ ਦੀ ਗੱਲ ਕਰ ਰਹੇ ਹੋ, ਇਹ ਬੁੱਕ 2000 'ਚ ਲਿਖੀ, 2001 'ਚ। ਉਹਨੂੰ 19 ਸਾਲ ਹੋ ਗਏ ਨੇ। ਵੀ ਆਰ ਆਲਰੇਡੀ ਔਨ ਦੀ ਬ੍ਰਿੰਕ। ਕਈ ਲੋਕੀ ਆਲਰੇਡੀ ਕਹਿ ਚੁੱਕੇ ਨੇ ਵੀ ਹੈਵ ਕ੍ਰਾਸ ਦਾ ਬ੍ਰਿੰਕ। ਦਰਅਸਲ ਅਸੀਂ ਇਹੋ ਜਿਹਾ ਮੁਆਵਜ਼ਾ ਪਾਰ ਕਰ ਚੁੱਕੇ ਹਾਂ ਜਿਸ ਤੋਂ ਬਾਅਦ ਚੀਜ਼ਾਂ ਸੁਧਾਰੀਆਂ ਜਾ ਸਕਦੀਆਂ। ਅਸੀਂ ਦਰਅਸਲ ਉਸ ਤੋਂ ਵੀ ਅੱਗੇ ਆ ਚੁੱਕੇ ਹੋਏ ਹਾਂ। ਤੁਸੀਂ ਇਹ ਚੇਨਈ 'ਚ ਦੇਖ ਹੀ ਲਿਆ ਹੁਣੇ ਪਿੱਛੇ, ਪਾਣੀ ਅੱਜ ਤੱਕ ਨਹੀਂ ਮਿਲਦਾ ਪਿਆ। ਹਲੇ ਵੀ ਨਹੀਂ ਮਿਲਦਾ ਪਿਆ ਪਾਣੀ। ਬੰਬੇ 'ਚ ਨਹੀਂ ਮਿਲ ਰਿਹਾ। ਚੰਡੀਗੜ੍ਹ ਦਾ ਨਾਮ ਉਹਨਾਂ ਸ਼ਹਿਰਾਂ ਦੇ ਵਿੱਚ ਹੈ, ਹਿੰਦੁਸਤਾਨ ਦੇ 20 ਸ਼ਹਿਰਾਂ ਦੇ ਵਿੱਚ ਜਿੱਥੇ ਪਾਣੀ ਦੀ ਕਿੱਲਤ ਆਉਣ ਵਾਲੀ ਹੈ। ਤੇ ਅੱਜ ਤੋਂ ਮੈਨੂੰ ਇਹ ਯਾਦ ਹੈ 4 ਸਾਲ ਪਹਿਲਾਂ ਮੈਂ ਕਿਸੇ ਨਾਲ ਗੱਲ ਕਰਦੀ ਪਈ ਸੀ, ਮੈਂ ਉਹਨਾਂ ਨੂੰ ਕਹਿ ਰਹੀ ਸੀ, ਮੈਂ ਕਿਹਾ ਇਹ ਹੋਣ ਵਾਲਾ ਹੈ, ਤੇ ਲੋਕੀ ਕਹਿਣ ਲੱਗੇ ਐਵੇਂ ਕਿਵੇਂ ਪਾਣੀ ਖਤਮ ਹੋ ਜਾਣਾ, ਤੁਸੀਂ ਐਵੇਂ ਤੁਹਾਨੂੰ ਕਹੀ ਜਾਂਦੇ, ਸਾਨੂੰ ਐਵੇਂ ਡਰਾਈ ਜਾਂਦੇ। ਤੁਸੀਂ ਕਹੋ ਜੀ, ਤੁਸੀਂ ਐਗਰੀਕਲਚਰ ਦੀ ਗੱਲ ਕਰ ਰਹੇ ਸੀ, ਮੈਂ ਸੋਚ ਰਿਹਾ ਸੀ 141 ਮਿਲੀਅਨ ਹੈਕਟੇਅਰ ਸਾਡੀ ਟੋਟਲ ਨੈਟ ਸੋਨ ਏਰੀਆ ਜਿਹਦੇ ਚ ਅਸੀਂ ਬੀਜਦੇ ਹਾਂ ਕੁਝ, ਉਹਦੇ ਵਿੱਚੋਂ 73 ਮਿਲੀਅਨ ਹੈਕਟੇਅਰ ਲਗਭਗ ਅੱਧਾ ਜਿਹੜਾ ਉਹ ਅਨਇਰੀਗੇਟਿਡ ਹੈ। ਤੇ ਜਿਸ ਵੇਲੇ ਕਲਾਈਮੇਟ ਚੇਂਜ ਹੋਣੀ ਹੈ, ਜਿਸ ਵੇਲੇ ਟੈਂਪਰੇਚਰਸ ਨੇ ਵਧਣਾ ਹੈ, ਤਾਂ ਅਨਇਰੀਗੇਟਿਡ ਜਿਹੜਾ ਉਹ ਸਭ ਤੋਂ ਪਹਿਲਾਂ ਮਾਰਿਆ ਜਾਵੇਗਾ। ਬਿਲਕੁਲ, ਉਹਦੇ ਚ ਸਾਡੀਆਂ ਉਹ ਸਭ ਤੋਂ ਕਿਸਾਨ ਦੀ ਇਨਕਮ, ਐਗਰੀਕਲਚਰ ਆਊਟਪੁੱਟ, ਸਾਡਾ ਅਨਇਰੀਗੇਟਿਡ ਲੈਂਡ ਕਿਹਦੀ ਹੈ? ਉਹ ਸਭ ਤੋਂ ਕਮਜ਼ੋਰ ਆਦਮੀ ਦੀ ਹੈ। ਉਹ ਸਭ ਤੋਂ ਕਮਜ਼ੋਰ ਹੈ। ਉਹ ਸਭ ਤੋਂ ਕਮਜ਼ੋਰ, ਸਭ ਤੋਂ ਪਿਛੜੇ ਹੋਏ ਆਦਮੀ ਦੀ ਉਹੀ ਹੈ ਜਿਹਦੇ ਕੋਲ। ਤੇ ਮੈਂ ਇੱਕ ਗੱਲ ਇਹਦੇ ਚ ਐਡ ਕਰਨਾ ਚਾਹ ਰਿਹਾ ਸੀ, ਅਸੀਂ ਇਸ ਨੂੰ ਵੀ ਮਾਰਕ ਕਰ ਲਈਏ, ਸਾਡਾ ਜਿਹੜਾ ਖਪਤ ਸੱਭਿਆਚਾਰ ਬਹੁਤ ਵੱਡੇ ਪੱਧਰ ਤੇ ਫੈਲਾਇਆ ਗਿਆ ਹੈ। ਹਰ ਚੀਜ਼ ਨੂੰ ਸਾਡੀ ਕੰਜ਼ਿਊਮਰ ਜਿਹੜੀ ਇੰਡਸਟਰੀ ਹੈ ਉਹ ਡਰਾਈਵ ਕਰ ਰਹੀ ਹੈ। ਮੈਂ ਸ਼ੁੱਕਰਵਾਰ ਨੂੰ ਨਿਰਮਲਾ ਸੀਤਾਰਮਨ ਤੇ ਹੀ ਕਹਿ ਰਹੀ ਸੀ ਕਿ ਅਸੀਂ ਕੰਜ਼ੰਪਸ਼ਨ ਵਧਾਣੀ ਹੈ। ਉਹ ਕਹਿੰਦੇ ਕੰਜ਼ੰਪਸ਼ਨ ਵਧਾਣੀ ਹੈ, ਇਕਨੋਮੀ ਤਾਂ ਚੰਗੀ ਅਸੀਂ ਆਲਰੇਡੀ ਕੰਜ਼ੰਪਸ਼ਨ ਨੂੰ ਇੰਨਾ ਜ਼ਿਆਦਾ ਡਰਾਈਵ ਕੀਤਾ। ਕਾਂਗਰਸ ਕੀਤਾ। ਬੀਜੇਪੀ ਸਭ ਦਾ ਇੱਕੋ ਹੀ ਵਿਊ ਹੈ ਨਾ। ਜੀ ਸਭ ਦਾ ਇੱਕੋ ਵਿਊ ਹੈ। ਇਸ ਤਰ੍ਹਾਂ ਹੀ ਵਧੇਗੀ ਇਕਨੋਮੀ। ਹੁਣ ਮੈਂ ਕਹਿ ਰਿਹਾ ਕਿ ਇਹ ਬਰੀਕ ਸਮੱਸਿਆ ਵੀ ਅਸੀਂ ਗੱਲ ਕਰ ਲਈਏ ਕਿ ਜਦੋਂ ਇਹ ਸਾਰਾ ਅਸੀਂ ਚਰਚਾ ਛੇੜ ਰਹੇ ਹਾਂ, ਇਸ ਚਰਚਾ ਦੇ ਵਿੱਚ ਵੀ ਮੋਦੀ ਜੀ ਨੇ ਇੱਕਦਮ ਪੇਸ਼ ਕਰ ਦੇਣਾ ਕਿ ਆਹ ਦੇਖੋ ਜੀ, ਮੈਂ ਸੋਲਰ ਪਾਵਰ ਦਾ ਪ੍ਰੋਜੈਕਟ ਪੂਰੇ ਦੇਸ਼ ਦੇ ਵਿੱਚ ਇਸੇ ਕਰਕੇ ਤਾਂ ਲਵਾ ਰਿਹਾ, ਮੈਂ ਵਿੰਡ ਮਿਲ ਇਸੇ ਕਰਕੇ ਤਾਂ ਲਿਆ ਕੇ ਆ ਰਿਹਾ ਕਿ ਆਹ ਦੇਖੋ ਜੀ, ਮੈਂ ਸਭ ਤੋਂ ਵੱਧ ਚਿੰਤਿਤ ਹੈ ਮੈਂ ਪ੍ਰੈਕਟੀਕਲੀ ਕਰ ਰਿਹਾ। ਸਾਨੂੰ ਇਸ ਗੱਲ ਦੇ ਉੱਤੇ ਪਿਨ ਪੁਆਇੰਟ ਕਰਨਾ ਪੈਣਾ ਕਿ ਜਦ ਤੱਕ ਤੁਸੀਂ ਖਪਤ ਸੱਭਿਆਚਾਰ ਦੇ ਖਿਲਾਫ ਸਟੈਂਡ ਨਹੀਂ ਲੈਂਦੇ, ਜਦ ਤੱਕ ਤੁਸੀਂ ਕਾਰਪੋਰੇਟਸ ਨੂੰ ਡੋਲ ਆਊਟ ਦੇਣੇ, ਜਿਸ ਤਰ੍ਹਾਂ ਤੁਸੀਂ ਹੁਣ 1 ਲੱਖ ਕਰੋੜ ਦਾ ਪੈਕੇਜ ਦੇਣ ਦੇ ਉੱਤੇ ਉਤਾਰੂ ਹੋ, ਇਸ ਤਰੀਕੇ ਨਾਲ ਜਦ ਤੱਕ ਤੁਸੀਂ ਡਰਾਈਵ ਕਰਨਾ ਇਕਨੋਮੀ ਨੂੰ ਬੰਦ ਨਹੀਂ ਕਰਦੇ, ਉਦੋਂ ਤੱਕ ਤੁਹਾਡੇ ਵੱਲੋਂ ਲਿਆਂਦਾ ਹੋਇਆ ਕੋਈ ਸੋਲਰ ਪੈਨਲ ਯੂਜ਼ਫੁਲ ਨਹੀਂ ਹੈ, ਉਦੋਂ ਤੱਕ ਤੁਹਾਡੇ ਵੱਲੋਂ ਚਲਾਈ ਗਈ ਕੋਈ ਵਿੰਡ ਮਿਲ ਜਿਹੜੀ ਹੈਗੀ ਆ ਉਹ ਸਾਡੇ ਕਲਾਈਮੇਟ ਨੂੰ ਨਹੀਂ ਬਚਾ ਸਕਦੀ। ਮਨਜੀਤ ਜੀ, ਕੀ ਕਰੀਏ? ਕਿਉਂਕਿ ਅਲਗੋਰਾਰਾ ਨੇ ਕੁਝ ਚੀਜ਼ਾਂ ਦੱਸੀਆਂ ਕਿ ਕੀ ਕੀਤਾ ਜਾ ਰਿਹਾ। ਉਹ ਕਹਿੰਦੇ ਨੇ ਅਮਰੀਕਾ ਦੇ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਜੌਬਸ ਪਤਾ ਕੀ ਨੇ, ਫਾਸਟੈਸਟ ਗਰੋਇੰਗ ਆਕੂਪੇਸ਼ਨ ਕੀ ਹੈ, ਸੋਲਰ ਇੰਸਟਾਲ ਕਰਨ ਵਾਲੇ ਸਭ ਤੋਂ ਜ਼ਿਆਦਾ ਉਹ ਨੇ। ਦੂਜੇ ਨੰਬਰ ਤੇ ਨੇ ਟੈਕਨੀਸ਼ੀਅਨ ਜਿਹੜੇ ਟਰਬਾਈਨ ਦੀ ਸਰਵਿਸ ਕਰਦੇ ਨੇ, ਫਾਸਟੈਸਟ ਗਰੋਇੰਗ ਜੌਬਸ ਹੈ ਦੁਨੀਆ ਦੇ ਵਿੱਚ। ਉਹ ਕਹਿੰਦੇ ਨੇ ਕਿ ਅਗਲੇ 50 ਸਾਲਾਂ ਦੇ ਵਿੱਚ ਅੱਧੀਆਂ ਬੱਸਾਂ, ਸਭ ਤੋਂ ਜ਼ਿਆਦਾ ਹਿੱਸਾ ਉਹਦੇ ਵਿੱਚ ਚਾਈਨਾ ਦਾ ਹੈ, ਉਹ ਬਿਜਲੀ ਨਾਲ ਚੱਲਣ ਵਾਲੀਆਂ ਹੋ ਜਾਣਗੀਆਂ। ਇਹ ਅੱਛੀਆਂ ਚੀਜ਼ਾਂ ਦੱਸ ਰਹੇ ਨੇ। 16 ਕੰਟਰੀਜ਼ ਨੇ ਉਹ ਕਹਿੰਦੇ ਨੇ ਟਾਰਗੇਟ ਫਿਕਸ ਕਰ ਦਿੱਤੇ ਨੇ ਕਿ ਜਿਹੜੇ ਉਹ ਇੰਟਰਨਲ ਕੰਬਸਸ਼ਨ ਇੰਜਨ ਹੁੰਦੇ ਨੇ, ਜਿਹਦੇ ਨਾਲ ਆਪਣੇ ਪੁਰਾਣੇ ਸਕੂਟਰ 4 ਗੇਅਰਾਂ ਵਾਲੇ ਚੱਲਦੇ ਹੁੰਦੇ ਸੀ, ਉਹ ਸਾਰੇ ਬੰਦ ਹੋ ਜਾਣਗੇ। ਉਹਨਾਂ ਨੇ ਕਿਹਾ ਇੱਕ ਇਹ ਆਪਾਂ ਅਰਲੀ ਸਟੇਜ ਹੈ, ਇੱਕ ਸਸਟੇਨੇਬਿਲਿਟੀ ਰੈਵੋਲੂਸ਼ਨ ਹੋ ਰਿਹਾ। ਇਹ ਸਾਰਾ ਕੁਝ ਮੈਨੂੰ ਬੜਾ ਧਰਵਾਸ ਆ ਰਿਹਾ ਸੀ। ਫਿਰ ਉਹਨਾਂ ਨੇ ਕਿਹਾ ਵੀ ਇਥੋਪੀਆ ਨੇ ਇਸ ਸਾਲ 353 ਮਿਲੀਅਨ ਦਰਖਤ ਲਾਏ ਨੇ 12 ਘੰਟਿਆਂ 'ਚ। 200 ਮਿਲੀਅਨ ਲਾਣੇ ਸੀ, 353 ਮਿਲੀਅਨ ਲਾਤੇ, ਆਲਮੋਸਟ ਡਬਲ ਕਰ ਦਿੱਤਾ।
ਤੇ ਸਾਇੰਟਿਸਟ ਕਹਿੰਦੇ ਨੇ ਸਾਡੇ ਕੋਲ ਅਜੇ ਇੰਨੀ ਧਰਤੀ ਪਈ ਹੈ ਵੀ 1 ਤੋਂ 1.5 ਟ੍ਰਿਲੀਅਨ ਦਰਖਤ ਹੋਰ ਲੱਗ ਜਾਣਗੇ। ਇੰਨੀਆਂ ਅੱਛੀਆਂ ਖਬਰਾਂ ਸੀ, ਉਹਨਾਂ ਨੇ ਖਤਮ ਇਹ ਕਹਿ ਕੇ ਕੀਤਾ ਕਿ ਆ ਸਾਰਾ ਕੁਝ ਕਰਕੇ ਕੋਈ ਖਾਸ ਅਸਰ ਗ੍ਰੀਨ ਹਾਊਸ ਗੈਸ ਐਮਿਸ਼ਨ ਤੇ ਕੋਈ ਨਹੀਂ ਜੇ ਪੈਣਾ। ਤੁਹਾਡੀ ਪਾਲਿਸੀਆਂ ਬਦਲਣੀਆਂ ਪੈਣਗੀਆਂ, ਤੁਹਾਡੀ ਰਾਜਨੀਤੀ ਬਦਲਣੀ ਪਏਗੀ, ਤੁਹਾਨੂੰ ਬਦਲਣਾ ਪਏਗਾ, ਤੁਸੀਂ ਕਿਵੇਂ ਰਹਿੰਦੇ ਹੋ ਸਭ ਕੁਝ ਬਦਲਣਾ ਹੋਵੇਗਾ। ਕੀ ਅਸੀਂ ਇੰਨੇ ਇਨਕਲਾਬ ਲਈ ਤਿਆਰ ਆ? ਦੇਖੋ ਪਤਾ ਕੀ ਇਹਦਾ ਮਤਲਬ ਇਹ ਹੈ ਮੇਰਾ ਘਰ ਬਦਲ ਜਾਏਗਾ, ਜਿਹੜਾ ਪੱਥਰ ਲੱਗਦਾ ਬਦਲ ਜਾਏਗਾ, ਕਾਰ ਬਦਲ ਜਾਏਗੀ, ਸੜਕਾਂ ਬਦਲ ਜਾਣਗੀਆਂ, ਸ਼ਹਿਰ ਕਿਸ ਤਰ੍ਹਾਂ ਹੁੰਦੇ ਨੇ ਬਦਲ ਜਾਏਗਾ, ਮੇਰੀ ਹਰ ਰੋਜ਼ ਦੀ ਜ਼ਿੰਦਗੀ ਬਦਲ ਜਾਏਗੀ। ਦੇਖੋ ਜਿਹੜੀ GDP ਅੱਜ ਕੱਲ ਤੁਸੀਂ ਦੇਖਦੇ ਯੂਟੋਪੀਆ ਨਹੀਂ, GDP ਜਿਹਨੂੰ ਕਹਿੰਦੇ ਆ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ, ਜਿਹਨੂੰ ਇਕਨੋਮੀ ਦੀ ਐਨ ਇੱਕ ਮਾਪਦੰਡ ਦੱਸਦੇ ਆ, ਉਹ ਪੱਥਰ ਤੋੜ ਕੇ ਲਗਾਤਾਰ ਸੀਮੈਂਟ ਬਣਾ ਕੇ ਸਾਰੀ ਜਗ੍ਹਾ ਕੰਕਰੀਟ ਦਾ ਕਰਤਾ, ਧਰਤੀ ਨੂੰ ਤੇ ਕੈਂਸਰ ਕਰ ਦਿੱਤਾ। ਜਿੱਥੇ ਚੰਡੀਗੜ੍ਹ ਦੇ ਵਿੱਚ ਦੇਖੋ ਇੰਨੀ ਖੁੱਲੀ ਜਗ੍ਹਾ ਸੀ, ਸਾਰੀ ਜਗ੍ਹਾ ਪੇਪਰ ਲਾ ਕੇ ਉਹਨਾਂ ਨੇ ਤਬਾਹੀ ਮਚਾਈ ਹੈ, ਨਾ ਕਿ ਕੋਈ ਇਕੋ ਫ੍ਰੈਂਡਲੀ ਕੰਮ ਕੀਤਾ। ਕਰਨਾ ਇਹ ਪਊਗਾ ਕੁਝ ਗੱਲਾਂ ਜਿਹੜੀਆਂ ਮੁੱਖ ਤੌਰ ਤੇ ਸਰਕਾਰ ਦੇਖੋ ਇਹ ਜਿਹੜਾ ਸਾਰਾ ਦਾਰੋ-ਮਦਾਰ ਹੈ ਜਿਹਨੂੰ ਇਕਨੋਮੀ ਕਹਿੰਦੇ ਆ, ਸਰਕਾਰਾਂ ਦੇ ਨੱਕ 'ਚ ਦਮ ਕਰਨਾ ਪਏਗਾ। ਉਹ ਤਾਂ ਹੋਊਗਾ ਹੀ ਹੋਊਗਾ, ਉਹਦੇ ਬਗੈਰ ਤਾਂ ਕੋਈ ਕੰਮ ਹੈ ਹੀ ਨਹੀਂ। ਆਪਣੀ ਸਰਕਾਰ ਛੱਡੋ, ਮੈਨੂੰ ਇਹ ਦੂਜੀ ਦੀ ਬੜੀ ਚਿੰਤਾ ਹੈ ਜਿਹੜੀ ਅਗਲੇ ਸਾਲ ਇਲੈਕਸ਼ਨ ਹੋਣੀ ਹੈ। ਅਰੇ ਭਾਈ ਤੁਹਾਨੂੰ ਮੋਦੀ ਜੀ ਦੀ ਹੋਏਗੀ, ਉਹ ਵੱਡੇ ਬੈਠੇ ਨੇ ਜਿਹੜੇ ਟਰੰਪ ਸਾਹਿਬ, ਅਗਲੇ ਸਾਲ ਅਮਰੀਕਾ ਦੀ ਰਾਸ਼ਟਰਪਤੀ ਇਲੈਕਸ਼ਨ ਜੋ ਮਰਜ਼ੀ ਆ ਜਾਏ। ਨੋ ਟੈਲ ਮੀ ਵਨ ਥਿੰਗ, ਜੇ ਇਸ ਇਲੈਕਸ਼ਨ ਦੇ ਵਿੱਚ ਟਰੰਪ ਕਮਸ ਬੈਕ ਤਾਂ ਦੁਨੀਆ ਦੇ ਵਿੱਚ ਔਰ ਪੈਰਿਸ ਪੀਸ ਅਕੋਰਡ, ਪੈਰਿਸ ਕਲਾਈਮੇਟ ਚੇਂਜ ਅਕੋਰਡ ਤੋਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਭੱਜ ਰਿਹਾ, ਮੈਂ ਤਾਂ ਉਹਦੇ ਚੋਂ ਬਾਹਰ ਆ ਜਾਵਾਂ। ਜੇ ਉਹ ਬਾਹਰ ਆ ਜਾਂਦੇ ਨੇ, ਜੋ ਅਸਰ ਪਏਗਾ ਇਹ ਇਕੱਲਾ ਉੱਥੇ ਤਾਂ ਹੋਏਗਾ ਟਰੰਪ ਇਲੈਕਟ, ਇੱਥੇ ਮੇਰਾ ਜੀਵਨ ਬਦਲਦਾ ਹੈ, ਮੇਰੇ ਤੇ ਸਿੱਧਾ ਇੰਪੈਕਟ ਹੈ। ਜਿਸ ਕਿਸਮ ਦੀ ਸਾਨੂੰ ਹੈਲਪ ਮਿਲਣੀ ਹੈ ਡਿਵੈਲਪਡ ਕੰਟਰੀਜ਼ ਨੂੰ, ਉਹ ਖਤਮ ਹੋ ਰਹੀ ਹੈ। $100 ਬਿਲੀਅਨ ਉਹਨਾਂ ਨੇ ਹਰ ਸਾਲ ਦੇਣਾ ਹੁੰਦਾ, 20% ਵੀ ਉਹਦਾ ਨਹੀਂ ਆ ਰਿਹਾ, ਟਰੰਪ ਤੋਂ ਬਾਅਦ ਤਾਂ ਹੋਰ ਘਟੇਗਾ। ਜਦ ਤੱਕ ਅਸੀਂ ਮੁੱਖ ਦੀ ਗੱਲ ਇਹ ਹੈ, ਇੱਕ ਐਟਮ ਬੰਬ ਤੇ ਗਿਰਨਾ ਹੈ ਨਾ ਅਗਲੇ ਸਾਲ। ਨਹੀਂ, ਐਟਮ ਬੰਬ ਤੇ ਹਰ ਰੋਜ਼ ਹੀ ਗਿਰ ਰਹੇ ਆ। ਜਿਹੜੀ ਅਸਲੀ ਗੱਲ ਹੈ ਕਿ ਜਦ ਤੱਕ ਅਸੀਂ ਇਕੋ ਫ੍ਰੈਂਡਲੀ ਆਦਮੀ ਦੇ ਜੀਵਨ ਨੂੰ ਦੁਬਾਰਾ ਨਹੀਂ ਬਣਾਉਂਦੇ, ਉਹਦੀਆਂ ਲੋੜਾਂ ਨਹੀਂ ਘਟਾਉਂਦੇ, ਜੋ ਕਮਲਜੀਤ ਕਹਿੰਦਾ ਕੰਜ਼ਿਊਮਰਿਜ਼ਮ ਨੂੰ ਖਤਮ ਨਹੀਂ ਕਮਲਜੀਤ ਕਹਿ ਰਿਹਾ ਕਿ ਇਕੋ ਫ੍ਰੈਂਡਲੀ ਆਦਮੀ ਦਾ ਜੀਵਨ ਨਹੀਂ, ਇਕੋ ਫ੍ਰੈਂਡਲੀ ਐਂਟੀਲਾ ਵਾਲੇ ਦਾ ਜੀਵਨ ਬੋਲੋ ਨਾ, ਟਰੰਪ ਦਾ ਬੋਲੋ, ਅਮਰੀਕਾ ਦਾ ਬੋਲੋ, ਕਾਰਪੋਰੇਟ ਵਰਲਡ ਦਾ ਬੋਲੋ, ਵੇਦਾਂਤਾ ਦਾ ਸਾਰਿਆਂ ਨੂੰ ਦੇਖੋ। ਇਨਸਾਨ ਸਟਾਰਟ ਤਾਂ ਉੱਥੇ ਕਰਨਾ ਪੈਣਾ, ਮੇਰੇ ਇੰਨਾ ਕਰਨ ਨਾਲ ਤਾਂ ਕੁਝ ਹੋਵੇਗਾ ਹੀ ਨਹੀਂ, ਕਿਉਂਕਿ ਉਹਦੀ ਕੰਜ਼ੰਪਸ਼ਨ ਜ਼ਿਆਦਾ। ਐਸਪੀ ਸਿੰਘ, ਮੈਂ ਨਾਨ ਪੋਲੀਟੀਕਲ ਨਹੀਂ, ਜੇ ਤੁਸੀਂ ਕੰਜ਼ੰਪਸ਼ਨ ਘਟਾ ਦੋਗੇ ਇੱਕਦਮ, ਦੇਖੋ ਇਹ ਸਾਰੀ ਇੰਡਸਟਰੀ ਤਬਾਹ ਹੋ ਚੁੱਕੀ। ਜੇ ਸਾਰੀ ਇੰਡਸਟਰੀ ਤਬਾਹ ਹੁੰਦੀ ਤਾਂ ਇਹਨਾਂ ਨੂੰ ਸੋਚਣਾ ਪਊਗਾ। ਇਸ ਕਰਕੇ ਮੈਨੂੰ ਇਹ ਲੱਗਦਾ ਹੈਗਾ, ਜਿਸ ਤਰ੍ਹਾਂ ਤੁਹਾਨੂੰ ਜਦੋਂ ਇੰਡੀਆ ਇੰਡੀਪੈਂਡੈਂਟ ਹੋਇਆ ਸੀ ਉਦੋਂ ਵੀ ਕੀ ਕੀਤਾ ਸੀਗਾ, ਉਹਨਾਂ ਨੇ ਸਵਦੇਸ਼ੀ ਦਾ ਕਰਕੇ ਆਪਣਾ ਖੱਦਰ ਪਾਉਣਾ ਸ਼ੁਰੂ ਕੀਤਾ ਤੇ ਦੱਸ ਦਿੱਤਾ ਸੀ ਮੈਨਚੈਸਟਰ ਦਾ ਕੱਪੜਾ ਕਿਵੇਂ ਅਸੀਂ ਬੰਦ ਕਰ ਸਕਦੇ, ਉੱਥੇ ਦੀਆਂ ਫੈਕਟਰੀਆਂ। ਇਸ ਕਰਕੇ ਸਾਡੀ ਨਵੀਂ ਉਹਦੇ ਨਾਲ ਤਾਂ ਨਹੀਂ ਰੁਕਿਆ, ਇੱਕ ਮਿੰਟ ਇਸ ਕਰਕੇ ਫਿਰ ਨਹੀਂ ਚਲੇ ਗਏ ਕਿ ਉਹ ਟੈਕਨੀਕ ਨਹੀਂ ਰੁਕੀ। ਪ੍ਰੋਬਲਮ ਹੈ ਕਿ ਉਧਰੋਂ ਇੰਡਸਟਰੀਅਲ ਰੈਵੋਲੂਸ਼ਨ ਜਿਹਨੂੰ ਅਸੀਂ ਬਹੁਤ ਵਧੀਆ ਕਹਿ ਰਹੇ ਸੀ, ਉਸਨੇ ਸਾਨੂੰ ਮੁਸੀਬਤ ਕਰ ਦਿੱਤਾ ਹੈ। ਜਦ ਤੱਕ ਅਸੀਂ ਨਵੀਂ ਜੀਵਨ ਸ਼ੈਲੀ ਜਿਹਦੇ ਵਿੱਚ ਆਦਮੀ one is idealistic talk, second is this political question ਕੀ ਅਸੀਂ environment ਨੂੰ, ਕਿਉਂਕਿ corporate understands profit, ਵੱਡੇ ਬੰਦੇ ਨੂੰ ਟਰੰਪ ਤੋਂ ਲੈ ਕੇ ਵੇਦਾਂਤਾ ਤੱਕ, ਐਂਟੀਲਾ ਵਾਲੇ ਤੱਕ ਸਭ ਨੂੰ ਨਫਾ ਸਮਝ ਆਉਂਦਾ ਹੈ। ਕੀ এনवायरमेंटल ਚੇਂਜ ਲਿਆਣੀ, ਜ਼ਿੰਦਗੀਆਂ ਨੂੰ ਇਸ ਤਰੀਕੇ ਨਾਲ ਬਦਲਣਾ, ਕਲਾਈਮੇਟ ਚੇਂਜ ਨੂੰ ਰੋਕਣ ਲਈ ਕੰਮ ਕਰਨਾ, ਕੀ ਇਹਦੇ 'ਚ ਪੋਲੀਟੀਕਲ ਇਨਸੈਂਟਿਵ ਹੈ ਤੇ ਕੀ ਇਹਦੇ ਚ ਪ੍ਰੋਫਿਟ ਇਨਸੈਂਟਿਵ ਹੈ? ਸਾਨੂੰ ਇਸ ਬੈਂਚਮਾਰਕ ਨੂੰ ਖਤਮ ਕਰਨਾ ਪਏਗਾ। ਜਦੋਂ ਤੱਕ ਅਸੀਂ ਨਫੇ ਨੂੰ ਬੈਂਚਮਾਰਕ ਰੱਖਾਂਗੇ ਨਾ, ਕਿ ਨਫਾ ਤੈਅ ਕਰੇਗਾ ਕਿ ਹੁੰਦਾ ਹੈ ਕਿ ਨਹੀਂ ਹੁੰਦਾ, ਉਦੋਂ ਤੱਕ ਇਹਨਾਂ ਦੀ ਚੱਲੇਗੀ। ਮੈਂ ਪ੍ਰੈਗਮੈਟਿਕ ਦੁਨੀਆ ਤੁਹਾਨੂੰ ਸਵਾਲ ਪੁੱਛ ਰਿਹਾ ਕਿ ਕੀ ਇਸ ਨੂੰ ਇੰਨਾ ਨਫੇ ਵਾਲਾ ਬਣਾਇਆ ਜਾ ਸਕਦਾ, ਕੀ ਪ੍ਰੋਫਿਟੇਬਿਲਟੀ ਹੈ ਇਹਦੇ ਵਿੱਚ? ਮੈਂ ਕਹਿੰਦਾ ਕਿ ਰਿਟਰਨਸ ਹੋ ਸਕਦੀਆਂ ਨੇ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਕਰਨੀ ਹੈ, ਪ੍ਰੋ ਕਲਾਈਮੇਟ ਕਰਨੀ ਹੈ, ਜਿਹੜੀ ਦੇਰ ਨਾਟ ਵੀ ਪ੍ਰੋਫਿਟ ਇਨ। ਬਿਲਕੁਲ ਖਪਤ ਸੱਭਿਆਚਾਰ ਦੀ ਗੱਲ ਕੀਤੀ, ਜਿਹੜੀ ਐਡ ਇੰਡਸਟਰੀ ਬੰਦੇ ਨੂੰ ਇਹ ਜਚਾਉਂਦੀ ਹੈ ਕਿ ਤੁਹਾਡੇ ਕੋਲ ਜਿੰਨੀ ਵੱਡੀ ਕਾਰ ਹੋਏਗੀ ਉਹਨੇ ਤੁਸੀਂ ਮਹਾਨ ਆਦਮੀ ਗਿਣੇ ਜਾਂਦੇ ਹੋ। ਜਦੋਂ ਤੁਸੀਂ ਇਹਨੂੰ ਰੋਕ ਲਗਾਉਂਦੇ ਹੋ, ਜਦੋਂ ਤੁਸੀਂ ਇਹਦੀ ਬਜਾਏ ਦੂਜਾ ਬਿਆਨੀਆਂ ਲੈ ਕੇ ਆਉਂਦੇ ਹੋ ਕਿ ਕਿੰਨਾ ਚੰਗਾ ਲੱਗਦਾ ਜਦੋਂ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਟ੍ਰੇਨ ਦੇ ਡੱਬੇ 'ਚ ਬੈਠ ਕੇ ਗਾਉਂਦੇ ਹੋਏ ਆਪਣੇ ਦਫ਼ਤਰ ਜਾਂਦੇ ਆ, ਜਦੋਂ ਤੁਸੀਂ ਇਹ ਨਵਾਂ ਕਲਚਰ ਜਿਹੜਾ ਹੈਗਾ ਇਹ ਕ੍ਰੀਏਟ ਕਰਦੇ ਹੋ, ਇਹ ਕਲਚਰ ਕਾਰਪੋਰੇਟ ਨਹੀਂ ਕਦੀ ਹੋਣ ਦੇਗਾ। ਇਹ ਕੋਈ ਇਸੇ ਕਰਕੇ ਮੈਂ ਕਹਿੰਦਾ ਪੈਕੇਜ ਹੈ, ਤੁਸੀਂ ਸਾਰੇ ਵੱਖ-ਵੱਖ ਜਾਓ ਤੇ 12 ਕਾਰਾਂ ਵਿਕਣਗੇ। ਮੈਂ ਉਹੀ ਕਹਿਣਾ ਚਾਹੁੰਦਾ ਕਿ ਇਹ ਪੈਕੇਜ ਹੈ, ਇਹ ਕੰਪਲੀਟ ਚੇਂਜ ਦਾ ਪੈਕੇਜ ਹੈ। ਜੇ ਅਸੀਂ ਕਹੀਏ ਨਾ ਕਿ ਇਹਦੇ 'ਚ ਕੋਈ, ਕਿਉਂਕਿ ਮੈਂ ਇਸ ਕਰਕੇ ਨੋਟ ਕਰ ਰਿਹਾ, ਗੂਗਲ ਤੇ ਐਮਾਜ਼ਨ ਦੇ EMPLOYEES ਨਿਕਲੇ ਨੇ ਤੇ ਗੂਗਲ ਤੇ ਐਮਾਜ਼ਨ ਦੀ ਮੈਨੇਜਮੈਂਟ ਜਿਹੜੀ ਹੈ ਕੋਈ ਇਦਾਂ ਬਿਹੇਵ ਕਰ ਰਹੀ ਹੈ ਜਿਵੇਂ ਉਹਨਾਂ ਨੇ ਬਹੁਤ ਸੁਣ ਲਈ ਆਪਣੇ EMPLOYEES ਦੀ। ਮੈਨੂੰ ਇਹਦੇ 'ਚ ਵੀ ਹਾਲੇ ਥੋੜਾ ਜਿਹਾ ਮੈਂ ਇਸ ਨੂੰ ਡਾਊਟਫੁਲ ਦੇਖ ਰਿਹਾ। ਇਸ ਕਰਕੇ ਦੇਖ ਰਿਹਾ ਕਿ ਇੱਕ ਕਿਸਮ ਦੀ ਕਾਰਬਨ ਐਮਿਸ਼ਨ ਦੀ ਜਿਹੜੀ ਸਾਰੀ ਕਲਾਈਮੇਟ ਚੇਂਜ ਦੀ ਗੱਲ ਨੂੰ ਕਾਰਬਨ ਐਮਿਸ਼ਨ ਤੇ ਲਿਆਂਦਾ, ਹੁਣ ਕਾਰਬਨ ਐਮਿਸ਼ਨ ਦੇ ਬੋਲ ਕੇ ਅਗੇਂਸਟ ਗੂਗਲ ਤੇ ਜਿਹੜੇ ਇਹ ਨਵੇਂ ਪ੍ਰੋਫਿਟੀਅਰਸ ਖੜੇ ਹੋਏ ਨੇ ਜਿਹੜੇ ਕਾਰਬਨ ਐਮਿਸ਼ਨ ਉਸ ਤਰ੍ਹਾਂ ਨਹੀਂ ਕਰਦੇ, ਜਿਹੜੇ ਹੋ ਸਕਦਾ ਪਲਾਸਟਿਕ
ਵੱਡੇ ਪੱਧਰ ਦੇ ਉੱਤੇ ਫੈਲਾਉਂਦੇ ਨਹੀਂ, ਉਹ ਹੋਣ। ਕੰਜ਼ੰਪਸ਼ਨ ਦਾ ਇੱਕ ਪੂਰਾ ਉਹਨਾਂ ਨੂੰ ਸੰਸਾਰ ਖੜਾ ਕੀਤਾ ਜੀ, ਜੀ, Amazon ਨੇ। ਉਹਨਾਂ ਦੇ ਆਪ ਦਾ ਇੱਕ ਕੰਜ਼ੰਪਸ਼ਨ ਦਾ ਪੂਰਾ ਹੁਣ ਉਹ ਕਹਿ ਰਹੇ ਨਿਊਯਾਰਕ ਟਾਈਮਸ ਦੇ ਸਾਹਮਣੇ ਲੋਕਾਂ ਨੇ ਪ੍ਰੋਟੈਸਟ ਕੀਤਾ ਤੇ ਨਿਊਯਾਰਕ ਟਾਈਮਸ ਸਪਾਂਸਰ ਕਰ ਰਿਹਾ ਸੀਗਾ Amazon ਦੀ ਬੋਲੀ। ਆਇਲ ਮੇਜਰਸ ਦੀ ਕਾਨਫਰੰਸ ਨੂੰ ਲੰਡਨ ਦੇ ਵਿੱਚ। ਉਹਦੇ ਵਿੱਚੋਂ ਨਿਊਯਾਰਕ ਟਾਈਮਸ ਨੇ ਆਪਣੇ ਆਪ ਨੂੰ ਹੁਣ ਇਸ ਸਤੰਬਰ ਦੇ ਸ਼ੁਰੂ ਦੇ ਵਿੱਚ ਵਿਦਡਰਾ ਕਰ ਲਿਆ ਕਿ ਅਸੀਂ ਕਰ ਲਿਆ। ਤੇ ਦਵਿੰਦਰ ਸ਼ਰਮਾ ਮੇਰੇ ਕੋਲ ਕੁਝ ਸਮਾਂ ਪਹਿਲਾਂ ਸੀ ਇਸ ਪ੍ਰੋਗਰਾਮ ਦੇ ਵਿੱਚ ਬੜੀ ਇੰਟਰਸਟਿੰਗ ਗੱਲ ਸੁਣਾ ਰਹੇ ਸਨ। ਉਹ ਕਹਿੰਦੇ ਨੇ ਵੀ ਐਕਸਨ ਵਾਲੇ ਭਾਈ ਸਾਹਿਬ ਨੂੰ ਪਤਾ ਲੱਗਾ ਕਿ ਧਰਤੀ ਇੰਨੇ ਸਾਲਾਂ ਵਿੱਚ ਤਬਾਹ ਹੋ ਜਾਏਗੀ। ਉਹ ਕਹਿੰਦੇ ਨੇ ਜੇ ਧਰਤੀ ਤਬਾਹ ਹੋ ਜਾਏਗੀ ਤੇ ਉਹ ਭਾਈ ਇੰਨੇ ਮਿਲੀਅਨ ਬੈਰਲ ਤੇਲ ਤਾਂ ਫਿਰ ਧਰਤੀ ਦੇ ਥੱਲੇ ਹੀ ਰਹਿ ਜਾਏਗਾ, ਉਹ ਫਿਰ ਬਰਬਾਦ ਹੋ ਜਾਏਗਾ। ਉਹਨੂੰ ਕੌਣ ਕੱਢੇਗਾ? ਉਹਨੂੰ ਕੌਣ ਕੱਢੇਗਾ? ਨਹੀਂ, ਇਹ ਇਸ ਦੇ ਵਿੱਚੋਂ ਇੱਕ ਹੋਰ ਬਿਆਨੀਆ ਜਿਹੜਾ ਪੈਦਾ ਕੀਤਾ ਜਾ ਰਿਹਾ ਹੈ, ਮਿਨੀਮਲਿਸਟ ਟਾਈਪ ਮੂਵਮੈਂਟਸ ਚਲਾਈਆਂ ਜਾ ਰਹੀਆਂ ਕਿ ਬਿਲ ਗੇਟਸ ਆਪਣੀ ਸਾਰੀ ਘੱਟ ਖਪਤ ਕਰੋ, ਘੱਟ ਖਰੀਦੋ ਜੀ, CSR ਫੰਡਸ ਜਿਹੜੇ ਨੇ ਆ ਹੁਣ ਇਸੇ ਦਿਨਾਂ ਦੇ ਵਿੱਚ ਹੀ ਅਨਾਉਂਸਮੈਂਟ ਇੱਥੇ ਵੀ ਹੋ ਕੇ ਹਟੀ ਹੈ ਕਿ CSR ਜਿਹੜੀ ਨੇ ਸਮਾਲ ਐਂਡ ਮੀਡੀਅਮ ਇੰਡਸਟਰੀ ਦੇ ਉੱਤੇ ਵੀ ਲਾਗੂ ਕਰਾਂਗੇ। ਤੇ ਇਹ ਡਰਾਮਾ ਕ੍ਰੀਏਟ ਕੀਤਾ ਜਾ ਰਿਹਾ ਕਿ ਅਸੀਂ ਚਿੰਤਿਤ ਆ, ਸਾਨੂੰ ਇਸ ਡਰਾਮੇ ਨੂੰ ਬਿਲਕੁਲ ਖਾਰਿਜ ਕਰਨਾ ਪਏਗਾ। ਅਰਜੁਨ ਜੀ, ਲਾਸਟ ਕੁਐਸਚਨ ਮੈਂ ਸਿਰਫ ਤਾਂ ਪੁੱਛ ਰਿਹਾ ਕਿ ਪੀਪਲਸ ਮੂਵਮੈਂਟਸ ਨਾਲ ਮੈਂ ਸੋਚ ਰਿਹਾ ਸੀ ਪਹਿਲਾਂ ਕੀ ਬਦਲਿਆ ਜਿਹੜਾ ਸਰਕਾਰਾਂ ਨਹੀਂ ਕਰਨੀਆਂ ਚਾਹੁੰਦੀਆਂ ਸੀ। ਵੀਅਤਨਾਮ ਵਾਰ ਵੇਲੇ ਅਸੀਂ ਦੇਖਿਆ ਕਿ ਪੀਪਲਸ ਮੂਵਮੈਂਟ ਸੀ ਜਿਹਨੇ ਇੱਕ ਸੰਸਾਰ ਦੀ ਸੁਪਰ ਪਾਵਰ ਦੀ ਪਾਲਿਸੀ ਬਦਲ ਕੇ ਰੱਖ ਦਿੱਤੀ। ਅਪਾਰਥਾਈਡ ਵੀ ਇਹਦੇ ਚ ਹੀ ਰਿਹਾ ਜੀ, ਐਂਟੀ ਨਿਊਕਲੀਅਰ ਮੂਵਮੈਂਟਸ ਵੀ ਇਹਦੇ ਚ ਰਹੀਆਂ। 80s ਦੇ ਵਿੱਚ ਜਿਸ ਕਿਸਮ ਦੀ ਮੂਵਮੈਂਟ ਚੱਲੀ ਲੋਕਾਂ ਦੇ ਵਿੱਚ ਪੀਸ ਦੀ, ਉਹ ਇਵੈਂਚੁਅਲੀ ਜਾ ਕੇ ਰੀਗਨ ਤੇ ਗੋਰਬਾਚੇਵ ਦੀ ਉਸ ਗੱਲਬਾਤ ਦੇ ਵਿੱਚ ਖਤਮ ਹੁੰਦੀ ਹੈ। ਬਹੁਤ ਦੂਰ ਜਾ ਰਹੇ ਹੋ। ਮੈਂ ਕਹਿ ਰਿਹਾ ਇੰਡੀਆ 'ਚ ਜਿਹੜੀ ਸਾਨੂੰ ਆਜ਼ਾਦੀ ਮਿਲੀ ਹੈ, ਜਿਹੜੇ ਰਾਈਟਸ ਮਿਲੇ, ਜਿਹੜੇ ਅਸੀਂ ਇਸ ਪੈਨਲ ਤੇ ਬੈਠੇ ਨੇ ਗੱਲ ਕਰ ਰਹੇ ਹਾਂ, ਇਹ ਲੋਕ ਲੈ ਕੇ ਆਏ, ਇਹ ਲੋਕ ਲੈ ਕੇ ਆਏ। ਸਰਕਾਰਾਂ ਨੇ ਤਾਂ ਨਹੀਂ ਕਿਹਾ ਤੁਸੀਂ ਖੁੱਲ ਕੇ ਸਰਕਾਰਾਂ ਦੀ ਕ੍ਰਿਟਿਸਿਜ਼ਮ ਕਰਿਆ ਕਰੋ। ਲੋਕ ਹੀ ਕਰ ਸਕਦੇ ਨੇ ਤੇ ਮਾਡਲ ਚੇਂਜ ਕਰਨਾ ਪਏਗਾ। ਕੱਲ ਮੈਂ ਜਾਰਜ ਮੌਨੀਬੋਟ ਦੀ ਗੱਲ ਕਰ ਰਹੀ ਸੀ, ਉਹ ਕਹਿੰਦੇ ਨੇ ਕਿ ਗੂਗਲ ਨੇ ਜਦੋਂ ਆਪਣੀ ਕਾਨਫਰੰਸ ਕੀਤੀ ਕਲਾਈਮੇਟ ਚੇਂਜ ਦੇ ਉੱਤੇ ਯੂਰਪ 'ਚ, ਤੇ ਉੱਥੇ ਜਿੰਨੇ ਪ੍ਰਾਈਵੇਟ ਜੈਟ ਤੇ ਯਾਰਡਸ ਕੀ ਆਇਆ, ਹਜ਼ਾਰਾਂ ਲੀਟਰ ਉਹਨਾਂ ਨੇ ਪੈਟਰੋਲ ਲਾਇਆ। ਤੇ ਈਵਨ ਜਿਹੜੇ ਜੋ ਸੁਪਰ ਰਿਚ ਨੇ ਉਹਨਾਂ ਦੀ ਇੰਟੈਂਸ਼ਨ ਠੀਕ ਵੀ ਹੋਏ, ਜਦ ਤੱਕ ਮਾਡਲ ਨਹੀਂ ਠੀਕ ਹੁੰਦਾ ਉਹ ਬੰਦਾ ਕਹਿੰਦਾ ਹੈ ਕਿ ਤੁਸੀਂ ਮੈਕਸਿਮਮ ਇਨਕਮ ਤੇ ਕੈਪ ਲਾਓ। ਅਲਟੀਮੇਟਲੀ ਇਹ ਐਕਸੈਸਿਵ ਇਨਕਮ, ਐਕਸੈਸਿਵ ਕੰਜ਼ੰਪਸ਼ਨ ਹੈ, ਇਹ ਦੇਸ਼ ਨੂੰ ਖਤਮ ਕਰ ਰਹੀ ਹੈ। ਹੋ ਸਕਦੀ ਹੈ ਇਹਦੇ ਚ ਇੱਕ ਲਿਮਿਟ ਲਾਈ ਜਾਏ, ਕੋਈ ਲਿਮਿਟ ਹੋਣੀ ਚਾਹੀਦੀ ਹੈ। ਨਹੀਂ ਜੀ ਜੀ ਜੀ, ਮੈਂ ਬਸ ਸਿਰਫ ਇੱਕ ਲਾਈਨ ਪੜ੍ਹਦਾ, ਮੈਂ ਫੁੱਲ ਫਾਲੀ ਕਰ ਰਿਹਾ ਸੀਗਾ। ਹਰ ਚੈਪਟਰ ਦੇ ਸ਼ੁਰੂ 'ਚ ਉਹਨਾਂ ਨੇ ਲਿਖਿਆ ਕਿ ਮੇਰਾ ਨਾਮ ਗ੍ਰੇਟਾ ਥਨਬਰਗ ਹੈ, ਤੁਸੀਂ ਇਹਦੀ ਜਗ੍ਹਾ ਤੇ ਆਪਣਾ ਨਾਮ ਲਿਖ ਸਕਦੇ ਹੋ। ਤੁਹਾਡਾ ਨਾਮ ਰਵਿੰਦਰ ਕੌਰ ਹੈ ਜਾਂ ਨੱਥਾ ਸਿੰਘ ਹੈ ਜਾਂ SP ਸਿੰਘ ਹੈ। ਤੇ ਉਹਨਾਂ ਦਾ ਕਹਿਣਾ ਮੈਂ 16 ਸਾਲਾਂ ਦੀ ਹਾਂ, ਸਵੀਡਨ 'ਚ ਰਹਿੰਦੀ ਹਾਂ ਤੇ ਚਾਹੁੰਦੀ ਹਾਂ ਕਿ ਤੁਸੀਂ ਡਰ ਜਾਓ, ਇਸਨੇ ਡਰ ਜਾਓ ਜਿਵੇਂ ਤੁਹਾਡੇ ਘਰ ਨੂੰ ਅੱਗ ਲੱਗ ਗਈ ਹੁੰਦੀ ਹੈ। ਤੇ ਦਰਸ਼ਕ ਪਿਆਰੇ ਜੀ, ਜੇ ਤਾਂ ਸਾਰੇ ਸਾਇੰਸਦਾਨ ਦੁਨੀਆ ਦੇ ਬੋਲ ਰਹੇ ਨੇ ਸੱਚ, ਫਿਰ ਤੇ ਡਰ ਜਾਓ ਤੁਹਾਡੇ ਘਰ ਨੂੰ ਅੱਗ ਲੱਗੀ ਹੋਈ ਹੈ। ਤੇ ਜੇ ਟਰੰਪ ਸਾਹਿਬ ਲੱਗਦੇ ਨੇ ਬੜੇ ਵੱਡੇ ਬੁੱਧੀਜੀਵੀ, ਸਾਡੇ ਨੇਤਾ ਜਿਨ੍ਹਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਲੱਗ ਰਿਹਾ ਤੇ ਜਿਹੜੇ ਤੁਹਾਨੂੰ ਉਹ ਹਿੰਦੂ ਮੁਸਲਿਮ ਸਿਆਸਤ ਰੋਜ਼ ਸਿਖਾ ਰਹੇ ਨੇ, ਜੇ ਉਹ ਲੱਗਦੇ ਨੇ ਅੱਛੇ ਵਿਅਕਤੀ, ਜੋ ਉਹਨਾਂ ਨੂੰ ਸਭ ਪਤਾ ਹੀ ਹੋਵੇਗਾ, ਵੱਡੇ ਵੱਡੇ ਲੋਕ ਨੇ, ਉਹਨਾਂ ਨੇ ਵੀ ਇਹ ਰਿਪੋਰਟਾਂ ਪੜ੍ਹੀਆਂ ਹੀ ਹੋਣਗੀਆਂ। ਉੱਥੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਸੋਮਵਾਰ ਨੂੰ ਬੜੀ ਵੱਡੀ ਕਾਨਫਰੰਸ ਇਹਦੇ ਉੱਤੇ ਹੋਣ ਜਾ ਰਹੀ ਹੈ ਵਾਤਾਵਰਣ ਤਬਦੀਲੀ ਦੇ ਉੱਤੇ, ਤੇ ਉਹਨਾਂ ਨੂੰ ਤਾਂ ਸਾਰੇ ਸੱਚ ਪਤਾ ਹੀ ਨੇ। ਜੇ ਉਹਦੇ ਬਾਵਜੂਦ ਉਹ ਨਹੀਂ ਡਰੇ ਤੇ ਤੁਹਾਨੂੰ ਲੱਗਦਾ ਵੀ ਉਹੀ ਸਿਆਣੇ ਨੇ, ਤੇ ਫਿਰ ਤੁਸੀਂ ਬਿਲਕੁਲ ਪਰਵਾਹ ਨਾ ਕਰੋ। ਘਰ ਨੂੰ ਅੱਗ ਲੱਗੀ ਹੈ, ਕੀ ਫਰਕ ਪੈਂਦਾ? ਨੇਤਾ ਜੀ ਕਹਿ ਰਹੇ ਨੇ ਸਭ ਠੀਕ ਹੈ, ਉਹਨਾਂ ਤੇ ਵਿਸ਼ਵਾਸ ਰੱਖੋ। ਇਹ ਫੈਸਲਾ ਹੁਣ ਤੁਸੀਂ ਕਰਨਾ ਵੀ ਦੁਨੀਆ ਭਰ ਦੇ ਬੱਚਿਆਂ ਦੇ ਨਾਲ ਖੜਨਾ ਕਿ ਆਪਾਂ ਉਸੇ ਤਰੀਕੇ ਨਾਲ ਜੜ ਅਕਲ ਦੇ ਨਾਲ ਰਹਿਣਾ। ਸਾਡੇ ਘਰ ਨੂੰ ਅੱਗ ਲੱਗੀ ਹੋਈ। ਅੱਜ ਲਈ ਇੰਨਾ ਹੀ। ਧੰਨਵਾਦ। ਤੇਰਾ ਰੱਖ।